जिसमें है अमृत ज्ञान है, मानक भगत वैराग, गुरु ग्रंथ साहिब उदद बंदों कर अनुराग। श्री सतगुर शब्द कमाए जिन, जीते पंच विकार, तिन संतन को बंदना, सिर चरणन पग धार। दोहरा खल खंडन जग मंडनी, भुज दंडन बर बंड, रुंड करण अर मुंड पख, जय जय चंड पर चंड। वाहिगुरु जी का खालसा वाहिगुरु जी की फतेह। खल खंडन जग मंडनी। श्री नानक प्रकाश ग्रंथ अध्याय 8वां। कवि संतोख सिंह जी मंगल करते हैं उस शक्ति रूप परमात्मा दी दा। दोहरा खल खंडन जग मंडनी। खल खंडन जो मूर्खां नूं खंडन टुकड़े टुकड़े करन वाली है, जग मंडनी जगत नूं सवारण वाली है। भुज भुज दंडन बर बंड। ਭੁਜ ਦੰਡਨ ਜਿਹਦੀਆਂ ਬਾਹਾਂ ਵਿੱਚ ਜ਼ੋਰ ਹੈ ਕਿ ਜੋ ਦੰਡ ਦੇਣ ਵਾਸਤੇ ਪੂਰੇ ਜ਼ੋਰ ਵਾਲੀ ਹੈ, ਜਿਹਦੇ ਬਾਹਾਂ ਵਿੱਚ ਸਮਰੱਥਾ ਹੈ ਕਿ ਪਾਪੀਆਂ ਨੂੰ ਦੰਡ ਦੇਣ ਵਾਸਤੇ। ਰੁੰਡ ਕਰਨ ਅਰ ਮੁੰਡ ਭਖ। ਦੇਖੋ ਰੁੰਡ ਕਰਨ ਜਿਹਦੇ ਬਾਹਾਂ ਦੇ ਵਿੱਚ ਜਾਂ ਜਿਹਦੇ ਤਲਵਾਰ ਵਿੱਚ ਉਹ ਤੇਜੀ ਸ਼ਕਤੀ ਹੈ, ਜਿਹੜੀ ਕਿ ਧਰਨ ਨਾਲੋਂ ਸਿਰ ਅੱਡ ਕਰਕੇ ਤੇ ਫਿਰ ਸਿਰ ਨੂੰ ਦਲ ਸੱਟਣ ਵਾਲੀ ਹੈ। ਜੈ ਜੈ ਚੰਡ ਪਰ ਚੰਡ। ਇਸ ਚੰਡ ਜਿਹੜੀ ਸ਼ਕਤੀ ਹੈ ਪਰਮਾਤਮਾ ਦੀ ਪ੍ਰਬਲ ਸ਼ਕਤੀ, ਉਹਨੂੰ ਜੈ ਜੈ ਜੈਕਾਰ ਹੈ, ਜਿਸ ਤਰ੍ਹਾਂ ਕਿ ਉਸਨੇ ਦੁਸ਼ਟਾਂ ਦਾ ਨਾਸ਼ ਕਰਕੇ ਸੱਚ ਦਾ ਸਾਥ ਦਿੱਤਾ। ਸੋ ਇਹ ਜਿਹੜੀ ਹੈ ਮੰਗਲ ਦੇ ਵਿੱਚ ਉਹ ਸ਼ਕਤੀ ਦਾ ਵਰਣਨ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ ਕਿ ਉਹ ਸ਼ਕਤੀ ਪਰਮਾਤਮਾ ਦੀ ਐਸੀ ਤਾਕਤਵਰ ਹੈ, ਜਦੋਂ ਸ਼ਕਤੀ ਪ੍ਰਗਟ ਹੁੰਦੀ ਹੈ ਦੁਸ਼ਟਾਂ ਦਾ ਨਾਸ਼ ਕਰਦੀ ਹੈ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚੰਡੀ ਦੀ ਵਾਰ ਦੇ ਵਿੱਚ ਇਸ ਸ਼ਕਤੀ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਹੈ। ਸ੍ਰੀ ਬਾਲਾ ਸੰਦਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਕਿ ਇਤਿਹਾਸ ਆਪ ਜੀ ਸਰਵਣ ਕਰੋ। ਮੰਦ ਮੰਦ ਗਮਨੇ ਸੁਖ ਰਾਸਾ। ਹੌਲੀ ਹੌਲੀ ਚਲਦਿਆਂ ਹੋਇਆਂ ਕੁਰੂਕਸ਼ੇਤਰ ਤੋਂ ਸਤਿਗੁਰੂ ਜੀ ਅੱਗੇ ਚੱਲੇ। ਆਇਓ ਸ੍ਰੀ ਗੰਗਾ ਕੋ ਮੇਲਾ। ਮਹਾਰਾਜ ਪਹੁੰਚ ਗਏ ਹਨ ਜਿੱਥੇ ਗੰਗਾ ਰਿਵਰ ਹੈ, ਜਾਂ ਗੰਗਾ ਜਿੱਥੇ ਸਾਰਿਆਂ ਦਾ ਜਿਹੜੇ ਹਨ ਹਿੰਦੂ ਲੋਕਾਂ ਦਾ ਵੱਡਾ ਮੇਲਾ ਲੱਗਿਆ ਹੋਇਆ ਸੀ। ਭੀੜ ਪੂਰਤ ਹੈ ਪਈ ਸਕੇਲਾ। ਉੱਥੇ ਬਹੁਤ ਵੱਡੀ ਭੀੜ ਹੋਈ ਸੀ ਕਿ ਉੱਥੇ ਸਾਰੇ ਲੋਕ ਜਿਹੜੇ ਹਨ ਇਕੱਠੇ ਹੋ ਕੇ ਉੱਥੇ ਇੱਕ ਮੇਲੇ ਰੂਪ ਦੇ ਵਿੱਚ ਆਪਣਾ ਜੋ ਉਹਨਾਂ ਦੇ ਧਰਮ ਦੇ ਵਿੱਚ ਜੋ ਵਰਣਨ ਹੈ ਗੰਗਾ ਦੀ, ਜੋ ਉਹਨਾਂ ਨੇ ਉਸਤਤ ਉਹਨਾਂ ਦੀ ਲਿਖੀ ਹੋਈ ਹੈ ਕਿ ਸਾਰੇ ਪਾਪਾਂ ਨੂੰ ਧੋਣ ਵਾਲੀ ਹੈ ਇਹ ਗੰਗਾ, ਉੱਥੇ ਤੱਕ ਇਹ ਪਹੁੰਚ ਗਈ ਹੈ। ਪੂਰਬ ਪশ্ਚਮ ਉੱਤਰ ਕੇਰੇ। ਸੋ ਇਹ ਜਿਹੜਾ ਹੈ ਕਹਿੰਦੇ ਪੂਰਬ ਪশ্ਚਮ ਉੱਤਰ ਕੇਰੇ, ਕਹਿਣਗੇ ਪੂਰਬ ਈਸਟ ਜਿਹੜਾ ਪੱਛਮ ਜਿਹੜਾ ਵੈਸਟ ਹੈ ਤੇ ਉੱਤਰ ਜਿਹੜਾ ਨਾਰਥ ਹੈ। ਨਰ ਦੱਖਣ ਕੇ ਆਏ ਕਨੇਰੇ। ਕਹਿੰਗੇ ਨਰ ਦੱਖਣ ਜੋ ਸਾਊਥ ਦੇ ਲੋਕ ਹਨ ਉਹ ਵੀ ਬੜੇ ਆਏ। ਸੋ ਚਾਰੇ ਪਾਸੇ ਵਾਲੇ ਜੋ ਲੋਕ ਹਨ ਉੱਥੇ ਗੰਗਾ ਦੇ ਤੱਟ ਤੇ ਆ ਕਰਕੇ ਉੱਥੇ ਇਕੱਠੇ ਹੁੰਦੇ ਹਨ। ਸੋ ਇਹ ਤੀਰਥ ਜੋ ਕਿ ਗੰਗਾ ਦੇ ਕਿਨਾਰੇ ਤੇ ਬਣਿਆ ਹੋਇਆ ਹੈ। ਮਹਾਪੁਰਬ ਲਖ ਮੱਜਨ ਕਾਰਨ। ਸੋ ਇਹ ਜਿਹੜਾ ਹੈ ਮਹਾਪਰਬਲ, ਇਹ ਜਿਹੜਾ ਹੈ ਤੀਰਥ। ਫਿਰ ਮਹਾਪੁਰਬ ਲਖ ਮੱਜਨ ਕਾਰਨ। ਮਹਾਪੁਰਬ ਉੱਥੇ ਪੁਰਬ ਜਿਹੜਾ ਸਮਾਂ ਸੀ ਉਹ ਪੁਰਬ ਦਾ। ਸੋ ਮਤਲਬ ਜਿਸ ਸਮੇਂ ਦੇ ਵਿੱਚ ਉਹਨਾਂ ਦੇ ਜਿਹੜੇ ਹਨ ਪੁਰਾਣਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਲਿਖਿਆ ਹੋਇਆ ਹੈ ਇਸ ਦਾ ਮਹੱਤਮ ਕਿ ਇਸ ਸਮੇਂ ਆ ਕੇ ਜਿਹੜਾ ਇਸ਼ਨਾਨ ਕਰੇਗਾ ਉਹਨੂੰ ਵੱਡਾ ਫਲ ਮਿਲੇਗਾ। ਸੋ ਇਸ ਕਰਕੇ ਉਹੀ ਸਮੇਂ ਵਿੱਚ ਸਾਰੇ ਇਕੱਠੇ ਹੋਏ ਉੱਥੇ। ਅਨਗਨ ਨਰ ਭੇ ਕੁਲਖ ਉਤਾਰਨ। ਕਹਿਣ ਲੱਗੇ ਬੜੇ ਲੋਕ ਉੱਥੇ ਆਏ ਆਪੋ ਆਪਣੇ ਪਾਪਾਂ ਨੂੰ ਉਤਾਰਨ ਵਾਸਤੇ। ਤਹਾਂ ਜਾਏ ਡੇਰਾ ਕੀਆ ਸਵਾਮੀ। ਸਵਾਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਡੇਰਾ ਕੀਤਾ। ਵੱਡੀ ਭੀੜ ਲਖ ਅੰਤਰਯਾਮੀ। ਮਹਾਰਾਜ ਨੇ ਜਾਣਿਆ ਵੀ ਵੱਡੀ ਭੀੜ ਲੋਕਾਂ ਦੀ ਇੱਥੇ ਹੋਈ ਪਈ ਹੈ। ਸਭ ਕੇ ਹਿਰਦੇ ਮਲੀਨ ਬਿਲੋਕੰ। ਸਾਰਿਆਂ ਦੇ ਜਿਹੜੇ ਹਿਰਦੇ ਹਨ ਉੱਥੇ ਮਲੀਨ ਦੇਖੇ ਸਤਿਗੁਰਾਂ ਨੇ। ਜੋ ਵੀ ਉੱਥੇ ਆਏ ਹਨ ਮਲੀਨ ਮਤਲਬ ਕਿ ਗੰਦੇ ਹਨ, ਮੈਲੇ ਹਨ। ਕਿਉਂ ਮੈਲੇ ਹਨ? ਸਕਾਮਤਾ ਕਰਕੇ। ਉੱਥੇ ਕੋਈ ਵੀ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਨਹੀਂ ਆਇਆ, ਉੱਥੇ ਕੋਈ ਵੀ ਸੱਚ ਜਿਹੜਾ ਹੈ ਕਮਾਉਣ ਵਾਸਤੇ ਨਹੀਂ ਆਇਆ, ਉੱਥੇ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਨਹੀਂ ਆਇਆ। ਸਾਰੇ ਆਪੋ ਆਪਣੇ ਰੀਜ਼ਨਾਂ ਨੂੰ ਲੈ ਕੇ ਆਏ ਹਨ
ਤੇ ਕਿ ਸਾਨੂੰ ਇਹ ਮਿਲ ਜਾਵੇ, ਸਾਡਾ ਅਜ ਧੋਤਾ ਜਾਵੇ, ਇਹ ਪਾਪ ਹੋ ਜਾਵੇ ਜੇ ਸਾਰੇ ਹਨ। ਸੋ ਇਹ ਜਿਹੜੇ ਹਨ ਕੀਤੇ ਹੋਏ ਪਾਪਾਂ ਦਾ ਜੋ ਹੈ ਨਿਵਾਰਨ ਕਰਨ ਵਾਸਤੇ ਉੱਥੇ ਆਗੇ, ਪਰ ਪਾਪਾਂ ਤੋਂ ਜਿਹੜਾ ਹੈ ਕੋਈ ਵੀ ਨਫ਼ਰਤ ਕਰਨ ਵਾਲਾ ਨਹੀਂ। ਉਹਨਾਂ ਨੇ ਇਹ ਸੋਚਿਆ ਪੁਰਾਣੇ ਪਾਪ ਧੋ ਲੈਂਦੇ ਆ, ਅੱਗੇ ਜਾ ਕੇ ਹੋਰ ਕਰ ਲਾਂਗੇ, ਅਗਲੇ ਸਾਲ ਫੇਰ ਆ ਜਾਵਾਂਗਾ। ਸੋ ਇਸ ਤਰ੍ਹਾਂ ਕਰਕੇ ਜਿਹੜੇ ਹਨ ਮੈਲੇ ਹਨ। ਮਹਾਰਾਜ ਨੇ ਜਾਣਨਾ ਕੀਤਾ ਕਿ ਕੋਈ ਵੀ ਇੱਥੇ ਸੱਚਾ ਬੰਦਾ ਨਹੀਂ ਆਇਆ ਜਿਹਨੇ ਕਿ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ। ਨਿਰਮਲ ਕਰ ਮਨ ਕਿਨਹੋ ਨਾ ਰੋਕੰ। ਦੇਖੋ ਕਿਸੇ ਨੇ ਵੀ ਉੱਥੇ ਆਪਣਾ ਮਨ ਭਗਤੀ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਨਿਰਮਲ ਨਹੀਂ ਕੀਤਾ, ਨਾ ਹੀ ਉਹਨਾਂ ਦੇ ਵਿੱਚ ਐਸੀ ਕੋਈ ਖੁਆਇਸ਼ ਇੱਛਾ ਹੈ ਕਿ ਅਸੀਂ ਆਪਣਾ ਮਨ ਨਿਰਮਲ ਕਰ ਲਈਏ, ਪਾਪਾਂ ਤੋਂ ਦੂਰ ਕਰ ਲਈਏ ਤੇ ਸੱਚੇ ਪਰਮਾਤਮਾ ਦਾ ਨਾਮ ਜਪ ਕੇ ਉਸ ਨੂੰ ਪ੍ਰਾਪਤ ਕਰ ਲਈਏ। ਰੈਣ ਬੀਤੀ ਹੋਈ ਜਬ ਭੋਰਾ। ਜਦੋਂ ਸਾਰੀ ਰਾਤ ਬੀਤ ਗਈ ਤੇ ਦਿਨ ਚੜਿਆ, ਮੱਜਨ ਕਰਨ ਗਏ ਭਲ ਠੌਰਾ। ਸੋ ਕਹਿੰਦੇ ਚਲੇ ਗਏ ਜੀ ਸਾਰੇ ਹੁਣ ਇਕੱਠੇ ਹੋ ਕੇ, ਕਿਉਂਕਿ ਜਦੋਂ ਸੂਰਜ ਚੜ੍ਹਦਾ ਹੈ ਨਾ, ਸੋ ਸਨਸੈਟ ਦੇ ਹੁੰਦਿਆਂ ਸਮੇਂ ਇਹ ਕੀ ਕਰਦੇ ਨੇ, ਗੰਗਾ ਵਿੱਚ ਪ੍ਰਵੇਸ਼ ਕਰਦੇ ਨੇ। ਸੋ ਸੂਰਿਆ ਨਮਸਕਾਰ ਕਈ ਕਰਦੇ ਹਨ, ਕਈ ਜਿਹੜੇ ਹਨ ਫਿਰ ਸੂਰਜ ਵੱਲ ਦੇਖ ਕੇ ਫਿਰ ਉਹ ਨਦੀ ਦੇ ਵਿੱਚ ਇਸ਼ਨਾਨ ਕਰਦੇ ਹਨ। ਸੋ ਜਦੋਂ ਇਹ ਦਿਨ ਚੜਿਆ ਉਸ ਵੇਲੇ ਸਾਰੀ ਨਦੀ ਵਿੱਚ ਜਾਣਾ ਕੀਤਾ ਸਾਰਿਆਂ ਨੇ। ਕਈ ਲੱਛ ਮੱਜਨ ਨਰ ਕਰਹੀ। ਦੇਖੋ ਤੇ ਕਿੰਨੇ ਕੁ ਲੋਕ ਹਨ, ਕਈ ਲੱਖ, hundreds of thousand ਬੰਦੇ ਉੱਥੇ ਇਕੱਠੇ ਹੋਏ ਇਕੱਠੇ ਗੰਗਾ ਦੇ ਵਿੱਚ ਟੁੱਬੀਆਂ ਮਾਰਦੇ ਹਨ। ਭਾਉ ਭਗਤ ਕੋ ਉਰ ਮਹਿ ਧਰਹੀ। ਪਰ ਕਿਸੇ ਦੇ ਅੰਦਰ ਵੀ ਪ੍ਰੇਮਾ ਭਗਤੀ ਦੇ ਜਿਹੜਾ ਹਨ ਇੱਛਾ ਨਹੀਂ ਹੈ, ਕੋਈ ਵੀ ਪ੍ਰੇਮਾ ਭਗਤੀ ਕਰਨ ਵਾਲਾ ਉੱਥੇ ਨਹੀਂ ਸੀ। ਤੇ ਸੂਰਜ ਕੋ ਨੀਰ ਕਨੇਰਾ। ਦੇਖੋ ਸਾਰੇ ਉਸ ਜਿਹੜੇ ਹਨ ਗੰਗਾ ਵਿੱਚ ਵੜ ਕਰਕੇ ਤੇ ਸੂਰਜ ਵੱਲ ਉਹ ਪਾਣੀ ਜਿਹੜਾ ਹੈ ਸੁੱਟ ਰਹੇ ਹਨ। ਸੋ ਸੂਰਜ ਵੱਲ ਪਾਣੀ ਦਿੰਦੇ ਹਨ। ਫਿਰ ਨਹਿ ਮਨ ਛਿਨ ਚਾਹੁੰਦੇ ਸਫੇਰਾ। ਦੇਖੋ ਥਿਰ ਉਹਨਾਂ ਦਾ ਮਨ ਜਿਹੜਾ ਹੈ ਸਟੈਂਡ ਸਟਿਲ ਨਹੀਂ ਹੈ, ਹਰ ਪਾਸੇ ਭੜਕਣ ਵਾਲਾ ਉਹਨਾਂ ਦਾ ਮਨ ਹੈ ਤੇ ਚਾਰੇ ਪਾਸੇ ਨਿਗਾਹ ਵੀ ਮਾਰਦੇ ਹਨ, ਇੱਧਰ ਉੱਧਰ ਦੇਖੀ ਵੀ ਜਾਂਦੇ ਹਨ, ਕਿਸੇ ਦਾ ਧਿਆਨ ਨਹੀਂ ਹੈਗਾ। ਬਸ ਉਹਨਾਂ ਨੇ ਇੱਕ ਰਿਚੁਅਲ ਨੂੰ ਪੂਰਾ ਕਰ ਰਹੇ ਹਨ ਕਿ ਪਾਣੀ ਅੰਦਰ ਵੜ ਕਰਕੇ ਪਾਣੀ ਨੂੰ ਜਿਹੜਾ ਉਛਾਲੇ, ਜਿਹੜਾ ਪਾਣੀ ਦੇ ਬੁੱਕ ਭਰ ਕੇ ਸੂਰਜ ਵੱਲ ਸੁੱਟਦੇ ਹਨ। ਤਿਨ ਕੇ ਵਿੱਚ ਪਹੁੰਚੇ ਜਬ ਹੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਅੰਦਰ ਜਾ ਪਹੁੰਚੇ, ਨਾਨਕੀਨ ਸ੍ਰੀ ਗੁਰ ਤਬ ਹੀ। ਮਹਾਰਾਜ ਆਪ ਵੀ ਗੰਗਾ ਵਿੱਚ ਜਾ ਪ੍ਰਵੇਸ਼ ਹੋਏ। ਸਤਿਗੁਰੂ ਜੀ ਆਪ ਵੀ ਗੰਗਾ ਵਿੱਚ ਜਾ ਖੜੇ ਜਿਵੇਂ ਸਾਰੇ ਖੜੇ ਸਨ। ਪਸਚਮ ਦੇਸ ਮੁਖ ਕਰ ਗੁਣ ਖਾਨੀ। ਹੁਣ ਸਾਰੇ ਜਿਹੜਾ ਹਨ ਸਨਰਾਈਜ਼ ਜਿਹੜਾ ਹੈ ਇਹ ਹੁੰਦਾ ਹੈ ਪੂਰਬ ਵੱਲ, ਈਸਟ ਵੱਲ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕੀ ਕੀਤਾ, ਉੱਥੇ ਸੂਰਜ ਵੱਲ ਪਿੱਠ ਕਰ ਲਈ ਸਤਿਗੁਰਾਂ ਨੇ, ਵੈਸਟ ਵੱਲ ਆਪਣਾ ਮੂੰਹ ਕਰ ਲਿਆ ਤੇ ਉਸ ਵੇਲੇ ਸਤਿਗੁਰੂ ਜੀ ਉੱਥੇ ਖੜ ਕਰਕੇ ਕਰ ਅੰਜੁਲ ਸੋ ਸਿੰਚਤ ਪਾਣੀ। ਮਹਾਰਾਜ ਆਪਣੀਆਂ ਜਿਹੜਾ ਅੰਜਲੀ ਹੁੰਦਾ ਹੈ ਬੁਰਕ, ਸੋ ਜਿਹੜਾ ਹੈ ਆਪਣੇ ਜਿਹੜੇ ਹਨ ਬੁੱਕ ਭਰਨਾ, ਸੋ ਇਹ ਬੁੱਕ ਭਰ ਕੇ ਵੈਸਟ ਵੱਲ ਸੱਟਣ ਲੱਗੇ। ਹੁਣ ਸਾਰੇ ਈਸਟ ਵੱਲ ਸੱਟਦੇ ਨੇ, ਗੁਰੂ ਨਾਨਕ ਸਾਹਿਬ ਜੀ ਵੈਸਟ ਵੱਲ ਸੱਟਣ ਲੱਗੇ। ਕਿਤਕ ਕਾਲ ਕਰ ਇਸੇ ਪ੍ਰਕਾਰ। ਕੁਝ ਕੁ ਸਮੇਂ ਤੱਕ ਸਤਿਗੁਰੂ ਜੀ ਵੈਸਟ ਵੱਲ ਜਿਹੜਾ ਹੈ ਪਾਣੀ ਉਛਾਲਦੇ ਰਹੇ। ਸੁਰਸਰ ਕੇ ਮਦ ਖਰੇ ਉਦਾਰਾ। ਮਹਾਰਾਜ ਜੋ ਉਧਾਰ ਹਨ, ਜੋ ਗਤੀ ਦੇਣ ਵਾਲੇ, ਮੁਕਤੀ ਦੇਣ ਵਾਲੇ, ਸਤਿਗੁਰੂ ਜੀ ਗੰਗਾ ਵਿੱਚ ਖੜੇ ਪੁੱਠੇ ਪਾਸੇ ਨੂੰ ਪਾਣੀ ਸੁੱਟ ਰਹੇ ਹਨ। ਲੋਕ ਬਿਲੋਕਤ ਅਚਰਜ ਮਨ ਹੈ। ਸੋ ਲੋਕ ਉਹਨਾਂ ਦਾ ਧਿਆਨ ਗੁਰੂ ਨਾਨਕ ਸਾਹਿਬ ਤੇ ਚਲਿਆ ਗਿਆ ਵੀ ਇਹ ਜਿਹੜੇ ਹਨ ਵੀ ਅਸੀਂ ਤਾਂ ਇੱਧਰ ਨੂੰ ਪਾਣੀ ਛੱਡਦੇ ਹਾਂ। ਤੇ ਲੋਕਾਂ ਨੂੰ ਤਾਂ ਕਈ ਵਾਰੀ ਸ਼ੱਕ ਇਹ ਹੁੰਦਾ ਕਿਤੇ ਵੈਸਟ ਨੂੰ ਸੱਟਣ ਵੱਲ ਜ਼ਿਆਦਾ ਤਾਂ ਨਹੀਂ ਫਲ ਮਿਲਦਾ। ਸੋ ਕਈਆਂ ਨੂੰ ਸ਼ੱਕ ਜਾ ਹੁੰਦਾ ਕਿਉਂਕਿ ਸਾਰੇ ਦੇਖਾ ਦੇਖੀ ਹੈ, ਭੇਡ ਚਾਲ ਹੈ, ਸਾਰੇ ਖੜੇ ਜੀ ਕਹਿੰਦੇ ਇੱਧਰ ਨੂੰ ਪਾਣੀ ਸੁੱਟੋ, ਸਾਰੇ ਇੱਧਰ ਨੂੰ ਸੁੱਟਣ ਲੱਗ ਜਾਂਦੇ ਹਨ। ਜਦੋਂ ਉਹਨੇ ਇਕੱਲੇ ਗੁਰੂ ਨਾਨਕ ਨੂੰ ਦੂਜੇ ਪਾਸੇ ਸੁੱਟਦਿਆਂ ਦੇਖਿਆ, ਉਹ ਕਹਿੰਦੇ ਕੀ ਪਤਾ ਇੱਧਰ ਨੂੰ ਹੋਰ ਕੁਛ ਨਾ ਹੋਵੇ। ਤੇ ਉਹ ਫਿਰ ਕਈਆਂ ਨੇ ਇਹ ਵੀ ਮੇਰੇ ਵਰਗਿਆਂ ਨੇ ਸੋਚਿਆ ਹੋਣਾ, ਕਹਿੰਦੇ ਵੀ 2 ਬੁੱਕ ਇੱਧਰ ਨੂੰ ਸੁੱਟ ਦਿੰਦੇ, 2 ਪਿੱਛੇ ਨੂੰ ਸੁੱਟ ਦਿੰਦੇ ਆ, ਕਿਤੇ ਤਾਂ ਫਲ ਮਿਲੂਗਾ ਹੀ। ਤੇ ਸੜਦੀ ਹੈ ਪਾਣੀ ਆਪਣਾ ਕੀ ਜਾਂਦਾ ਹੈ ਇਹ ਕੌਣ ਸੇ ਬਚਨ ਵਖਾਨਾ ਹੈ। ਤੇ ਜਿਹੜੇ ਉੱਥੇ ਪੰਡਿਤ ਲੋਕ ਸਨ ਉਹਨਾਂ ਨੂੰ ਫਿਕਰ ਲੱਗ ਗਿਆ, ਕਹਿੰਦੇ ਇਹ ਕੀ ਕਰ ਰਿਹਾ ਹੈ, ਕਹਿੰਦੇ ਇਹ ਕੌਣ ਹੈ, ਕਿੱਥੋਂ ਆਇਆ ਹੈ। ਹਾਂਜੀ ਫਿਰ ਕਹਿੰਦੇ ਸੇ ਬਚਨ ਬਖਾਨੇ। ਆ ਕੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੂੰ, ਹਿੰਦੂ ਕਿਦੋਂ ਤੁਰਕ ਹੈ ਕੋਈ। ਕਹਿਣ ਲੱਗੇ ਇਹ ਹਿੰਦੂ ਹੈ ਜਾਂ ਇਹ ਤੁਰਕ ਹੈ, ਇਹ ਕੌਣ ਹੈ, ਇਹ ਮੁਸਲਮਾਨ ਹੈ ਜਾਂ ਹਿੰਦੂ ਹੈ, ਇਹ ਹੈ ਕੌਣ। ਜਾਨੀ ਜਾਏ ਨਾ ਇਹ ਗਤ ਜੋਈ। ਕਿਸੇ ਕੋਲ ਇਹ ਜਿਹੜੀਆਂ ਹਨ ਇਹ ਜਾਣੀ ਨਹੀਂ ਜਾਂਦੀ। ਮਹਾਰਾਜ ਨੂੰ ਦੇਖ ਕਰਕੇ ਪਤਾ ਨਹੀਂ ਲੱਗ ਰਿਹਾ ਵੀ ਇਹ ਹਿੰਦੂ ਨੇ ਜਾਂ ਇਹ ਤੁਰਕ ਨੇ, ਕਿਉਂਕਿ ਮਹਾਰਾਜ ਦਾ ਲਿਬਾਸ ਹੀ ਕੁਝ ਇਸ ਜਿਹਾ ਸੀਗਾ, ਜਿਹੜਾ ਹਨ ਵਿਚਾਰੇ ਇੱਧਰ ਵੀ ਮਿਲਦਾ ਸੀ ਉੱਧਰ ਵੀ ਮਿਲਦਾ ਸੀਗਾ। ਸੋ ਕਹਿੰਦੇ ਇਹ ਪਤਾ ਨਹੀਂ ਕੌਣ ਹਨ। ਇਸ ਪ੍ਰਕਾਰ ਔਰ ਅਚਰਜ ਧਰ ਕੇ। ਸੋ ਉਹਨਾਂ ਨੇ ਮਨ 'ਚ ਬੜੀ ਹੈਰਾਨਗੀ ਜੀ ਧਾਰਨਾ ਕੀਤੀ ਵੀ ਇਹ ਹੈ ਕੌਣ, ਕਿੱਥੋਂ ਆ ਗਿਆ। ਵੀ ਜਦੋਂ ਦੇ ਅਸੀਂ ਇੱਥੇ ਗੰਗਾ ਦੀ ਪੂਜਾ ਕਰਾਉਂਦੇ ਹਾਂ ਜਾਂ ਇੱਥੇ ਜਿਹੜਾ ਹੈ ਪਾਣੀ ਸੂਰਜ ਨੂੰ ਦਿੰਦੇ ਹਾਂ, ਪਿੱਤਰਾਂ ਨੂੰ ਦਿੰਦੇ ਹਾਂ,
ਹੁਣ ਤੱਕ ਕਿਸੇ ਨੇ ਵੈਸਟ ਵੱਲ ਨਹੀਂ ਪਾਣੀ ਡੋਲਿਆ। ਇਹ ਪਤਾ ਨਹੀਂ ਕਿੱਧਰੋਂ ਆ ਗਏ ਹਨ ਇਹ। ਬੂਝਤ ਗੁਰ ਸੋ ਬਚਨ ਉਚਰ ਕੇ ਉਹਨਾਂ ਨੇ ਆ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਕਹਿੰਦੇ ਕਿ ਮਹਾਰਾਜ ਤੁਸੀਂ ਦੱਸੋ ਹੁਣ, ਹਿੰਦੂ ਕਿਦੋਂ ਤੁਰਕ ਤੂੰ ਕੋਈ, ਕਹਿਣ ਲੱਗੇ ਦੱਸੋ ਤੁਸੀਂ ਹਿੰਦੂ ਹੈ ਜਾਂ ਕੋਈ ਤੁਰਕ ਹੋ, ਕਹੋ ਸਾਚ ਨਹਿ ਰੱਖੋ ਗੋਈ, ਕਹਿਣ ਲੱਗੇ ਦੱਸੋ ਸਾਨੂੰ ਸੱਚੀ ਗੱਲ ਦੱਸ ਦਿਓ, ਲੁਕੋਇਓ ਨਾ, ਹੁਣ ਸੱਚ ਸੱਚ ਦੱਸੋ ਤੁਸੀਂ ਹਿੰਦੂ ਹੈ ਜਾਂ ਮੁਸਲਮਾਨ ਹੋ। ਤੁਰਕ ਜੇ ਹੈ ਗੰਗਾ ਕਿਉਂ ਆਇਓ, ਜੇ ਤੁਸੀਂ ਤੁਰਕ ਹੋ ਫਿਰ ਗੰਗਾ 'ਚ ਕੀ ਲੈਣ ਆਏ ਹੋ, ਤੁਹਾਡਾ ਕੀ ਕੰਮ ਗੰਗਾ ਵਿੱਚ ਆਉਣ ਦਾ। ਮਿਲ ਹਿੰਦੂਨ ਮੈਂ ਨਾਨ ਰਚਾਇਓ, ਹਾਂ ਤੁਸੀਂ ਜੇ ਤੁਰਕ ਹੋ ਮੁਸਲਮਾਨ ਹੋ ਫਿਰ ਹਿੰਦੂਆਂ ਵਿੱਚ ਰਲ ਕੇ ਕਿਉਂ ਤੁਸੀਂ ਨਹਾਉਂਦੇ ਹੋ। ਦੇਖੋ ਉਹ ਵੀ ਗਲਤ ਸੀਗਾ। ਹੁਣ ਜਿਹੜਾ ਹਿੰਦੂਆਂ ਦੇ ਵਿੱਚ ਕੋਈ ਤੁਰਕ ਨਹੀਂ ਆ ਸਕਦਾ ਨਹਾਉਣ ਵਾਸਤੇ, ਹਾਂਜੀ ਫਿਰ ਗੰਗਾ ਨਹੀਂ ਆ ਸਕਦਾ। ਸੋ ਇਸੇ ਤਰ੍ਹਾਂ ਮੁਸਲਮਾਨ ਕਹਿੰਦੇ ਨੇ ਵੀ ਸਾਡੀ ਮਸੀਤਾਂ 'ਚ ਤੁਸੀਂ ਨਹੀਂ ਆ ਸਕਦੇ। ਹਾਂਜੀ ਸੋ ਸਾਰੀ ਵੰਡ ਪਈ ਹੋਈ ਹੈ। ਇਸ ਪ੍ਰਕਾਰ ਕਰਕੇ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛਿਆ, ਜੇ ਹਿੰਦੂ ਪশ্ਚਮ ਮੁਖ ਕਰਕੇ, ਹਾਂ ਕਹਿਣ ਲੱਗੇ ਜੇ ਤੂੰ ਹਿੰਦੂ ਹੈ ਤਾਂ ਵੈਸਟ ਵੱਲ ਪਾਣੀ ਕਿਉਂ ਸਰਦਾ, ਕਿਉਂਕਿ ਜਿਹੜੇ ਮੁਸਲਮਾਨ ਨੇ ਉਹ ਵੈਸਟ ਵੱਲ ਮੂੰਹ ਕਰਕੇ ਜਿਹੜੇ ਨਮਾਜ਼ਾਂ ਪੜ੍ਹਦੇ ਆ ਨਾ, ਉਹ ਵੈਸਟ ਵੱਲ ਕਰਦੇ ਹੁੰਦੇ ਹਨ। ਸੋ ਕਹਿੰਦੇ ਵੀ ਜੇ ਤੁਸੀਂ ਹਿੰਦੂ ਹੋ ਤਾਂ ਫਿਰ ਇੱਧਰ ਨੂੰ ਕਿਉਂ ਕਰਦੇ ਹੋ ਫਿਰ। ਹਾਂਜੀ ਨਾਏ ਦੇਤ ਜਲ ਕਿਆ ਸੋ ਵਿਚਰ ਕੇ, ਹਾਂ ਕਹਿਣ ਲੱਗੇ ਤੁਸੀਂ ਨਹਾਉਂਦੇ ਹੋ ਗੰਗਾ ਦੇ ਵਿੱਚ, ਪਾਣੀ ਵੈਸਟ ਵੱਲ ਕਿਹਨੂੰ ਦੇ ਰਹੇ ਹੋ ਤੁਸੀਂ, ਕਿਹਦੇ ਵੱਲ ਸੱਟ ਰਹੇ ਆ। ਅਸੀਂ ਤਾਂ ਸੂਰਜ ਵੱਲ ਸੱਟਦੇ ਆ, ਪਿਤਰਾਂ ਵੱਲ ਸੱਟਦੇ ਆ, ਤੁਸੀਂ ਇੱਧਰਲੇ ਵੱਲ ਕਿਹਨੂੰ ਦਿੰਦੇ ਹੋ ਪਾਣੀ। ਇਹ ਤੇ ਦਿਸ ਕਿਸ ਕੋ ਦੇਵ ਹੈ ਪਾਣੀ, ਹਾਂ ਕਹਿੰਦੇ ਕਿਹਨੂੰ ਦਿੰਦੇ ਹੋ ਪਾਣੀ ਇੱਥੋਂ ਸੱਟ ਕੇ, ਕਹਿ ਕੇ ਕਹੇ ਰੀਤ ਨਹੀਂ ਠਾਨੀ, ਹਾਂ ਕਹਿ ਤੇ ਕਹੇ, ਕਹਿਣਗੇ ਇਹ ਕਿੱਥੋਂ ਤੁਸੀਂ ਰੀਤ ਕੱਢੀ ਆ, ਨਵਾਂ ਸਿਸਟਮ ਜਾਂ ਕੱਢ ਲਿਆ ਹੁਣ। ਹਾਂਜੀ ਸਾਨੂੰ ਤਾਂ ਇਹ ਦੱਸਿਆ ਗਿਆ ਵੀ ਇੱਧਰ ਨੂੰ ਸੱਟਣਾ ਹੈ, ਤੁਸੀਂ ਨਵਾਂ ਕੰਮ ਕਰ ਲਿਆ ਦੂਜੇ ਪਾਸੇ ਨੂੰ ਸੱਟਣ ਵਾਲਾ। ਸੁਣ ਕਰ ਬੋਲੇ ਕਿਰਪਾ ਨਿਧਾਨਾ, ਉਸ ਵੇਲੇ ਉਹਨਾਂ ਦੇ ਇਹ ਸਵਾਲ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਕਿਰਪਾ ਦੇ ਖਜ਼ਾਨੇ, ਤੁਮ ਇਤ ਦਿਸ ਜਲ ਦੇਹੋ ਕਿਆ ਜਾਨਾ। ਮਹਾਰਾਜ ਉਹਨਾਂ ਨੂੰ ਵਾਪਸ ਸਵਾਲ ਕੀਤਾ, ਕਹਿੰਦੇ ਮੈਨੂੰ ਇਹ ਦੱਸੋ ਪਹਿਲਾਂ ਤੁਸੀਂ ਇੱਧਰ ਈਸਟ ਵੱਲ ਕਿਉਂ ਪਾਣੀ ਸੁੱਟਦੇ ਹੋ, ਤੁਸੀਂ ਪਹਿਲਾਂ ਦੱਸੋ ਜੀ ਆਪਣਾ ਰੀਜ਼ਨ ਦੱਸੋ, ਤੁਸੀਂ ਈਸਟ ਵੱਲ ਕਿਉਂ ਪਾਣੀ ਸੁੱਟ ਰਹੇ ਹੋ। ਕਿਹ ਤੁਮ ਦੇਹੋ ਕੌਣ ਤੇ ਲੈ, ਹਾਂ ਕਿਹਨੂੰ ਤੁਸੀਂ ਪਾਣੀ ਦੇ ਰਹੇ ਹੋ, ਐ ਸੁੱਟਦੇ ਆ ਪਾਣੀ ਤੁਸੀਂ ਈਸਟ ਵੱਲ, ਇਹ ਪਾਣੀ ਤੁਸੀਂ ਕਿਸ ਵਾਸਤੇ ਸੁੱਟ ਰਹੇ ਹੋ, ਕਿਹਨੂੰ ਦੇ ਰਹੇ ਹੋ, ਤੇ ਕੌਣ ਤਹ ਲਈ, ਥੋੜਾ ਪਾਣੀ ਕੌਣ ਅੱਗੇ ਹੋ ਕੇ ਲੈ ਰਿਹਾ ਹੈ ਜਦ ਤੁਸੀਂ ਸੁੱਟ ਰਹੇ ਹੋ। ਪ੍ਰਥਮ ਬਤਾਵੋ ਮੁਝਕੋ ਸੇ, ਹਾਂ ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ, ਬਾਕੀ ਜਿਹੜਾ ਬਾਅਦ ਦਾ ਜਿਹੜਾ ਹਨ ਤੁਹਾਡੇ ਸਵਾਲ ਦਾ ਮੈਂ ਜਵਾਬ ਬਾਅਦ ਵਿੱਚ ਦਵਾਂਗਾ। ਨਰ ਬੋਲੇ ਜੇ ਪਿੱਤਰ ਹਮਾਰੇ, ਸੋ ਹੁਣ ਉਹ ਬੋਲ ਪਏ, ਕਹਿੰਦੇ ਜੀ ਦੇਖੋ ਜਿਹੜੇ ਹਨ ਕਹਿੰਦੇ ਨਰ ਬੋਲੇ, ਉਹ ਕਹਿੰਦੇ ਸਾਡੇ ਪਿੱਤਰ ਨੇ, ਪਿੱਤਰ ਉਹ ਹੁੰਦੇ ਜਿਹੜੇ ਆਪਣੇ ਵੱਡੇ ਵਡੇਰੇ ਮਰੇ ਹੁੰਦੇ ਨੇ, ਆਪਣੇ ਪੜਦਾਦਾ ਜਿਹੜੇ ਹਨ ਦਾਦੇ ਪੜਦਾਦੇ ਜਿੰਨੇ ਮਰੇ ਹੋਏ ਹੁੰਦੇ ਨੇ ਉਹਨਾਂ ਨੂੰ ਪਿੱਤਰ ਕਹੀਦਾ ਹੁੰਦਾ ਹੈ। ਕਹਿੰਦੇ ਸਾਡੇ ਪਿੱਤਰ ਜਿਹੜੇ ਹਨ, ਸਾਡੇ ਐਂਸੈਸਟਰਸ ਜਿਹੜੇ ਨੇ ਮਰੇ ਹੋਏ ਨੇ, ਉਹਨਾਂ ਨੂੰ ਅਸੀਂ ਪਾਣੀ ਦਿੰਦੇ ਹਾਂ। ਤਿਨ ਕੋ ਜਲ ਦੇ ਨਾਏ ਸਕਾਰ, ਹਾਂ ਕਹਿਣ ਲੱਗੇ ਉਹਨਾਂ ਨੂੰ ਅਸੀਂ ਪਾਣੀ ਦਿੰਦੇ ਤੇ ਦਿੰਦੇ ਵੀ ਅਸੀਂ ਸਵੇਰੇ ਦਿੰਦੇ ਆ ਵੀ ਵਿਚਾਰੇ ਇਸ਼ਨਾਨ ਕਰ ਲੈਣਗੇ, ਪਤਾ ਨਹੀਂ ਉੱਥੇ ਵਿਚਾਰੇ ਇਸ਼ਨਾਨ ਕਰਦੇ ਕਿ ਨਹੀਂ ਮਰ ਕੇ। ਹਾਂਜੀ ਉਹਨਾਂ ਨੂੰ ਅਸੀਂ ਪਾਣੀ ਤਾਂ ਸਵੇਰੇ ਸਵੇਰੇ ਦਿੰਦੇ ਹਾਂ ਵੀ ਵਿਚਾਰੇ ਇਸ਼ਨਾਨ ਕਰ ਲੈਣਗੇ ਠੰਡੇ ਸੋਹਣੇ ਪਾਣੀ ਗੰਗਾ ਦੇ ਨਾਲ। ਜਲ ਲੈ ਕਰ ਸੋ ਹੈ ਤ੍ਰਿਪਤਾਈ, ਹਾਂ ਕਹਿਣ ਲੱਗੇ ਫਿਰ ਉਹਨਾਂ ਵਾਸਤੇ ਪੀਣ ਵਾਸਤੇ ਵੀ ਪਾਣੀ ਚਾਹੀਦਾ ਹੈ, ਸੇ ਨਹਾ ਕੇ ਫਿਰ ਉਹਨਾਂ ਨੇ ਪਾਣੀ ਵੀ ਪੀਣਾ ਹੋਗਾ, ਇਸ ਕਰਕੇ ਅਸੀਂ ਉਹਨਾਂ ਵੱਲ ਪਾਣੀ ਛੱਟ ਰਹੇ ਹਾਂ। ਹਮਕੋ ਸਦਾ ਹੋਤ ਸੁਖਦਾਈ, ਹਾਂ ਕਹਿ ਲਗੇ ਪਿੱਤਰ ਸਾਡੇ ਹਮੇਸ਼ਾ ਹੀ ਸੁਖਦਾਈ ਆ, ਸਾਨੂੰ ਸੁਖ ਦੇਣ ਵਾਲੇ ਆ, ਕਿਉਂਕਿ ਐਂਸੈਸਟਰਸ ਨੂੰ ਮੰਨਦੇ ਨਹੀਂ ਵੀ ਸਾਡੀ ਮਦਦ ਕਰਦੇ ਨੇ ਇਨ ਦਾ ਹਿਡਨ ਵਰਲਡ ਦੇ ਵਿੱਚ, ਇਨ ਦਾ ਹਿਡਨ ਵੇ, ਹਾਂਜੀ ਸਾਡੀ ਮਦਦ ਕਰਦੇ ਨੇ। ਤੇ ਇਸ ਕਰਕੇ ਕਹਿੰਦੇ ਵੀ ਅਸੀਂ ਉਹਨਾਂ ਨੂੰ ਤਾਂ ਪਾਣੀ ਦਿੰਦੇ ਆ, ਉਹਨਾਂ ਦੀ ਸੇਵਾ ਤਾਂ ਕਰਦੇ ਆ, ਕਿਉਂਕਿ ਇਹ ਵੀ ਮਤਲਬ ਇਹ ਆ ਨਾ ਵੀ ਕਹਿੰਦੇ ਵੀ ਸਾਡੀ ਮਦਦ ਕਰਨਗੇ, ਵੀ ਜੇ ਅਸੀਂ ਉਹਨਾਂ ਦੀ ਸੇਵਾ ਕਰਾਂਗੇ ਸਾਨੂੰ ਸੁੱਖ ਮਿਲੂਗਾ। ਦੇਖੋ ਗਿਵ ਐਂਡ ਟੇਕ ਹੈ, ਹਾਂ ਮਰਿਆ ਨੂੰ ਵੀ ਨਹੀਂ ਛੱਡਦੇ, ਉਹਨਾਂ ਨਾਲ ਵੀ ਗਿਵ ਐਂਡ ਟੇਕ ਹੁੰਦਾ ਹੈ। ਸ੍ਰੀ ਗੁਰ 300 ਬੈਨ ਉਚਾਰੈ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਨਾ ਉਹਨਾਂ ਨੂੰ ਕੀ ਕਿਹਾ, ਕਿਤਕ ਦੂਰ ਹੈ ਪਿੱਤਰ ਤੁਮਾਰੇ। ਮਹਾਰਾਜ ਨੇ ਪੁੱਛਿਆ ਤੁਹਾਡੇ ਪਿੱਤਰ ਜਿਹੜੇ ਨੇ ਕਿੰਨੇ ਕੁ ਦੂਰ ਨੇ ਇੱਥੋਂ, ਹਾਊ ਫਾਰ ਆਰ ਯੋਰ ਐਂਸੈਸਟਰਸ ਫਰਮ ਹੇਅਰ, ਕਹਿੰਦੇ ਕਿੰਨੀ ਕੁ ਦੂਰ ਹੋਵੇਗਾ, ਕਿੰਨੇ ਕੁ ਦੂਰ ਉਹ ਬੈਠੇ ਹਨ। ਜਿਨ ਕੋ ਜਲ ਤੁਮ ਦੇਤ ਸਦਾਈ, ਹਾਂ ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਹੀ ਤੁਸੀਂ ਜਲ ਦਿੰਦੇ ਹੋ ਪਾਣੀ ਦਿੰਦੇ ਹੋ, ਉਹ ਕਿੰਨੀ ਕੁ ਦੂਰ ਹੋਣਗੇ ਇੱਥੋਂ। ਲੈ ਕਰ ਜੋ ਹੋਵਤ ਤ੍ਰਿਪਤਾਈ, ਹਾਂ ਫਿਰ ਉਹ ਪਾਣੀ ਉਹਨਾਂ ਨੂੰ ਮਿਲਦਾ ਵੀ ਹੈ, ਤੁਸੀਂ ਇਹ ਕਹਿੰਦੇ ਹੋ ਤੁਹਾਨੂੰ ਭਰੋਸਾ ਵੀ ਹੈ, ਜਿਹੜਾ ਤੁਸੀਂ ਪਾਣੀ ਛੱਡਦੇ ਉਹਨਾਂ ਨੂੰ ਮਿਲਦਾ ਵੀ ਹੈ। ਕਹਿੰਦੇ ਜਿਹੜਾ ਪਾਣੀ ਪੀ ਕੇ ਉਹ ਰੱਜਦੇ ਹਨ ਜਾਂ ਨਹਾਉਂਦੇ ਹਨ ਚੰਗੀ ਤਰ੍ਹਾਂ। ਨਰ ਬੋਲੇ ਮਤ ਵੰਨ ਹੈ ਜੋ, ਸੋ ਉਸ ਵੇਲੇ ਕਹਿੰਦੇ ਨਰ ਬੋਲੇ, ਕਹਿਣਗੇ ਜਿਹੜੇ ਸਿਆਣੇ ਬੰਦੇ ਹਨ ਨਾ ਉਹਨਾਂ ਨੇ ਸਾਨੂੰ ਇਹ ਦੱਸਿਆ ਹੈ, ਕਹਿੰਦੇ ਉਹ ਜਿਹੜੇ ਨਰ ਜਿਹੜੇ ਸਿਆਣੇ ਸੀ ਉਹਨਾਂ ਵਿੱਚ ਉਹ ਕਹਿੰਦੇ ਕਿਤਕ ਸਹੰਸਰ ਜੋਜਨ ਸੋ, ਕਹਿਣਗੇ ਕੋਈ ਹਜ਼ਾਰਾਂ ਜਿਹੜੇ ਹਨ ਜੋਜਨ ਦੂਰ ਹੈ, ਜਿਵੇਂ ਗਰੜ ਪੁਰਾਣ ਨੇ ਦੱਸਿਆ ਹੈ, ਕਹਿੰਦੇ ਉਹ ਜਿਹੜੇ ਹਨ 50,000 ਜੋਜਨ ਦੂਰ ਉਹ ਪਿੱਤਰਾਂ ਦਾ ਥਾਂ ਹੈ। ਤੇ ਜਿਹੜਾ ਭਾਗਵਤ ਹੈ ਇਹ ਦੱਸਦਾ ਹੈ 100,000 ਜੋਜਨ ਦੂਰ ਹੈ। ਸੋ 1 ਜੋਜਨ ਇਕੁਅਲ ਟੂ 5 ਕਿਲੋਮੀਟਰਸ ਵੀ ਕਰ ਲਓ,
ਇੱਕ ਕਹਿੰਦਾ ਹੈ 250,000 ਕਿਲੋਮੀਟਰਸ ਅਵੇ ਨੇ, ਇੱਕ ਭਾਗਵਤ ਕਹਿੰਦਾ ਹੈ ਕਿ 500,000 ਕਿਲੋਮੀਟਰਸ ਅਵੇ ਹਨ। ਸੋ ਕਹਿੰਦੇ ਵੀ ਸਾਨੂੰ ਤਾਂ ਸਿਆਣਿਆਂ ਨੇ ਇਹ ਦੱਸਿਆ ਹੈ ਵੀ ਇੰਨੀ ਦੂਰ ਨੇ ਸਾਡੇ ਐਂਸੈਸਟਰਸ ਸੁਣ ਬੈਠੇ ਹਨ ਵਿਚਾਰੇ। ਸ੍ਰੀ ਗੁਰ ਸੁਨ ਸਰੋਨਨ ਤਿਨ ਬਾਣੀ। ਮਹਾਰਾਜ ਨੇ ਜਦੋਂ ਉਹਨਾਂ ਦੀ ਇਹ ਗੱਲ ਸੁਣੀ ਆਪਣੇ ਕੰਨਾਂ ਦੇ ਨਾਲ, ਤੇਨ ਵਿਸਾਲ ਲਗੇ ਪੁਨ ਪਾਨੀ। ਹੁਣ ਮਹਾਰਾਜ ਉਹਨਾਂ ਨੂੰ ਐਗਜ਼ਾਮਪਲ ਦੇਣ ਵਾਸਤੇ, ਸਮਝਾਉਣ ਵਾਸਤੇ, ਗਿਆਨ ਦੇਣ ਵਾਸਤੇ ਸਤਿਗੁਰੂ ਜੀ ਬੋਲੇ, ਪਸ਼ਚਮ ਦਿਸ਼ਾ ਬਦਨ ਕੋ ਕਰਕੇ। ਤੇ ਮਹਾਰਾਜ ਉਸੇ ਵੇਲੇ ਵੈਸਟ ਵੱਲ ਆਪਣਾ ਮੂੰਹ ਕਰਕੇ ਫਿਰ ਪਾਣੀ ਛੱਟਣ ਲੱਗ ਗਏ। ਸੋ ਫਿਰ ਫੇਰ ਹੈ ਜਲ ਬਹੁ ਅੰਜਲ ਭਰ ਕੇ। ਉਹਨੇ ਭਰ ਭਰ ਕੇ ਸਤਿਗੁਰਾਂ ਨੇ ਨਾ ਵੱਡੀਆਂ ਵੱਡੀਆਂ ਬੁੱਕਾਂ ਭਰ ਭਰ ਕੇ ਪਾਣੀ ਦੀਆਂ ਸੱਟੀਆਂ ਜੀ, ਜਿੰਨਾ ਸੱਟ ਹੋਇਆ ਛੇਤੀ ਛੇਤੀ ਸੱਟਣ ਲੱਗੇ। ਬੂਝਣ ਲੱਗੇ ਬਹੁਰ ਨਰਸੋ। ਉਹ ਹੋਰ ਹੈਰਾਨ ਹੋ ਗਏ, ਕਹਿੰਦੇ ਲੈ ਪਹਿਲਾਂ ਤਾਂ ਏਦਾਂ ਕਿਹਾ ਥੋੜਾ ਸੱਟਦਾ ਸੀ, ਹੁਣ ਜ਼ਿਆਦਾ ਸੱਟਣ ਲੱਗ ਗਿਆ। ਕਹਿੰਦਾ ਜਦੋਂ ਦੱਸਿਆ ਵੀ ਸਾਡੀ ਰੀਜ਼ਨ ਕੀ ਆ, ਇਹਨਾਂ ਤਾਂ ਹੋਰ ਇਹਨਾਂ ਨੂੰ ਉਤਸ਼ਾਹ ਗਿਆ ਵੈਸਟ ਵੱਲ ਪਾਣੀ ਸੱਟਣ ਨੂੰ। ਤੈਨੇ ਜੇ ਬਾਤ ਬਤਾਏ ਨਾ ਕੋ। ਕਹਿਣ ਲੱਗੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ, ਕਿ ਸਾਡੀ ਗੱਲ ਤਾਂ ਤੁਸੀਂ ਸੁਣ ਲਈ, ਹੁਣ ਤੁਸੀਂ ਆਪਣੀ ਗੱਲ ਨਹੀਂ ਦੱਸੀ, ਤੁਸੀਂ ਇੱਧਰਲੇ ਵੱਲ ਕਿਉਂ ਪਾਣੀ ਸੱਟ ਰਹੇ ਹੋ ਵੈਸਟ ਵੱਲ? ਹਿੰਦੂ ਤੁਰਕ ਕੌਣ ਹੈ ਜਾਤੀ। ਕਹਿਣ ਲੱਗੇ ਹੁਣ ਤਾਂ ਦੱਸ ਦੋ ਤੁਸੀਂ ਹਿੰਦੂ ਆ ਜਾਂ ਤੁਰਕ ਹੋ, ਮੁਸਲਮਾਨ ਹੋ, ਦੱਸ ਦੋ ਸਾਨੂੰ, ਇੱਕ ਵਾਰੀ ਸਾਨੂੰ ਪਤਾ ਵੀ ਲੱਗ ਜਾਵੇ। ਇੱਥੇ ਦਿਸ ਜਲ ਦੇ ਕਿਹ ਤ੍ਰਿਪਤਾਤੀ। ਹਾਂ, ਇੱਥੇ ਤੁਸੀਂ ਕਿਹਨੂੰ ਪਾਣੀ ਦੇ ਰਹੇ ਹੋ, ਕਿਹਨੂੰ ਰਜਾ ਰਹੇ ਹੋ? ਦੋਹਰਾ ਸੁਣ ਕੇ ਬੋਲੇ ਬਚਨ ਕੋ ਸ੍ਰੀ ਬੇਦੀ ਕੁਲ ਕੇਤ। ਬੇਦੀ ਕੁਲ ਦੇ ਜਿਹੜੇ ਹਨ ਸ਼ਿੰਗਾਰ ਜਾਂ ਬੇਲੀ ਕੋ ਬੇਦੀ ਕੁਲ ਦੇ ਕਰਾਊਨ ਜਿਹੜੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਸੁਣ ਕੇ ਬੋਲੇ, ਜਬ ਸੁਰਸਰ ਨਾਵਨ ਆਇਓ ਪੁਰ ਨਿਜ ਬੋਇਓ ਖੇਤ। ਕਹਿੰਦੇ ਦੇਖੋ ਭਾਈ, ਅਸੀਂ ਨਾ ਆਏ ਆ ਪੰਜਾਬ ਤੋਂ, ਕਹਿੰਦੇ ਜਦੋਂ ਅਸੀਂ ਇੱਥੇ ਗੰਗਾ 'ਚ ਨਹਾਉਣ ਆਏ ਸੀਗੇ ਨਾ, ਅਸੀਂ ਖੇਤੀਬਾੜੀ ਕਰਕੇ ਆਏ ਆਪਣੀ ਉੱਥੇ, ਐਨ ਚੰਗੀ ਤਰ੍ਹਾਂ ਅਸੀਂ ਖੇਤੀਬਾੜੀ ਕਰਕੇ ਆਏ। ਹਾਂਜੀ, ਸੋ ਚੰਗੀ ਤਰ੍ਹਾਂ ਜਿਹੜੀ ਹੈ ਜਿਹੜਾ ਹਨ ਚੰਗੀ ਤਰ੍ਹਾਂ ਖੇਤ ਜਿਹੜੇ ਹਨ ਜਮਾ ਕੇ ਆਏ ਹਾਂ ਅਸੀਂ। ਚੌਪੇ ਨਹਿ ਜਲ ਦੇਨ ਹਾਰ ਕੋ ਪਾਛੇ। ਕਹਿੰਦੇ ਦੇਖੋ ਭਾਈ ਹੁਣ ਨਾ ਅਸੀਂ ਇੱਥੇ ਆ ਗਏ ਆ, ਪਿੱਛੇ ਨਾ ਸਾਡੇ ਨਾ ਕੋਈ ਪਾਣੀ ਦੇਣ ਵਾਲਾ ਨਹੀਂ ਖੇਤਾਂ ਨੂੰ, ਹੁਣ ਕਿਉਂਕਿ ਅਸੀਂ ਇੱਥੇ ਆ ਗਏ ਆ, ਖੇਤ ਬੋ ਕੇ ਆ ਗਏ, ਤੇ ਉੱਥੇ ਹੁਣ ਪਾਣੀ ਕੌਣ ਦਵੇਗਾ, ਕੋਈ ਪਾਣੀ ਦੇਣ ਵਾਲਾ ਨਹੀਂ ਘਰ ਹੈਗਾ ਸਾਡੇ। ਤੇ ਕੋ ਨੀਰ ਦਿਓ ਮੈਂ ਆਛੇ। ਹੁਣ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਵੀ ਮੇਰੇ ਖੇਤਾਂ ਨੂੰ ਪਾਣੀ ਪਹੁੰਚ ਜਾਵੇ, ਮੇਰੇ ਖੇਤ ਹਰੇ ਰਹਿਣ, ਮੈਂ ਉਹ ਖੇਤਾਂ ਵਾਸਤੇ ਪਾਣੀ ਇੱਧਰ ਨੂੰ ਸਿੱਟ ਰਿਹਾ ਹਾਂ। ਜਾਏ ਨਾ ਸੂਕ ਰਹਿ ਹਰਿਆਈ। ਹਾਂ, ਮੈਂ ਇਹ ਚਾਹੁੰਦਾ ਹਾਂ ਕਿ ਮੇਰਾ ਖੇਤ ਕਿਤੇ ਸੁੱਕ ਨਾ ਜਾਵੇ ਤੇ ਹਰਿਆਈ ਰਵੇ, ਇਸ ਕਰਕੇ ਮੈਂ ਨਾ ਪਾਣੀ ਛੱਤੀ ਬਹੁਤ ਜ਼ਿਆਦਾ ਪਾਣੀ ਛੱਟ ਰਿਹਾ, ਕਿਉਂਕਿ ਖੇਤ ਵਿੱਚ ਜ਼ਿਆਦਾ ਪਾਣੀ ਦੀ ਲੋੜ ਹੈ, ਇਸ ਕਰਕੇ। ਨਿਤ ਪਾਣੀ ਕੋ ਦੇਤ ਖੁਦ ਪੁਚਾਈ। ਹਾਂ, ਕਹਿਣ ਲੱਗੇ ਨਿਤ ਮੈਂ ਹਮੇਸ਼ਾ ਹੀ ਆ ਕੇ ਇੱਥੇ ਪਾਣੀ ਦਿੰਦਾ ਆਪਣੇ ਖੇਤਾਂ ਨੂੰ, ਮੇਰੇ ਖੇਤ ਹਰੇ ਰਹਿਣਗੇ। ਉੱਚੇ ਥਲ ਬੋਇਓ ਸੋ ਕਿਦਾਰਾ। ਹਾਂ, ਕਹਿੰਦੇ ਦੂਜੀ ਗੱਲ ਇਹ ਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਰੇ ਨਾ ਖੇਤ ਜਿਹੜੇ ਪਹਾੜੀ ਇਲਾਕੇ ਵਿੱਚ ਹਨ, ਉਹ ਥੋੜਾ ਜਿਹੀ ਪਹਾੜੀ ਜੀ ਆ ਉੱਥੇ, ਉਹ ਨਾ ਜਿਹੜੇ ਹਨ ਜਿਵੇਂ ਸਲੂਪ ਦੇ ਉੱਤੇ ਹਨ ਜਿੱਥੇ ਮੈਂ ਖੇਤ ਲਾਇਆ ਹੋਇਆ ਹੈ। ਘਰ ਜਾਵਤ ਬਰਖਾ ਕੋ ਬਾਰਾ। ਹਾਂ, ਕਹਿਣਗੇ ਜੇ ਮੀਂਹ ਪੈ ਵੀ ਜਾਂਦਾ ਨਾ, ਉਹ ਰੁੜ ਕੇ ਪਾਣੀ ਥੱਲੇ ਆ ਜਾਂਦਾ, ਉੱਥੇ ਠਹਿਰਦਾ ਨਹੀਂ, ਕਿਉਂਕਿ ਸਲੋਪ ਹੈ, ਪਾਣੀ ਨੇ ਠਹਿਰਨਾ ਨਹੀਂ ਉੱਥੇ, ਇਸ ਕਰਕੇ ਮੈਨੂੰ ਹਰ ਰੋਜ਼ ਪਾਣੀ ਦੇਣਾ ਪੈਂਦਾ ਹੈ, ਇਸ ਕਰਕੇ। ਸੁਣ ਨਰ ਜਾਨ ਬਾਵਰੋ ਕਹੈ। ਲੋਕੀ ਕਹਿੰਦੇ, ਲੋਕੀ ਨਾਲ ਪਤਾ ਕੀ ਕੀਤਾ, ਸੁਣ ਕੇ ਨਾ ਮੂੰਹ ਜੇ ਮੜੋੜ ਲਏ ਸਾਰਿਆਂ ਨੇ, ਮੂੰਹ ਜੇ ਵਿੰਗੇ ਜੇ ਕਰਕੇ ਇੱਕ ਦੂਜੇ ਨੂੰ ਦੇਖ ਕੇ ਹੱਸਣ ਲੱਗੇ, ਕਹਿੰਦੇ ਪਾਗਲ ਹੈ, ਇਹ ਤਾਂ ਬੰਦਾ ਪਾਗਲ ਹੈ। ਹਾਂਜੀ, ਇੱਕ ਦੂਜੇ ਨੂੰ ਇਹ ਕਹਿਣ ਲੱਗੇ, ਬਾਦ ਨੀਰ ਤੂੰ ਗੇਰਤ ਅਹੈ। ਕਹਿਣ ਲੱਗੇ ਭਾਈ ਦੇਖ ਅਸੀਂ ਤੇਰੇ ਜਜ਼ਬਾਤ ਨੂੰ ਜਾਣਦੇ ਹਾਂ, ਹਾਂਜੀ ਤੂੰ ਜਿਹੜਾ ਹੈ ਖੇਤ ਲਾ ਕੇ ਆਇਆ ਬਹੁਤ ਚੰਗੀ ਗੱਲ ਹੈ, ਪਰ ਕਹਿੰਦੇ ਨਾ ਸਾਡੀ ਇੱਕ ਗੱਲ ਸੁਣ ਲਾ, ਇਹ ਜਿਹੜਾ ਤੂੰ ਪਾਣੀ ਇੱਥੋਂ ਸੱਟ ਰਿਹਾ ਨਾ ਤੇਰੇ ਖੇਤਾਂ ਤੱਕ ਨਹੀਂ ਪਹੁੰਚ ਰਿਹਾ, ਵੈਰੀ ਸੌਰੀ ਟੂ ਸੇ ਲਾ ਨਾ, ਪਰ ਉਹ ਪਾਣੀ ਨਹੀਂ ਪਹੁੰਚ ਰਿਹਾ ਤੇਰੇ ਖੇਤਾਂ 'ਚ, ਕਿਵੇਂ ਪਹੁੰਚੂਗਾ? ਤੂੰ ਇੱਥੇ ਪਾਣੀ ਛੱਟੀ ਜਾਂਦਾ, ਜਾਂ ਪਾਣੀ ਤੂੰ ਸੜਦਾ ਉਹ ਫਿਰ ਗੰਗਾ 'ਚ ਪੈ ਜਾਂਦਾ, ਉਹ ਤੇਰੇ ਖੇਤਾਂ 'ਚ ਕਿਵੇਂ ਪਹੁੰਚਦਾ ਹੈ? ਖੇਤ ਮਾਹੇ ਨਹਿ ਜਾਵ ਹੈ ਕੈਸੇ। ਹਾਂ, ਕਹਿਣਗੇ ਕਿਵੇਂ ਜਾਏਗਾ ਤੇਰੇ ਖੇਤਾਂ ਵਿੱਚੋਂ ਪਾਣੀ? ਨਹੀਂ ਜਾਏਗਾ, ਇੱਥੇ ਛੱਟਿਆ ਇੱਥੇ ਰਹਿ ਜਾਣਾ ਪਾਣੀ, ਇਹੀ ਗੰਗਾ ਹੈ, ਕਿਤੇ ਨਹੀਂ ਜਾਂਦਾ ਪਾਣੀ। ਖਰੋ ਇਹਾਂ ਪਾਣੀ ਦੇ ਜੈਸੇ। ਹਾਂ, ਕਹਿਣ ਲੱਗੇ ਤੂੰ ਖੜਾ ਹੋ ਕੇ ਇੱਥੇ ਪਾਣੀ ਦੇਈ ਜਾਂਦਾ ਹੈ, ਸੁੱਟ ਕੇ ਗੰਗਾ 'ਚ ਪਾਈ ਜਾਂਦਾ ਹੈ, ਤੇਰੇ ਖੇਤ ਕਿਵੇਂ ਹਰੇ ਹੋ ਜਾਣਗੇ? ਕਹਾ ਖੇਤ ਠਾਡੋ ਤੂੰ ਕਹਾ। ਕਹਿੰਦੇ ਤੇਰੇ ਖੇਤ ਕਿੱਥੇ ਪੰਜਾਬ ਦੇ ਵਿੱਚ, ਕਿੱਥੇ ਤੂੰ ਖੜਾ ਹੁਣ? ਹਾਂਜੀ, ਕਿੰਨੇ 100 ਕਿਲੋਮੀਟਰ ਦੂਰ ਤੂੰ ਖੜਾ ਆਪਣੇ ਖੇਤਾਂ ਨਾਲੋਂ। ਕਿਉਂ ਪ੍ਰਾਪਤ ਪਾਣੀ ਹੋਇਆ ਤਹਾਂ। ਹਾਂ, ਕਹਿਣ ਲੱਗੇ ਦੱਸ ਭਾਈ ਸਿਆਣੇ ਬੰਦੇ ਆ, ਕਹਿੰਦੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਤੇਰਾ ਪਾਣੀ ਪਹੁੰਚਦਾ ਹੋਗਾ ਤੇਰੇ ਖਿਆਲ ਹੈ? 100 ਕਿਲੋਮੀਟਰ ਕਿੰਨੇ 100 ਕਿਲੋਮੀਟਰ ਦੂਰ ਤੇਰਾ ਖੇਤ ਹੈ, ਪਹੁੰਚ ਜੂ ਤੇਰਾ ਪਾਣੀ? ਹਾਂਜੀ, ਫਿਰ ਦੋਹਰਾ ਹਰੋ ਖੇਤ ਨਹਿ ਹੋਵਈ ਤੂੰ ਹੈ ਬੜੋ ਅਜਾਨ। ਕਹਿਣ ਲੱਗੇ ਭਾਈ ਕੋਈ ਨਹੀਂ, ਤੂੰ ਅਜਾਨ ਹੈ,
ਤੈਨੂੰ ਪਤਾ ਨਹੀਂ ਹੈ ਗੱਲ ਦਾ, ਪਰ ਅਸੀਂ ਤੈਨੂੰ ਦੱਸਦੇ ਹਾਂ ਇਹ ਪਾਣੀ ਤੇਰੇ ਖੇਤਾਂ 'ਚ ਨਹੀਂ ਪਹੁੰਚਣਾ, ਨਹੀਂ ਹਰੇ ਰਹਿਣੇ ਤੇਰੇ ਖੇਤ। ਬਹੁਤ ਲੋਕ ਮਿਲੇ ਤਹਿ ਭਏ, ਬੋਲੇ ਕਿਰਪਾ ਨਿਧਾਨ। ਉਸ ਵੇਲੇ ਨਾ ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਹੋਰ ਵੀ ਲੋਕ ਇੱਕ ਦੂਜੇ ਨੂੰ ਦੇਖ ਦੇਖ ਕੇ ਹੱਸਦੇ ਨੇ, ਕਈ ਮਖੌਲ ਕਰਦੇ ਨੇ, ਕਹਿੰਦੇ ਕਿਹੋ ਜਿਹਾ ਬੰਦਾ ਹੈ, ਕੀ ਸੋਚ ਰਿਹਾ ਜੀ, ਪੰਜਾਬ 'ਚ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ, ਇਹ ਕਰ ਰਿਹਾ। ਉੱਥੇ ਬਹੁਤ ਗੱਲਾਂ ਤੁਰ ਪਈਆਂ ਜੀ, ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਹਾਂਜੀ ਗੱਲਾਂ ਕਰਨ ਲੱਗ ਪਏ। ਸੂਰਜ ਨੂੰ ਭੁੱਲੇ ਗਏ, ਉਹ ਪਿੱਤਰਾਂ ਨੂੰ ਵਿਚਾਰਿਆਂ ਨੂੰ ਭੁੱਲੇ ਗਏ, ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਘੇਰ ਕੇ ਖੜ ਗਏ। ਚੌਪਈ ਸ੍ਰੀ ਪਰਮੇਸ਼ਰ ਤੁਮਹਿ ਭੁਲਾਇਓ। ਗੁਰੂ ਨਾਨਕ ਸਾਹਿਬ ਜੀ ਨਾ ਸਾਰੇ ਜੋ ਇਕੱਠੇ ਹੋ ਗਏ, ਐਨ ਠੀਕ ਹੋ ਗਿਆ ਕੰਮ। ਮਹਾਰਾਜ ਕਹਿੰਦੇ ਦੇਖੋ ਭਾਈ, ਉਹ ਜਿਹੜਾ ਮਾਇਆ ਦਾ ਪਤੀ ਪਰਮੇਸ਼ਰ ਹੈ ਨਾ, ਕਹਿੰਦੇ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਹੀ ਭੁਲਾ ਦਿੱਤਾ, ਤੁਸੀਂ ਸਾਰੇ ਇੱਥੇ ਖੜੇ ਭੁੱਲੇ ਹੋਏ ਹੋ। ਭਾਉ ਭਗਤ ਬਿਨ ਮਨ ਪਰਮਾਇਓ। ਪ੍ਰੇਮਾ ਭਗਤੀ ਤੋਂ ਬਗੈਰ ਤੁਹਾਡਾ ਮਨ ਜਿਹੜਾ ਹੈ ਭਰਮਾਂ ਵਿੱਚ ਭੁੱਲ ਗਿਆ ਹੈ, ਤੁਹਾਨੂੰ ਭਰਮ ਪੈ ਗਏ, ਤੁਸੀਂ ਜਿਹੜੇ ਹਨ ਇਲੂਸ਼ਨ ਵਿੱਚ, ਤੁਸੀਂ ਇੱਕ ਬਾਬਲ ਦੇ ਵਿੱਚ ਫਿਰਦੇ ਹੋ। ਮੇਰੋ ਅਹੈ ਸਮੀਪ ਕਿਦਾਰਾ। ਹਾਂ ਕਹਿਣ ਲੱਗੇ ਦੇਖੋ ਮੇਰੇ ਖੇਤ ਜਿਹੜੇ ਹਨ ਬਹੁਤ ਨੇੜੇ ਨੇ ਤੁਹਾਡਿਆਂ ਨਾਲੋਂ, ਜਿੱਥੇ ਤੁਸੀਂ ਪਾਣੀ ਸਿੱਟ ਰਹੇ ਹੋ ਨਾ ਉਹਦੇ ਬਰਾਬਰ ਤੇ ਤਾਂ ਮੇਰਾ ਖੇਤ ਤਾਂ ਬਾਲੀ ਨੇੜੇ ਹੈ, ਬਹੁਤ ਨੇੜੇ ਹੈ। ਤਾਂ ਕੋ ਪਹੁੰਚ ਨਾ ਸਕਈ ਬਾਰਾ। ਦੇਖੋ ਤੁਸੀਂ ਕਿਹਾ ਵੀ ਇੰਨੇ 100 200 ਕਿਲੋਮੀਟਰ ਹੋਊਗਾ, 300 ਕਿਲੋਮੀਟਰ, ਕਹਿੰਦੇ ਤੁਸੀਂ ਕਿਹਾ ਤਾਂ ਮੇਰਾ ਪਾਣੀ ਨਹੀਂ ਪਹੁੰਚਦਾ ਉੱਥੇ। 300 ਕਿਲੋਮੀਟਰ ਲਾ ਲਓ, ਚਲੋ ਆਪਾਂ 300 ਲਾ ਲਈਏ, ਕਹਿੰਦੇ 300 ਕਿਲੋਮੀਟਰ ਵੀ ਮੇਰਾ ਪਾਣੀ ਨਹੀਂ ਪਹੁੰਚਦਾ। ਤੁਮਰੇ ਪਿੱਤਰ ਦੂਰ ਅਧਿਕਾਈ। ਤੁਹਾਡੇ ਪਿੱਤਰ ਤਾਂ 500,000 ਕਿਲੋਮੀਟਰ ਦੂਰ ਨੇ, ਉਹਨਾਂ ਤੱਕ ਕਿਵੇਂ ਪਹੁੰਚਦਾ ਹੋਊਗਾ? ਜੇ ਮੇਰਾ ਪਾਣੀ ਇੰਨੇ ਕੁ ਕਿਲੋਮੀਟਰ 300 ਕਿਲੋਮੀਟਰ ਨਹੀਂ ਪਹੁੰਚਦਾ, ਤੁਹਾਡਾ ਪਾਣੀ 500,000 ਕਿਲੋਮੀਟਰ ਪਹੁੰਚ ਜਾਂਦਾ। ਕਹਿੰਦਾ ਇਹ ਸੋਚ ਲਓ ਭਾਈ, ਸੋ ਜਲ ਲੈ ਕੈਸੇ ਤ੍ਰਿਪਤਾਈ। ਉਹ ਵਿਚਾਰਿਆਂ ਨੂੰ ਕਿਵੇਂ ਪਾਣੀ ਮਿਲਦਾ ਹੋ? ਉਹੀ ਪਾਣੀ ਜਿਹੜਾ ਤੁਸੀਂ ਜਿਵੇਂ ਦੱਸਿਆ ਵੀ ਸੜਦੇ ਹੋ ਫਿਰ ਗੰਗਾ 'ਚ ਡਿੱਗਦਾ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਮਿਲਦਾ ਹੋ ਉਥੇ? ਉਹ ਕਿਵੇਂ ਰੱਜਦੇ ਹੋਣਗੇ ਪੀ ਕੇ? ਮੁਝੇ ਅਜਾਨ ਭਨਤ ਹੋ ਕੈਸੇ। ਕਹਿਣ ਲੱਗੇ ਮੈਨੂੰ ਤਾਂ ਤੁਸੀਂ ਅਜਾਨ ਕਹਿਤਾ, ਹੁਣ ਤੁਸੀਂ ਆਪਣੇ ਆਪ ਨੂੰ ਕੀ ਕਹੋਗੇ? ਤੁਸੀਂ ਕਹਿੰਦੇ ਮੈਂ ਤਾਂ ਭੁੱਲਿਆ ਹੋਇਆ, ਮੈਂ ਤਾਂ ਭੋਲਾ ਹਾਂ, ਤੁਸੀਂ ਆਪਣੇ ਆਪ ਨੂੰ ਹੁਣ ਕੀ ਕਹੋਗੇ? ਤੁਸੀਂ ਤੁਹਾਡਾ ਪਾਣੀ ਪਹੁੰਚਦਾ ਹੋਗਾ ਉੱਥੇ। ਹਾਂਜੀ ਵੱਡੇ ਅਜਾਨ ਭਏ ਤੁਮ ਐਸੇ। ਕਹਿਣਗੇ ਇਸ ਕਰਕੇ ਤੁਸੀਂ ਤਾਂ ਮੇਰੇ ਨਾਲੋਂ ਵੀ ਵੱਡੇ ਅਜਾਨ ਹੋ ਗਏ, ਮੈਂ ਤਾਂ ਅਜਾਨ ਹੈਗਾ ਹੀ ਆ, ਤੁਸੀਂ ਤਾਂ ਮੇਰੇ ਤੋਂ ਵੀ ਵੱਡੇ ਨਿਕਲੇ। ਹਾਂਜੀ ਅਸ ਕਹਿ ਤੂਸਨ ਭੇ ਜਗ ਸਾਈ। ਇਹ ਕਹਿ ਕਰਕੇ ਨਾ ਸਤਿਗੁਰੂ ਜੀ ਬਸ ਚੁੱਪ ਕਰਕੇ ਤੂਸ਼ਨ ਧਾਰ ਲਈ। ਬੈਠ ਰਹੇ ਤਬ ਤਿਸ ਹੀ ਥਾਈ। ਮਹਾਰਾਜ ਜੀ ਉੱਥੇ ਹੀ ਬੈਠੇ ਰਹੇ, ਜਾ ਕੇ ਗੰਗਾ ਦੇ ਤੱਟ ਤੇ ਬਹਿ ਗਏ। ਪੁੰਜ ਮਨੋਜ ਤਹਿ ਮੱਜਨ ਕਰਹੀ। ਉੱਥੇ ਜਿਹੜਾ ਹੈ ਪੁੰਜ ਮਨੋਜ ਜਿਹੜੇ ਹਨ ਸ਼੍ਰੋਮਣੀ, ਉਹਨਾਂ ਦੇ ਵੱਡੇ ਵੱਡੇ ਜਿਹੜੇ ਹਨ ਸਤਿਕਾਰਯੋਗ ਬੰਦੇ ਸਨ, ਲੀਡਰ ਸਨ, ਜਾਂ ਉਹਨਾਂ ਦੇ ਧਰਮਕ ਆਗੂ ਸਨ, ਉਹ ਇਸ਼ਨਾਨ ਕਰਕੇ ਆ ਗਏ ਜੀ ਸਾਰੇ। ਤੱਟ ਪਰ ਬੈਠ ਧਿਆਨ ਕੋ ਧਰਹੀ। ਉਹ ਮਹਾਰਾਜ ਜੀ ਤੱਟ ਤੇ ਬੈਠੇ ਸਨ, ਆਪਣਾ ਧਿਆਨ ਧਾਰ ਕੇ ਉਸ ਵੇਲੇ। ਦੋਹਰਾ ਕੋ ਸੰਧਿਆ ਲਾਗੇ ਕਰਨ, ਕੇਤਕ ਤਰਪਨ ਕੀਨ। ਕੀ ਹੋਇਆ ਜੀ ਉਸ ਵੇਲੇ ਨਾ ਸਨਸੈਟ ਹੋਣ ਲੱਗਿਆ, ਸਨਸੈਟ ਹੋ ਗਿਆ। ਫੇਰ ਵਿਚਾਰੇ ਖੜ ਗਏ ਪਾਣੀ ਦੇਣ ਵਾਸਤੇ ਆਪਣੇ ਪਿੱਤਰਾਂ ਨੂੰ, ਵੀ ਉਹ ਸ਼ਾਮਾਂ ਪੈ ਗਈਆਂ, ਸਨਸੈਟ ਹੋ ਗਿਆ। ਹਾਂਜੀ ਚਲੋ ਹੁਣ ਫੇਰ ਪਾਣੀ ਦਿਓ ਜੀ ਆਪਣੇ ਪਿੱਤਰਾਂ ਨੂੰ। ਤੂਸਨ ਹੋ ਬੈਠੇ ਕਿਤਕ ਕਰ ਮਹਿਮਾਲਾ ਲੀਨ। ਤੂਸ਼ਨ ਹੋ ਕਰ ਬੈਠੇ, ਸਤਿਗੁਰੂ ਜੀ ਚੁੱਪ ਕਰਕੇ ਬੈਠੇ ਹਨ, ਆਪਣੀ ਮਾਲਾ ਹੱਥ ਵਿੱਚ ਲੈ ਲਈ। ਮਹਾਰਾਜ ਜੀ ਬੈਠੇ ਹਨ ਆਪਣੀ ਮੌਜ ਵਿੱਚ। ਚੌਪੇ ਸ੍ਰੀ ਗੁਰ ਸਭ ਕੇ ਮਨ ਕੀ ਜਾਣੈ। ਮਹਾਰਾਜ ਨੇ ਸਾਰਿਆਂ ਦੇ ਮਨਾਂ ਦੀ ਜਾਣ ਲਈ ਵੀ ਇਹਨਾਂ ਦੇ ਮਨ ਵਿੱਚ ਕੀ ਚੱਲਦਾ ਹੈ। ਤਿਨਹਿ ਸੁਨਾਵੈ ਬਚਨ ਬਖਾਨੈ। ਉਸ ਵੇਲੇ ਸਤਿਗੁਰੂ ਨੇ ਉਹਨਾਂ ਨੂੰ ਸੁਣਾਉਣ ਵਾਸਤੇ ਸਤਿਗੁਰਾਂ ਨੇ ਇਹ ਬਚਨ ਕੀਤਾ। ਦੇਖੋ ਹਿੰਦੂ ਨਰਕ ਸਿਧਾਰ ਹੈ। ਦੇਖੋ ਕਹਿੰਦੇ ਹਿੰਦੂ ਚੱਲੇ ਨਰਕਾਂ ਨੂੰ। ਜਮ ਗਹਿ ਲੇਹ ਮਾਰ ਬਹੁ ਮਾਰ ਹੈ। ਕਹਿਣ ਲੱਗੇ ਨਾ ਜਿਹੜੇ ਹਨ ਦੇਖੋ ਚੱਲੇ ਹਨ ਹਿੰਦੂ ਨਰਕਾਂ ਨੂੰ, ਰਸਤੇ ਵਿੱਚ ਕੁੱਟ ਖਾਂਦੇ ਜਾਂਦੇ ਨੇ ਜਮਦੂਤਾਂ ਤੋਂ, ਜਮਦੂਤ ਕੁੱਟਦੇ ਜਾ ਰਹੇ ਹਨ। ਨਰ ਸੁਨ ਕਹੈ ਜਪਤਿਓ ਹਰ ਨਾਈ। ਕਹਿਣ ਲੱਗੇ ਉਹ ਆ ਗਏ ਜੀ ਬੰਦੇ, ਕਹਿੰਦੇ ਕਿਵੇਂ ਹੋ ਸਕਦਾ ਜੀ, ਅਸੀਂ ਤਾਂ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਾਂ, ਅਸੀਂ ਤਾਂ ਵਾਹਿਗੁਰੂ ਵਾਹਿਗੁਰੂ ਸੌਰੀ ਰਾਮ ਰਾਮ ਕਰਨ ਵਾਲੇ ਹਾਂ। ਕੈਸੇ ਇਹ ਨਰਕ ਕੋ ਜਾਏ। ਹਾਂ ਕਹਿਣ ਲੱਗੇ ਬੰਦੇ ਕਿਵੇਂ ਨਰਕ ਨੂੰ ਜਾਣਗੇ, ਇਹ ਤਾਂ ਰਾਮ ਰਾਮ ਕਰਦੇ ਰਹਿੰਦੇ ਸਾਰੀ ਦਿਹਾੜੀ, ਰਾਮ 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 ਰਾਮ, ਕਹਿੰਦੇ ਸਾਰੀ ਦਿਹਾੜੀ ਰਾਮ ਰਾਮ ਇਹਨਾਂ ਦਾ, ਇਹ ਕਿਵੇਂ ਜਾਣਗੇ। ਆਗਿਆ ਤੈ ਕੀਨੀ ਵਿਪਰੀਤਾ। ਹਾਂ ਕਹਿਣ ਲੱਗੇ ਦੇਖੋ ਭਾਈ ਹੁਣ ਲੋਕਾਂ ਨੇ ਵਾਰਨਿੰਗ ਦਿੱਤੀ, ਗੁਰੂ ਨਾਨਕ ਹੈ ਅੱਗੇ ਵੀ ਤੂੰ ਪੁੱਠਾ ਕੰਮ ਕੀਤਾ ਹੈ, ਲੋਕੀ ਈਸਟ ਵੱਲ ਛੱਡਦੇ ਤੂੰ ਵੈਸਟ ਵੱਲ ਪਾਣੀ ਛੱਡਦਾ ਹੈ, ਕਹਿੰਦੇ ਅੱਗੇ ਵੀ ਤੂੰ ਇਹੋ ਜਿਹਾ ਕੰਮ ਕੀਤਾ ਹੈ। ਅਬ ਕਸ ਬੋਲਤ ਭਇਓ ਅਪੀਤਾ। ਹਾਂ ਕਹਿਣ ਲੱਗੇ ਹੁਣ ਤੂੰ ਹੋਰੇ ਬੋਲਣ ਲੱਗ ਗਿਆ, ਤੈਨੂੰ ਡਰ ਨਹੀਂ ਹੈਗਾ ਪੂਰਾ ਤੇਰੇ ਮਨ ਦੇ ਵਿੱਚ? ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਥੋੜਾ ਡਰ ਰੱਖਿਆ ਕਰ ਆਪਣੇ ਮਨ ਦੇ ਵਿੱਚ, ਕੀ ਕਰਦਾ ਹੈ? ਪਹਿਲਾਂ ਤਾਂ ਤੂੰ ਪੁੱਠਾ ਕੰਮ ਕੀਤਾ, ਹੁਣ ਪੁੱਠੀਆਂ ਗੱਲਾਂ ਵੀ ਕਰਨ ਲੱਗ ਗਿਆ। ਸੁਦੇ ਮਗ ਕੇ ਪਾਵਨ ਹੇਤਾ। ਹਾਂ ਕਹਿਣ ਲੱਗੇ ਉਸ ਵੇਲੇ ਸੁਦੇ ਮਗ ਤੇ ਪਾਵਨ ਹੇਤਾ, ਜਿਹੜਾ ਸ਼ੁੱਧ ਮਾਰਗ ਹੈ, ਚੰਗੇ ਮਾਰਗ ਤੇ ਪਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੰਨ ਬੋਲੇ ਬੇਦੀ ਕੁਲ ਕੇਤਾ। ਗੁਰੂ ਨਾਨਕ ਸਾਹਿਬ ਜੀ ਫਿਰ ਬੋਲੇ, ਸਤਿਗੁਰੂ ਮਹਾਰਾਜ ਨੇ ਇਹਦਾ ਜਵਾਬ ਦਿੱਤਾ। ਜੇ ਤੁਮ ਨਾਮ ਵਿਖੈ ਲਿਵ ਲਾਭ ਹੋ। ਮਹਾਰਾਜ ਕਹਿੰਦੇ ਚੰਗਾ ਫਿਰ ਜੇ ਤੁਹਾਡੀ ਲਿਵ ਰਾਮ ਨਾਮ ਦੇ ਵਿੱਚ ਲੱਗੀ ਹੋਈ ਹੈ,
ਜੇ ਤੁਸੀਂ ਆਪਣਾ ਕਨਸੈਂਟਰੇਸ਼ਨ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਰੱਖਦੇ ਹੋ, ਕਿਉਂ ਤੁਮ ਅੰਤ ਅਧੋਗਤ ਜਾਵ ਹੋ। ਫਿਰ ਤੁਹਾਨੂੰ ਨੀਚ ਗਤੀ ਕਿਉਂ ਮਿਲਦੀ ਹੈ? ਕਿਉਂ ਫਿਰ ਤੁਹਾਨੂੰ ਪਾਣੀ ਡੋਲਣਾ ਪੈਂਦਾ ਆਪਣੇ ਪਿੱਤਰਾਂ ਵਾਸਤੇ? ਮਤਲਬ ਥੋੜਾ ਕੋਈ ਵੀ ਪਿੱਤਰ ਜਿਹੜਾ ਹੈ ਲਿਬਰੇਟ ਨਹੀਂ ਹੋਇਆ, ਮੁਕਤ ਨਹੀਂ ਹੋਇਆ, ਉਹਨੂੰ ਤੁਹਾਨੂੰ ਆ ਕੇ ਪਾਣੀ ਦੇਣਾ ਪੈਂਦਾ ਹਰ ਸਾਲ। ਕੀ ਗੱਲ ਹੈ ਇਹਦੇ ਵਿੱਚ? ਕਹਿੰਦੇ ਹਾਂਜੀ ਉਹ ਹਜੇ ਉਹ ਮੁਕਤੀ ਹੋਈ ਨਹੀਂ ਉਹਨਾਂ ਦੀ, ਤੇ ਤੁਸੀਂ ਕਹਿੰਦੇ ਤੁਸੀਂ ਨਾਮ ਬੜਾ ਜਪਦੇ ਹੋ, ਰਾਮ ਰਾਮ ਕਰਦੇ ਰਹਿੰਦੇ ਹੋ, ਫਿਰ ਉਹਨਾਂ ਨੂੰ ਤੁਹਾਨੂੰ ਪਾਣੀ ਦੇਣਾ ਪੈਂਦਾ ਹੈ। ਇਹ ਕੀ ਗੱਲ ਹੋਈ? ਇੱਕ ਗੱਲ ਹੋ ਗਈ, ਜਾਂ ਤਾਂ ਉਹ ਲਿਬਰੇਟ ਹੋ ਗਏ ਜਾਂ ਹਜੇ ਫਿਰ ਭੜਕਦੇ ਫਿਰਦੇ ਆ ਕਿਤੇ, ਜਿਨ੍ਹਾਂ ਨੂੰ ਤੁਸੀਂ ਪਾਣੀ ਦਿੰਦੇ ਹੋ ਆ ਕੇ। ਲੈ ਮਾਲਾ ਬੈਠੇ ਕਰ ਮਾਹੀ। ਹਾਂ, ਲੈ ਕਰ ਮਾਲਾ ਬੈਠੇ ਕਰ ਮਾਹੀ। ਤੁਸੀਂ ਇਹ ਬਹੁਤ ਬੰਦੇ ਦੇਖੇ ਆ, ਕਹਿੰਦੇ ਦੇਖੋ ਹਰ ਇੱਕ ਦੇ ਹੱਥ 'ਚ ਮਾਲਾ ਹੈ। ਲੋਕਾਂ ਨੂੰ ਕਈ ਆਦਤ ਹੈ ਨਾ, ਹੱਥ 'ਚ ਮਾਲਾ ਹੁੰਦੀ ਹੈ, ਬਸ ਉਹ ਹੱਥ 'ਚ ਮਾਲਾ ਫੜਨੀ ਇੱਕ ਜਿਵੇਂ ਜਿਵੇਂ ਜੁਵਲਰੀ ਹੈ। ਹਾਂਜੀ, ਜਿਵੇਂ ਹਰ ਇੱਕ ਦੇ ਗਲ ਵਿੱਚ ਹਾਰ ਹੁੰਦਾ ਹੈ, ਨੈਕਲੈਸ ਹੁੰਦਾ ਹੈ। ਇਹ ਜਿਹੜੇ ਲੋਕ ਜਾਂਦੇ ਨੇ ਗੰਗਾ ਨੂੰ ਜਾਂ ਹਰਿਦੁਆਰ ਨੂੰ, ਇਹਨਾਂ ਦੇ ਹੱਥ ਵਿੱਚ ਮਾਲਾ ਹੁੰਦੀ ਹੈ। ਸੋ ਮਾਲਾ ਲੈ ਕੇ ਤੁਰ ਕੇ ਫਿਰਦੇ ਰਹਿੰਦੇ ਆ, ਰਾਮ 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 ਰਾਮ। ਤੇ ਜਿਹੜਾ ਕੁਝ ਦੇਖਿਆ ਉਹ ਵੀ ਰਾਮ, ਘਰ ਵਾਲੀ ਵੀ ਰਾਮ, ਹਾਂਜੀ ਇਹ ਵੀ ਰਾਮ, ਗਰਲਫ੍ਰੈਂਡ ਵੀ ਰਾਮ, ਸਭ ਕੁਝ ਰਾਮ ਹੀ ਰਾਮ ਹੈ ਇਹਨਾਂ ਦਾ। ਸੋ ਇਹਨਾਂ ਦਾ ਜਿਹੜਾ ਹੈ ਉਹ ਰਾਮ ਰਾਮ ਕਹਿਣਾ, ਉਹ ਪਰਮੇਸ਼ਰ ਨੂੰ ਨਹੀਂ ਕਹਿੰਦੇ ਨਾ। ਲੋਗਨ ਰਾਮ ਖਿਲੋਣਾ ਜਾਣਾ ਨਾ, ਇਉਂ ਬਾਣੀ ਵਿੱਚ ਵੀ ਆਉਂਦਾ ਹੈ। ਮਹਾਰਾਜ ਕਹਿੰਦੇ ਲੋਕਾਂ ਨੇ ਤਾਂ ਰਾਮ ਨੂੰ ਖਿਡੌਣਾ ਬਣਾ ਕੇ ਛੱਡਿਆ ਹੋਇਆ ਹੈ। ਮਨ ਸਥਿਰ ਇੱਕ ਛਿਨ ਭੀ ਨਾਹੀ। ਹਾਂ, ਕਹਿੰਦੇ ਮਨ ਸਥਿਰ, ਮਨ ਜਿਹੜਾ ਹੈ ਇੱਕ ਸੈਕਿੰਡ ਵੀ ਜਿਹੜਾ ਹੈ ਸਟੈਂਡ ਸਟਿਲ ਨਹੀਂ ਹੁੰਦਾ, ਪਰਮਾਤਮਾ 'ਚ ਫੋਕਸ ਨਹੀਂ ਹੁੰਦਾ। ਇਹ ਭੜਕਦਾ ਹੀ ਫਿਰਦਾ ਰਹਿੰਦਾ ਹਰ ਵੇਲੇ, ਤੇ ਉਹ ਭੜਕਣ ਦੇ ਵਿੱਚ ਹੀ ਰਾਮ ਜੁੜਿਆ ਹੋਇਆ। ਉਹ ਰਾਮ ਕਰਕੇ ਭੱਜੀ ਜਾਂਦਾ, ਜਿਹੜੇ ਰਾਮ ਕਰਕੇ ਜੁੜਨਾ ਸੀ ਉਹੀ ਰਾਮ ਕਰਕੇ ਭੜਕਣਾ ਵਿੱਚ ਪਿਆ ਹੈ। ਲੋਕ ਦਿਖਾਵਨ ਹਿਤ ਦਿਨ ਰਾਤੀ। ਦੇਖੋ ਲੋਕਾਂ ਨੂੰ ਦਿਖਾਉਣ ਵਾਸਤੇ ਮੈਂ ਬਹੁਤ ਪਾਈਅਸ ਹਾਂ, ਤੇ ਲੋਕ ਜੋ ਦੇਖਦੇ ਹਨ ਰਾਮ 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 ਰਾਮ, ਪਤਾ ਨਹੀਂ ਮਨ 'ਚ ਕੀ ਚੱਲਦਾ ਹੈ, ਮੂੰਹ ਤੇ ਰਾਮ ਰਾਮ ਕਰਕੇ ਲੋਕਾਂ ਨੂੰ ਖੁਸ਼ ਕਰ ਦਿੰਦੇ ਹੋ। ਕਰੋ ਦੰਭ ਬੈਠੇ ਭਲ ਭਾਗੇ। ਹਾਂ, ਇਸ ਕਰਕੇ ਲੋਕਾਂ ਨੂੰ ਦੰਭ, ਪਖੰਡ, ਹਿਪੋਕ੍ਰੀਸੀ ਦਿਖਾਉਣ ਵਾਸਤੇ ਜਿਹੜੀਆਂ ਹਨ ਹਿਪੋਕ੍ਰਿਟ ਬਣ ਕੇ ਬੈਠੇ ਹੋ ਮਾਲਾ ਲੈ ਕੇ ਸਾਰੇ। ਦੋਹਰਾ ਕੈਸੇ ਜਪਤਾ ਨਾਮ ਤੂੰ ਮਨ ਪਠਿਓ ਮੁਲਤਾਨ। ਮਹਾਰਾਜ ਨੇ ਹੁਣ ਪੁੱਛਿਆ, ਜਿਹੜੇ ਉੱਥੇ ਬੈਠੇ ਸਨ ਨਾ ਕਈ, ਉਹਨਾਂ ਦੇ ਪੁੰਜ ਜਿਹੜੇ ਬੰਦੇ ਜਿਹੜੇ ਗੰਗਾ ਤੇ ਇਸ਼ਨਾਨ ਕਰਕੇ ਆ ਕੇ ਬਹਿ ਗਏ ਜੀ ਮਾਲਾ ਲੈ ਕੇ, ਸੋ ਉਹ ਤਾਂ ਬੈਠੇ ਹੁੰਦੇ ਵਿਚਾਰੇ ਵੀ ਕੋਈ ਆ ਕੇ ਮੇਰੇ ਮੂਹਰੇ ਪੈਸੇ ਧਰ ਜੂਗਾ, ਕੋਈ ਮੱਥਾ ਟੇਕ ਜੂ। ਸੋ ਉਹਨਾਂ ਦੀ ਇਨਕਮ ਹੈ, ਉਹਨਾਂ ਦਾ ਕੰਮ ਇਹ ਆ ਰੋਜ਼ ਦਾ। ਸੋ ਉਹ ਜਿਹੜੇ ਬੈਠੇ ਸਨ, ਮਹਾਰਾਜ ਨੇ ਉਹਨਾਂ ਨੂੰ ਕਿਹਾ, ਕਹਿੰਦੇ ਆਹ ਦੇਖੋ ਬੈਠਾ, ਇਹ ਰਾਮ ਰਾਮ ਕਰਦਾ ਮਾਲਾ ਲੈ ਕੇ, ਇਹਦਾ ਮਨ ਪਤਾ ਕਿੱਥੇ ਆ? ਮੁਲਤਾਨ 'ਚ ਤੁਰਿਆ ਫਿਰਦਾ। ਇਹ ਮੁਲਤਾਨ ਵਿੱਚ ਜਿਹੜਾ ਹੈ ਇਹ ਗੇੜੇ ਕੱਢਦਾ ਫਿਰਦਾ, ਉੱਥੇ ਆਪਣੇ ਮਨ ਕਰਕੇ ਉੱਥੇ ਮਨ ਇਹਦਾ ਭੜਕਦਾ ਫਿਰਦਾ ਹੈ। ਤੇਰੋ ਕਾਬਲ ਮਹਿ ਗਇਓ ਕਰੀਏ ਸਾਚ ਬਖਾਨ। ਜਿਹੜਾ ਬੋਲਦਾ ਸੀ ਨਾ, ਮਹਾਰਾਜ ਕਹਿੰਦੇ ਤੇਰਾ ਮਨ, ਤੂੰ ਰਾਮ ਰਾਮ ਕਰਦਾ, ਤੇਰਾ ਮਨ ਬੈਠਾ ਹੈ ਕਾਬੁਲ ਦੇ ਵਿੱਚ। ਹਾਂਜੀ, ਤੂੰ ਵਪਾਰ ਕਰੀ ਜਾਂਦਾ ਉੱਥੇ ਬੈਠਾ, ਪਤਾ ਨਹੀਂ ਕੀ ਖਰੀਦ ਦਾ ਮੁੱਲ ਲੈ ਰਿਹਾ ਤੂੰ, ਕਰੀਏ ਸਾਚ ਬਖਾਨ। ਮਹਾਰਾਜ ਕਹਿੰਦੇ ਦੱਸ ਹੈ ਕਿ ਨਹੀਂ ਤੇਰਾ ਮਨ ਕਾਬੁਲ ਦੇ ਵਿੱਚ? ਚੌਪੇ ਇੰਦਰਪ੍ਰਸਤ ਮਹਿ ਵਿਚਰਤ ਤੇਰਾ। ਹਾਂ, ਕਹਿਣ ਲੱਗੇ ਇੰਦਰਪ੍ਰਸਤ ਇੱਕ ਹੋਰ ਬੈਠਾ ਸੀ ਕੋਲੇ, ਉਹ ਮਹਾਰਾਜ ਵਾਲ ਦੇਖਣ ਲੱਗਿਆ ਵੀ ਮੈਂ ਵੱਡਾ ਭਗਤ ਹਾਂ। ਮਹਾਰਾਜ ਕਹਿੰਦੇ ਤੇਰਾ ਦਿੱਲੀ ਵਿੱਚ ਤੁਰਿਆ ਫਿਰਦਾ। ਹਾਂਜੀ, ਨਵੀਂ ਦਿੱਲੀ ਜਾਂ ਪੁਰਾਣੀ ਦਿੱਲੀ ਪਤਾ ਨਹੀਂ, ਕਹਿੰਦੇ ਪਰ ਉਹ ਦਿੱਲੀ 'ਚ ਤੁਰਿਆ ਫਿਰਦਾ ਸੀ। ਤੱਕੈ ਲਾਭ ਹਿਆ ਹੋਏ ਕਨੇਰਾ। ਹਾਂ, ਤੱਕੈ ਲਾਭ ਕਹਿਣ ਲੱਗੇ ਉੱਥੇ ਤੂੰ ਬਿਜ਼ਨਸ ਕਰ ਰਿਹਾ, ਜਾ ਕੇ ਕੋਈ ਚੀਜ਼ ਨੂੰ ਖਰੀਦ ਰਿਹਾ, ਤੂੰ ਸੋਚ ਰਿਹਾ ਕਿ ਇਹਦੇ 'ਚ ਲੈਣ 'ਚ ਫਾਇਦਾ ਜਾਂ ਇਹਦੇ 'ਚ ਲੈਣ 'ਚ ਫਾਇਦਾ ਹੈ, ਤੂੰ ਉਹਦੇ ਵਿੱਚ ਅੜਕਿਆ ਪਿਆ ਤੇਰਾ ਮਨ। ਜਹ ਜਹ ਮਨ ਸਭਨ ਕੋ ਗਾਏ। ਮਹਾਰਾਜ ਨੇ ਜਿੰਨੇ ਵੀ ਉੱਥੇ ਬੈਠੇ ਸਨ ਨਾ, ਸਾਰੇ ਪਖੰਡੀ ਜੇ ਮਾਲਾ ਲੈ ਕੇ, ਮਹਾਰਾਜ ਸਾਰਿਆਂ ਦੀ ਗੱਲ ਦੱਸਤੀ, ਤੇਰਾ ਮਨ ਇੱਥੇ ਹੈ, ਤੇਰਾ ਮਨ ਇੱਥੇ ਹੈ, ਤੇਰਾ ਮਨ ਇੱਥੇ ਹੈ। ਸਾਰਿਆਂ ਦੀ ਉਹ ਗੱਲ ਖੋਲ ਕੇ ਦੱਸਤੀ ਜੀ ਉਹਨਾਂ ਨੂੰ। ਸ੍ਰੀ ਗੁਰ ਤਹਾਂ ਬਤਾਵਤ ਭਏ। ਸਾਰਿਆਂ ਨੂੰ ਦੱਸਤਾ ਜੀ, ਉਹਨਾਂ ਦਾ ਪਾਜ ਖੋਲਤਾ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਉਹ ਕੀ ਕਰਦੇ ਸਨ। ਜਿਹੜੇ ਮੂੰਹ ਤੋਂ ਰਾਮ ਰਾਮ ਕਰਦੇ ਸਨ, ਦਿਲ ਜਿਹੜਾ ਅੰਦਰੋਂ ਮਨ ਵਿੱਚ ਕਿੱਥੇ ਤੁਰੇ ਫਿਰਦੇ ਸਨ। ਸਭ ਮਾਨਵ ਨੇ ਸੁਨ ਅਸ ਬੈਨੰ। ਸੋ ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਤੇ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਹਾਂ ਸੱਚ ਬੋਲਦਾ, ਮੇਰਾ ਮਨ ਤਾਂ ਹੈ ਹੀ ਇੱਥੇ ਸੀਗਾ। ਫਿਰ ਜਾਣਿਓ ਪਰਮੇਸ਼ਰ ਗਤ ਦੈਨ। ਉਹਨੇ ਜਾਣ ਲਿਆ, ਕਹਿੰਦੇ ਇਹ ਤਾਂ ਪਰਮੇਸ਼ਰ ਦਾ ਹੀ ਰੂਪ ਹੈ ਜੋ ਸਾਡੇ ਮਨ ਦੀ ਬੁਝ ਲਈ, ਇੱਕ ਦੀ ਨਹੀਂ ਸਾਰਿਆਂ ਦੀ ਉਹ ਬੁਝ ਕੇ ਸਾਰਿਆਂ ਦੀ ਉਹ ਦੱਸਤੀ ਇਹਨਾਂ ਨੇ। ਹਾਥ ਬੰਦ ਹੋਏ ਮਨ ਦੀਨੰ। ਉਹਨਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਅੱਗੇ ਆ ਕੇ ਮਨ ਦੀਨ ਕਰਕੇ, ਗਰੀਬ ਮਨ ਕਰਕੇ ਬੇਨਤੀ ਕੀਤੀ। ਚਰਨ ਕਮਲ ਪਰ ਬੰਦਨ ਕੀਨੰ। ਸਤਿਗੁਰੂ ਦੇ ਚਰਨਾਂ ਤੇ ਆ ਕੇ ਉਹਨਾਂ ਨੇ ਮੱਥਾ ਵੀ ਟੇਕਿਆ। ਬਿਨੈ ਭਨਤ ਭੂਲੇ ਹੈ ਤੁਮ ਤੇ। ਬੇਨਤੀ ਬੜੇ ਨਿਮਰਤਾ ਵਿੱਚ ਕਰਦੇ ਹਨ, ਮੱਥਾ ਟੇਕ ਕੇ ਸਤਿਗੁਰਾਂ ਨੂੰ, ਕਹਿੰਦੇ ਅਸੀਂ ਭੁੱਲ ਗਏ ਸਾਂ, ਭੁੱਲੇ ਹੈ ਤੁਮ ਤੇ, ਥਾਤੋਂ ਅਸੀਂ ਭੁੱਲ ਗਏ ਹਾਂ। ਬਖਸ਼ੋ ਗੁਣ ਹੈ ਭਏ ਜੋ ਹਮ ਤੇ। ਮਹਾਰਾਜ ਸਾਡੇ ਜਿਹੜੇ ਖਤਾ, ਸਾਡਾ ਜਿਹੜੀ ਗਲਤੀ ਹੈ, ਸਾਡਾ ਜਿਹੜਾ ਹੈ ਇਹ ਜਿਹੜਾ ਸਾਡੀ ਤੋਂ ਗਲਤੀ ਹੋਈ ਆ, ਮਹਾਰਾਜ ਤੁਸੀਂ ਮਾਫ ਕਰ ਦਿਓ। ਕਹਿੰਦੇ ਇਹ ਬਹੁਤ ਵੱਡੀ ਸਾਤੋਂ ਗਲਤੀ ਹੋ ਗਈ, ਅਸੀਂ ਤੁਹਾਨੂੰ ਪਛਾਣਿਆ ਨਹੀਂ। ਮਹਿਮਾ ਆਗੈ ਹਮ ਨਹਿ ਜਾਣੀ। ਤੁਹਾਡੀ ਮਹਿਮਾ ਤਾਂ ਅਸੀਂ ਨਹੀਂ ਜਾਣਦੇ ਸਾਨਾ, ਵੀ ਤੁਸੀਂ ਤਾਂ ਆਪ ਪਰਮੇਸ਼ਰ ਰੂਪ ਹੋ। ਅਬ ਜਾਣੀ ਤੁਮ ਹੋ ਗਤ ਦਾਨੀ। ਹੁਣ ਅਸੀਂ ਜਾਣਿਆ ਕਿ ਤੁਸੀਂ ਗਤੀ ਨੂੰ ਦੇਣ ਵਾਲੇ ਹੋ, ਮੁਕਤੀ ਨੂੰ ਦੇਣ ਵਾਲੇ ਹੋ। ਦੋਹਰਾ ਤਰਪਣ ਮਾਲਾ ਤਜ ਸਬੈ ਠਾਕੁਰ ਪੂਜਾ ਛੋਰ। ਦੇਖੋ ਉਹਨਾਂ ਨੇ ਤਰਪਣ ਵੀ ਛੱਡ ਦਿੱਤਾ, ਮਾਲਾ ਵੀ ਛੱਡ ਦਿੱਤੀ, ਠਾਕੁਰ ਦੀ ਪੂਜਾ ਛੱਡ ਕੇ ਸਾਰੀ। ਆਵ ਹੈ ਗੁਰੂ ਸਮੀਪ ਸਭ ਬੰਦ ਹੈ ਦੁਆ ਕਰ ਜੋਰ। ਸਾਰੇ ਹੱਥ ਜੋੜ ਕੇ ਬਹਿ ਗਏ, ਜਿਹੜੇ ਮੰਦਿਰ 'ਚ
ਜਿਹੜੀਆਂ ਟੱਲ ਟੁੱਲ ਜੇ ਵਜਾਉਂਦੇ ਸਨ ਸਾਰੇ ਛੱਡ ਕੇ ਆ ਗਏ। ਕਹਿੰਦੇ ਰੱਬ ਤਾਂ ਬਾਹਰ ਬੈਠਾ ਹੈ, ਆਪਾਂ ਕੀ ਮੰਦਰਾਂ ਵਿੱਚ ਕਰਦੇ ਆ। ਸਾਰਾ ਆਪਣਾ ਛੱਡ ਛੁੱਡ ਕੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਘੇਰ ਕੇ ਬਹਿ ਗਏ। ਚੌਪੇ ਅਬ ਤੁਮ ਸਿੱਖ ਆਪਣੇ ਕਰੀਏ। ਮਹਾਰਾਜ ਨੂੰ ਬੇਨਤੀ ਕੀਤੀ ਆ ਕਿ ਸਾਰਿਆਂ ਨੇ, ਮਹਾਰਾਜ ਹੁਣ ਆਪਣੇ ਸਿੱਖ ਬਣਾ ਲਓ, ਅਸੀਂ ਤੁਹਾਡੇ ਸਿੱਖ ਬਣਨਾ ਚਾਹੁੰਦੇ ਹਾਂ, ਸਾਨੂੰ ਸਿੱਖੀ ਬਖਸ਼ ਦਿਓ। ਪਦ ਰਜ ਦੇ ਪਾਪ ਪਰ ਹਰਗੇ। ਚਰਨਾਂ ਦੀ ਧੂੜੀ ਦੇ ਕੇ ਸਾਡੇ ਸਾਰੇ ਪਾਪ ਦੂਰ ਕਰ ਦਿਓ ਤੁਸੀਂ। ਭੁੱਲੇ ਹਮ ਮਗ ਦੇਹੋ ਬਤਾਈ। ਅਸੀਂ ਭੁੱਲੇ ਹੋਏ ਸਾਂ, ਮਹਾਰਾਜ ਤੁਸੀਂ ਮਾਰਗ ਪਾ ਦਿਓ, ਸਾਨੂੰ ਚੰਗੇ ਰਸਤੇ ਪਾ ਦਿਓ। ਅਸੀਂ ਤਾਂ ਪਖੰਡ ਵਿੱਚ ਫਸੇ ਫਿਰਦੇ ਸਾਂ। ਸਾਡੇ ਵਾਸਤੇ ਦਾ ਧਰਮ ਕਈਆਂ ਵਾਸਤੇ ਆਪਣੇ ਆਪ ਨੂੰ ਲੁਟਾਉਣਾ ਹੈ, ਕਈਆਂ ਦੇ ਵਾਸਤੇ ਧਰਮ ਉਹ ਹੈ ਕਿਸੇ ਨੂੰ ਲੁੱਟਣਾ। ਕਹਿੰਦੇ ਇਹ ਸਾਡਾ ਕੰਮ ਸੀ। ਜਿਹੜੇ ਹੋਰ ਨੇ ਉਹਨਾਂ ਨੇ ਪਖੰਡ ਦਿਖਾਉਣਾ ਹੈ, ਕਈਆਂ ਨੇ ਪਖੰਡ ਦੇਖਣਾ ਹੈ। ਕਹਿੰਦੇ ਇਹੀ ਕੰਮ 'ਚ ਅਸੀਂ ਫਸੇ ਹੋਏ ਹਾਂ। ਮਹਾਪੁਰਖ ਤੁਮ ਹੋ ਗਤਦਾਈ। ਤੁਸੀਂ ਮਹਾਪੁਰਖ ਹੋ, ਗਤੀ ਪਰਮਾਤਮਾ ਦੇ ਨਾਲ ਮਿਲਾਉਣ ਵਾਲੇ ਹੋ। ਸਾਰੇ ਸੰਸਾਰ ਦੇ ਪਾਪ ਕੱਟ ਕੇ ਤੁਸੀਂ ਗਤ ਮੁਕਤੀ ਨੂੰ ਦੇਣ ਵਾਲੇ ਹੋ। ਗੁਰੂ ਹਮਾਰੇ ਭੇ ਤੁਮ ਅਬਹੀ। ਤੁਸੀਂ ਸਾਡੇ ਗੁਰੂ ਹੋ। ਸਾਰਿਆਂ ਨੇ ਡਿਕਲੇਅਰ ਕਰਤਾ, ਕਹਿੰਦੇ ਤੁਸੀਂ ਅੱਜ ਤੋਂ ਸਾਡੇ ਗੁਰੂ ਹੋ, ਜੋ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ। ਇਸ ਪ੍ਰਕਾਰ ਕਹਿ ਬੰਦਾ ਸਭ ਹੀ। ਸਾਰਿਆਂ ਨੇ ਹੱਥ ਜੋੜ ਲਏ ਐਸੀ ਬੇਨਤੀ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਸ੍ਰੀ ਗੁਰ ਕਹੈ ਸੁਨੋ ਰੇ ਲੋਕੋ। ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਹੇ ਲੋਕੋ, ਇੱਕ ਗੱਲ ਸੁਣੋ ਤੁਸੀਂ ਸਾਰੇ। ਕੈਸੇ ਸਿੱਖ ਕਰੋ ਤੁਮਨੋ ਕੋ। ਕਹਿਣ ਲੱਗੇ ਮੈਂ ਤੁਹਾਨੂੰ ਆਪਣੇ ਸਿੱਖ ਕਿਵੇਂ ਬਣਾਵਾਂ। ਮਨ ਮਲੀਨ ਤੁਮ ਕਰ ਗੁਰ ਔਰੇ। ਕਹਿਣ ਲੱਗੇ ਥੋੜਾ ਤਾਂ ਮਨ ਮਲੀਨ ਹੈ, ਥੋੜਾ ਤਾਂ ਮਨ ਗੰਦਾ ਹੈ, ਹਜੇ ਵੀ ਵਿੱਚ ਮੈਲ ਹੈ ਤੁਹਾਡੀ ਹਉਮੈ ਦੀ। ਦੂਸਰੀ ਗੱਲ ਹੈ ਤੁਹਾਡਾ ਤਾਂ ਗੁਰੂ ਹੋਰ ਕੋਈ ਹੈ, ਤੁਸੀਂ ਹੋਰ ਕੋਈ ਨੂੰ ਕਿਸੇ ਨੂੰ ਗੁਰੂ ਪਹਿਲਾਂ ਹੀ ਬਣਾਈ ਬੈਠੇ ਹੋ, ਤੇ ਫਿਰ ਤੁਹਾਡੇ ਜੀਵਨ ਵਿੱਚ ਦੋ ਗੁਰੂ ਕਿਵੇਂ ਹੋ ਸਕਦੇ ਆ। ਯਾਨੀ ਇੱਕ ਮਿਆਨ ਵਿੱਚ ਇੱਕ ਤਲਵਾਰ ਪਵੇਗੀ, ਇੱਕ ਮਿਆਨ 'ਚ ਦੋ ਤਲਵਾਰਾਂ ਥੋੜੋ ਪੈਣੀਆਂ। ਕਹਿੰਦੇ ਇੱਕ ਗੁਰੂ ਚਾਹੀਦਾ ਹੈ ਨਾ, ਹੁਣ ਦੋ ਗੁਰੂ ਤਾਂ ਨਹੀਂ ਹੋ ਸਕਦੇ। ਸਮਝਤ ਹੋ ਤੁਮ ਹਮਕੋ ਬੌਰੇ। ਹਾਂ, ਕਹਿਣ ਲੱਗੇ ਤੁਸੀਂ ਸਾਨੂੰ ਪਾਗਲ ਸਮਝਦੇ ਹੋ। ਹਾਂਜੀ, ਪਹਿਲਾਂ ਹੀ ਗੁਰੂ ਹੋਰ ਕਿਸੇ ਨੂੰ ਬਿਠਾਈ ਬੈਠੇ, ਸਾਨੂੰ ਖੁਸ਼ ਕਰਨ ਵਾਸਤੇ ਸਾਨੂੰ ਵੀ ਗੁਰੂ ਬਣਾ ਲਓ। ਇਹ ਗੱਲ ਥੋੜੋ ਹੁੰਦੀ ਹੈ। ਜਿਵੇਂ ਕੋਈ ਕਵੇ ਦੋ ਬੋਟ ਖੜੇ ਹੋਣ ਨਦੀ ਦੇ ਕੰਢੇ ਤੇ, ਬੰਦਾ ਕਵੇ ਪਤਾ ਨਹੀਂ ਕਿਹੜਾ ਬੋਟ ਪਾਰ ਕਰੇਗਾ, ਤੇ ਸਿਆਣਾ ਬੰਦਾ ਮੇਰੇ ਵਰਗਾ ਕਹੂਗਾ ਇੱਕ ਪੈਰ ਇੱਕ ਬੋਟ 'ਚ ਪਾ ਲਾ, ਦੂਜਾ ਪੈਰ ਦੂਜੇ ਬੋਟ 'ਚ ਪਾ ਲਾ, ਵੀ ਚਲੋ ਇੱਕ ਬੋਟ ਡੁੱਬ ਗਿਆ, ਮੇਰੇ ਕੋਲ ਦੂਜਾ ਬੋਟ ਤਾਂ ਹੈਗਾ ਹੀ ਆ ਨਾ। ਕਹਿੰਦੇ ਕਈ ਲੋਕ ਐਸਾ ਸੋਚ ਕਰਕੇ ਉਹ ਆਪਣੇ ਪੈਰ ਦੋਵੇਂ ਪਾਸੇ ਫਸਾ ਕੇ ਰੱਖਦੇ ਨੇ। ਸੋ ਇਸ ਪ੍ਰਕਾਰ ਕਰਕੇ ਲੋਕਾਂ ਦਾ ਭਰੋਸਾ ਕਿਸੇ ਪਾਸੇ ਨਹੀਂ ਹੁੰਦਾ। ਦੇਖੋ ਹੁਣ ਪਰਮਾਤਮਾ ਵਿੱਚ ਕਿਹਦਾ ਭਰੋਸਾ ਹੈ। ਜਦੋਂ ਵੀ ਕੋਈ ਗੱਲਬਾਤ ਹੁੰਦੀ ਆ, ਕਹਿੰਦੇ ਘਰ 'ਚ ਰਾਸ਼ਨ ਰੱਖ ਲਓ, ਲੋਕ ਤੁਰ ਪੈਂਦੇ ਮੂੰਹ ਚੱਕ ਕੇ। ਹਾਂਜੀ, ਸਾਰਾ ਘਰ ਰਾਸ਼ਨ ਦੇ ਨਾਲ ਭਰ ਲੈਂਦੇ ਨੇ। ਭਰੋਸਾ ਕੋਈ ਨਹੀਂ ਪਰਮਾਤਮਾ ਤੇ, ਵੀ ਪਰਮਾਤਮਾ ਜਿਹੜਾ ਦੇਣ ਵਾਲਾ ਉਹ ਦੇਗਾ। ਹਾਂਜੀ, ਉਹਦੇ ਤੇ ਭਰੋਸਾ ਕੋਈ ਨਹੀਂ ਹੈਗਾ। ਹਾਂਜੀ, ਸੋ ਇਸ ਤਰ੍ਹਾਂ ਕਰਕੇ ਲੋਕਾਂ ਦਾ ਭਰੋਸਾ ਕੋਈ ਨਹੀਂ ਰੱਬ ਤੇ। ਕਹਿੰਦੇ ਹਨ ਸਾਰੇ ਅਸੀਂ ਰੱਬ ਨੂੰ ਮੰਨਦੇ ਹਾਂ, ਪਰ ਮੰਨਣ ਵਾਲੇ ਤਾਂ ਬਹੁਤ ਥੋੜੇ ਨੇ ਜਿਹੜੇ ਸੱਚਮੁੱਚ ਭਰੋਸਾ ਰੱਖਦੇ ਨੇ ਪਰਮੇਸ਼ਰ ਤੇ। ਕਹੈ ਸੁਨਰ ਅਬ ਤਜੈ ਨਾ ਤੁਮਕੋ। ਉਹ ਜਿਹੜੇ ਬੰਦੇ ਸਾਨੂੰ ਤੇ ਆਏ ਹੋਏ ਕਹਿੰਦੇ ਮਹਾਰਾਜ ਹੁਣ ਨਹੀਂ ਤੁਹਾਨੂੰ ਛੱਡਦੇ, ਮਹਾਰਾਜ ਬਸ ਹੁਣ ਤਾਂ ਤੁਹਾਡਾ ਲੜ ਫੜ ਲਿਆ, ਅਸੀਂ ਤੁਹਾਡੇ ਨਾਲ ਹੀ ਰਹਾਂਗੇ। ਕਿਉਂ ਕਹਿ ਬੈਨ ਭੁਲਾਵਤ ਹਮਕੋ। ਹਾਂ, ਕਹਿਣ ਲੱਗੇ ਤੁਸੀਂ ਇਹ ਜੇ ਗੱਲਾਂ ਕਰਕੇ ਸਾਨੂੰ ਦੂਰ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਭੁਲਾਉਣਾ ਚਾਹੁੰਦੇ, ਜਾਣਬੁੱਝ ਕੇ ਤੁਸੀਂ ਸਾਡੇ ਨਾਲ ਇਹ ਕਰਦੇ ਆ। ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਇਹ ਜਾਣਬੁੱਝ ਕੇ ਕਰਦੇ ਆ, ਤੁਸੀਂ ਆਪਣਾ ਖਹਿੜਾ ਛਡਾਉਣਾ ਚਾਹੁੰਦੇ ਸਾਡੇ ਤੋਂ, ਪਰ ਅਸੀਂ ਨਹੀਂ ਛੱਡਣ ਵਾਲੇ। ਕਹਿੰਦਾ ਅਸੀਂ ਫੜ ਕੇ ਰੱਖਾਂਗੇ ਤੁਹਾਡਾ ਲੜ। ਦੇਖੋ ਨਾ ਇੱਥੇ ਫਰਕ ਹੈ। ਹੁਣ ਜੇ ਇੱਥੇ ਕੰਪੇਅਰ ਕਰੀਏ ਨਾ, ਮਹਾਰਾਜ ਮੱਕੇ ਗਏ, ਮਦੀਨੇ ਗਏ, ਕਿੰਨੇ ਜਿਹੜੇ ਹਨ ਹੋਰ ਮੁਸਲਮਾਨੀ ਦੇਸ਼ਾਂ ਵਿੱਚ ਗਏ, ਐਸਾ ਦ੍ਰਿਸ਼ਟ ਹੋਰ ਕਿਤੇ ਨਹੀਂ ਆਇਆ। ਇੱਥੇ ਤਾਂ ਫਿਰ ਵੀ ਸਾਰੇ ਲੋਕ ਇਕੱਠੇ ਹੋ ਕੇ ਮਹਾਰਾਜ ਨੂੰ ਕਹਿੰਦੇ ਤੂੰ ਸਾਡਾ ਗੁਰੂ ਹੈ, ਸਾਨੂੰ ਸਿੱਖੀ ਦੇ ਦੇ, ਪਰ ਉੱਥੇ ਨਹੀਂ ਆਏ ਹੋਇਆ ਸੀਗਾ। ਦੇਖੋ ਫਰਕ ਆ ਨਾ, ਇਹ ਦੋ ਜਿਹੜੀਆਂ ਹਨ ਫਿਲਾਸਫੀਆਂ 'ਚ ਬਹੁਤ ਫਰਕ ਹੋ ਜਾਂਦਾ ਹੈ। ਕਿਉਂਕਿ ਇੱਥੇ ਹਜੇ ਵੀ ਧਰਮ ਨੂੰ ਮੰਨਣ ਵਾਲੇ ਆ, ਉੱਥੇ ਧਰਮ ਨੂੰ ਮੰਨਦੇ ਨੇ ਪਰ ਉਹਨਾਂ ਦਾ ਆਪਣਾ ਹੈ, ਵੀ ਅਸੀਂ ਆਪਣਾ ਰੱਖਣਾ ਹੈ। ਦੇਖੋ ਫਰਕ ਹੈ ਨਾ। ਸੋ ਇਸ ਪ੍ਰਕਾਰ ਕਰਕੇ ਦੋਹਰਾ ਰਹੇ ਚਰਨ ਲਪਟਾਏ ਜਬ ਗੁਰੂ ਮ੍ਰਿਦੁਲ ਕਹਿ ਬੈਨ। ਉਸ ਵੇਲੇ ਮਹਾਰਾਜ ਨੇ ਜਦੋਂ ਦੇਖਿਆ ਉਹ ਸਾਰੇ ਚਰਨਾਂ ਨੂੰ ਪਕੜ ਕੇ ਖੜ ਗਏ, ਗੁਰੂ ਮਹਾਰਾਜ ਦੇ ਚਰਨ ਪਕੜ ਲਏ, ਕਹਿੰਦੇ ਤੁਹਾਨੂੰ ਨਹੀਂ ਜਾਣ ਦਿੰਦੇ ਅਸੀਂ। ਜਦੋਂ ਮਹਾਰਾਜ ਨੇ ਐਸਾ ਦੇਖਿਆ ਤਾਂ ਮਹਾਰਾਜ ਨੇ ਬੜੇ ਮਿੱਠੇ ਜਿਹੜੇ ਹਨ ਬਚਨ ਕੀਤੇ। ਸਭ ਕੋ ਦੇ ਸੰਤੋਖ ਤਬ ਬੈਠ ਗਏ ਗੁਣ ਐਨ। ਮਹਾਰਾਜ ਨੇ ਸਾਰਿਆਂ ਨੂੰ ਸੰਤੋਖ ਦਿੱਤਾ, ਕਹਿੰਦੇ ਕੰਟੈਂਟਡ ਹੋ ਜਾਓ, ਬਹਿ ਜਾਓ ਹੁਣ। ਕਹਿੰਦੇ ਬੈਠ ਕਰਕੇ ਉਹਨਾਂ ਨੂੰ ਗੁਣ ਐਨ ਗੁਰੂ ਦੇ ਗੁਣਾ ਦੇ ਘਰ ਗੁਰੂ ਨਾਨਕ ਸਾਹਿਬ ਜੀ ਨੇ ਬਿਠਾ ਲਈ ਜੀ, ਸਾਰੇ ਸ਼ਾਂਤ ਚਿੱਤ ਕਰਕੇ। ਚੌਪੇ ਤਿੰਨ ਕੋ ਭੋਜਨ ਭਇਓ ਤਿਆਰੀ। ਉਸ ਵੇਲੇ ਭੋਜਨ ਤਿਆਰ ਹੋ ਗਿਆ, ਖਾਣਾ ਤਿਆਰ ਹੋ ਗਿਆ ਜੀ। ਸਭ ਨਰ ਗੁਰ ਸੋ ਗਿਰਾ ਉਚਾਰੀ। ਸਾਰੇ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਉਸ ਵੇਲੇ ਕਰੁਣਾ ਕਰ ਆਹਾਰ ਕੋ ਕੀਜੈ। ਮਹਾਰਾਜ ਆ ਕੇ ਆਹਾਰ ਕਰੋ, ਆ ਕੇ ਸਾਡੇ ਨਾਲ ਭੋਜਨ ਛਕੋ, ਤੁਸੀਂ ਲੰਗਰ ਛਕੋ। ਜਨਮ ਸਫਲਤਾ ਹਮਕੋ ਦੀਜੈ। ਕਹਿਣ ਲੱਗੇ ਸਾਨੂੰ ਸਾਡੇ ਜਨਮ ਦੀ ਸਫਲਤਾ ਦਿਓ,
ਸਾਡੀਆਂ ਕਮਾਈਆਂ ਨੂੰ ਸਫਲ ਕਰੋ, ਤੁਸੀਂ ਵੀ ਆ ਕੇ ਛਕੋ ਲੰਗਰ। ਗੁਰੂ ਕਹੈ ਨਹਿ ਭੋਜਨ ਖਾਵੋ। ਮਹਾਰਾਜ ਕਹਿੰਦੇ ਮੈਂ ਨਹੀਂ ਭੋਜਨ ਖਾਣਾ ਜੀ, ਮੈਂ ਨਹੀਂ ਇਹ ਖਾਣਾ ਖਾਣਾ, ਤੁਮਰੇ ਸੰਗ ਨਾ ਕਤਹੂ ਜਾਵੋ। ਮੈਂ ਨਹੀਂ ਤੁਹਾਡੇ ਨਾਲ ਜਾਣਾ, ਮੈਂ ਤਾਂ ਇੱਥੇ ਹੀ ਬੈਠਣਾ, ਮੈਂ ਨਹੀਂ ਤੁਹਾਡੇ ਨਾਲ ਜਾਵਾਂਗਾ। ਸੁਨੋ ਗੁਰੂ ਹਿਤ ਸ੍ਰੀ ਕਰਤਾਰ। ਉਹ ਫੇਰ ਆ ਗਏ ਜੀ ਹੱਥ ਜੋੜ ਕੇ, ਕਹਿੰਦੇ ਮਹਾਰਾਜ ਇੱਕ ਸ੍ਰੀ ਕਰਤਾਰ ਪਰਮਾਤਮਾ ਦਾ ਤੁਹਾਨੂੰ ਵਾਸਤਾ ਹੈ, ਆਜੋ। ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਪਰਮਾਤਮਾ ਦਾ ਵਾਸਤਾ ਦਿੰਦੇ ਆ ਵੀ ਆਜੋ ਜਰੂਰ ਸਾਡੇ ਨਾਲ, ਉੱਠ ਕਰ ਅਚੀਏ ਆਪ ਆਹਾਰਾ। ਵੀ ਉੱਠ ਕੇ ਆਓ ਸਾਡੇ ਨਾਲ ਤੇ ਆ ਕੇ ਸਾਡੇ ਨਾਲ ਲੰਗਰ ਛਕੋ। ਸੁਨਿਓ ਸੰਗ ਚਲੇ ਸੁਖਦਾਈ। ਮਹਾਰਾਜ ਨੇ ਜਦੋਂ ਉਹਨਾਂ ਨੇ ਕਿਹਾ ਨਾ ਵੀ ਤੁਹਾਨੂੰ ਪਰਮਾਤਮਾ ਦਾ ਵਾਸਤਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਤੁਰ ਪਏ ਹੁਣ ਉਹਨਾਂ ਨਾਲ। ਹਾਂਜੀ, ਜਿੱਥੇ ਉਹ ਲੈ ਕੇ ਗਏ ਮਹਾਰਾਜ ਜੀ ਨਾਲ ਗਏ। ਜਹਾਂ ਰਸੋਈ ਤਿਨਹਿ ਬਣਾਈ। ਉੱਥੇ ਉਹਨਾਂ ਨੇ ਰਸੋਈ ਬਣਾਈ ਹੋਈ ਸੀ, ਕਿਚਨ ਸੋਹਣਾ ਬਣਾਇਆ ਹੋਇਆ ਸੀ। ਪਹੁੰਚੇ ਜਾਏ ਤਾਹੇ ਕੇ ਡੇਰੇ। ਮਹਾਰਾਜ ਜੀ ਉੱਥੇ ਜਾ ਪਹੁੰਚੇ ਹੁਣ। ਔਰ ਸਰਦਾ ਤਿਨ ਵਧੀ ਵਧੇਰੇ। ਕਹਿਣ ਲੱਗੇ ਔਰ ਸ਼ਰਧਾ, ਉਹਨਾਂ ਦੀ ਸ਼ਰਧਾ ਬਹੁਤ ਵਧੀ ਗੁਰੂ ਨਾਨਕ ਸਾਹਿਬ ਜੀ ਵਾਸਤੇ। ਉਹ ਮਹਾਰਾਜ ਨੂੰ ਜਿਵੇਂ ਇੱਕ VVIP ਦਾ ਜਿਹੜਾ ਟ੍ਰਿਬਿਊਨ ਸੀ ਨਾ ਉਹ ਦੇਣ ਲੱਗੇ। ਦੋਹਰਾ ਪਟ ਉਤਾਰ ਖੱਤਰੀ ਦਿਜਨ ਚੌਕੇ ਬੈਠੇ ਜਾਏ। ਦੇਖੋ ਕੀ ਹੋਇਆ, ਜਿਹੜੇ ਖੱਤਰੀ ਸਨ, ਜਿਹੜੇ ਬ੍ਰਾਹਮਣ ਸਨ, ਉਹ ਕਹਿੰਦੇ ਪੱਟ ਉਤਾਰ, ਉਹ ਕਹਿੰਦੇ ਆਪਣੇ ਲੰਗੋਟੀਆਂ ਉੱਤੇ ਚੁੱਕ ਚੁੱਕ ਕੇ ਜਿਹੜਾ ਚੌਂਕੇ ਤੇ ਜਾ ਕੇ ਬਹਿ ਗਏ ਹੁਣ। ਪਦ ਪਖਾਰ ਕਾਰੇ ਕਰੇ ਗੁਰ ਅੰਤਰ ਬੈਸਾਏ। ਦੇਖੋ ਉਹਨਾਂ ਦੀ ਰੀਤੀ ਕੈਸੀ ਹੈ, ਉਹ ਆਪਣੇ ਕੱਪੜੇ ਵੀ ਸਾਫ਼ ਪਾ ਕੇ ਜਾਂਦੇ ਆ ਚੌਂਕੇ ਵਿੱਚ ਬੈਠਣ ਵਾਸਤੇ, ਖਾਣਾ ਖਾਣ ਵਾਸਤੇ, ਕਿਉਂਕਿ ਕੱਪੜੇ ਪਹਿਲਾਂ ਪਾ ਕੇ ਆਏ ਆ। ਉਹ ਕੱਪੜੇ ਲਾ ਕੇ ਨਵੇਂ ਕੱਪੜੇ ਪਾ ਕੇ ਹੱਥ ਪੈਰ ਧੋ ਕੇ ਫੇਰ ਜਾ ਕੇ ਚੌਂਕੇ ਤੇ ਬਹਿੰਦੇ ਜਿੱਥੇ ਬਹਿ ਕੇ ਲੰਗਰ ਛਕਣਾ ਉਹਨਾਂ ਨੇ। ਹਾਂਜੀ, ਸੋ ਇਉਂ ਸਫਾਈ ਕਰਕੇ ਉਹਨਾਂ ਨੇ ਕੀ ਕੀਤਾ, ਕਹਿੰਦੇ ਪੱਦ ਪਖਾਰ, ਪੈਰ ਧੋ ਕੇ ਚੰਗੀ ਤਰ੍ਹਾਂ, ਕਹਿੰਦੇ ਫੇਰ ਗੁਰ ਅੰਤਰ ਬੈਸਾਏ, ਮਹਾਰਾਜ ਨੂੰ ਅੰਦਰ ਚੌਂਕੇ ਦੇ ਬਿਠਾ ਲਿਆ ਜਿੱਥੇ ਬਹਿ ਕੇ ਲੰਗਰ ਛਕਣਾ ਹੈ। ਤੇ ਆਲੇ ਦੁਆਲੇ ਇੱਕ ਲਕੀਰ ਕੱਢ ਦਿੱਤੀ, ਇੱਕ ਲਾਈਨ ਕੱਢ ਦਿੱਤੀ ਵੀ ਇਹ ਲਾਈਨ ਤੋਂ ਅੱਗੇ ਹੋਰ ਕੋਈ ਨਹੀਂ ਆਏਗਾ। ਸੋ ਉਹ ਜਿਹੜੇ ਹਨ ਉਹ ਜਿਹੜੀ ਪਵਿੱਤਰਤਾ ਦੀ ਲਾਈਨ ਹੁੰਦੀ ਆ ਆਲੇ ਦੁਆਲੇ ਵੀ, ਇਹ ਤੋਂ ਅੱਗੇ ਨਹੀਂ ਕੋਈ ਲੰਘ ਕੇ ਆਏਗਾ। ਚੌਪੇ 300 ਸ੍ਰੀ ਗੁਰ ਗਿਰਾ ਅਲਾਈ। ਉਸ ਵੇਲੇ ਮਹਾਰਾਜ ਨੇ ਸਭ ਕੁਝ ਦੇਖ ਕੇ ਉਹਨਾਂ ਦਾ ਪ੍ਰਬੰਧ ਜਿਹੜਾ ਸੀ ਨਾ ਕੀਤਾ ਹੋਇਆ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਿੱਟਿਓ ਚੌਕਾ ਦਿਓ ਗਵਾਈ। ਇਹ ਤਾਂ ਕਹਿੰਦੇ ਚੌਂਕਾ ਪਿੱਟਿਆ ਗਿਆ, ਇਹ ਤਾਂ ਡਰਟੀ ਹੋ ਗਿਆ, ਇਹ ਤਾਂ ਮੈਲਾ ਹੋ ਗਿਆ, ਇਹ ਤਾਂ ਜੂਠਾ ਹੋ ਗਿਆ, ਇਹ ਤਾਂ ਪਿੱਟਿਆ ਗਿਆ, ਇਹ ਤਾਂ ਮਤਲਬ ਖਰਾਬ ਹੋ ਗਿਆ ਜੀ ਥੋੜਾ ਚੌਂਕਾ ਹੁਣ। ਕਿਉਂ ਕਾਢਤ ਹੋ ਇਹਠਾ ਕਾਰਾ। ਕਿਉਂ ਇੱਥੇ ਤੁਸੀਂ ਲਾਈਨ ਕੱਢੀ ਹੈ, ਤਾਂ ਸਾਰਾ ਹੀ ਚੌਂਕਾ ਪਿੱਟਿਆ ਹੋਇਆ, ਪਹਿਲਾਂ ਤਾਂ ਹੀ ਪਿੱਟਿਆ ਪਿਆ ਹੈ। ਅੰਤਰ ਚੌਕਾ ਭਇਓ ਖੁਆਰਾ। ਹਾਂ, ਕਹਿਣ ਲੱਗੇ ਅੰਤਰ, ਸਾਨੂੰ ਅੰਤਰ ਚੌਂਕੇ ਤੇ ਵਾੜ ਕੇ ਤੁਸੀਂ ਖੁਆਰ ਕਰਤਾ। ਹਾਂਜੀ, ਪਿੱਟੇ ਹੋਏ ਚੌਂਕੇ 'ਚ ਬਿਠਾਤਾ ਤੁਸੀਂ ਸਾਨੂੰ ਲਿਆ ਕੇ। ਸੁਣ ਕਹਿ ਬਿਪਰਨ ਬੈਣ ਅਲਾਇਓ। ਇਹ ਗੱਲ ਸੁਣ ਕੇ ਨਾ ਉਹ ਬ੍ਰਾਹਮਣ ਬੜੇ ਹੈਰਾਨ ਹੋਏ, ਹੈਰਾਨ ਹੋ ਕੇ ਸਤਿਗੁਰਾਂ ਨੂੰ ਪੁੱਛਣ ਲੱਗੇ ਆ ਕੇ, ਬਹੁਤ ਸੁੱਚ ਸੋ ਭੋਜਨ ਕਰਵਾਇਓ। ਦੇਖੋ ਕਹਿੰਦੇ ਅਸੀਂ ਨਾ ਭੋਜਨ ਬੜਾ ਸੁਚਮਤਾ ਦੇ ਨਾਲ ਕਰਾਇਆ ਹੈ, ਤੁਸੀਂ ਇਹ ਗੱਲ ਕਿਵੇਂ ਕਰ ਦਿੱਤੀ ਵੀ ਪਿੱਟਿਆ ਗਿਆ? ਅਸੀਂ ਤਾਂ ਐਨ ਚੰਗੀ ਤਰ੍ਹਾਂ ਕੀਤਾ। ਕੀ ਕੀਤਾ ਸੀ? ਚੌਕਾ ਗੋਬਰ ਕੋ ਕਰ ਲੀਨਾ। ਦੇਖੋ ਚੌਂਕੇ ਦੇ ਪਹਿਲਾਂ ਤਾਂ ਅਸੀਂ ਮਿੱਟੀ ਕੱਢੀ, 2 ਇੰਚ ਮਿੱਟੀ ਕੱਢਦੇ ਆ ਧਰਤੀ ਤੋਂ, ਕੱਢ ਕੇ ਫਿਰ ਉਹਦੇ 'ਚ ਨਵੀਂ ਮਿੱਟੀ ਧੋ ਕੇ ਪਾਉਂਦੇ ਨੇ, ਧੋ ਕੇ ਮਿੱਟੀ ਪਾ ਕੇ ਫਿਰ ਉੱਤੇ ਜਿਹੜਾ ਹੈ ਲੇਪਣ ਕਾਹਦਾ ਕੀਤਾ? ਗੋਬਰ ਦਾ, ਜਾਂ ਗੋਹੇ ਦਾ, ਕਿਉਂਕਿ ਗੋਹੇ ਨੂੰ ਪਵਿੱਤਰ ਮੰਨਦੇ ਨੇ। ਕਹਿੰਦੇ ਉੱਤੇ ਅਸੀਂ ਗੋਹੇ ਦਾ ਲਿਪਣ ਕਰਤਾ ਜੀ ਚੰਗੀ ਤਰ੍ਹਾਂ। ਨਿਕਟ ਨਾ ਕੋ ਆਵਨ ਦੀਨਾ। ਦੇਖੋ ਅਸੀਂ ਇੱਥੇ ਬੰਦੇ ਖੜਾਏ ਹੋਏ ਸੀ, ਇੱਥੇ ਤਾਂ ਤੁਸੀਂ ਕੀ ਕਹਿੰਦੇ ਇੱਕ ਕੀੜੀ ਵੀ ਨਹੀਂ ਆਈ ਹੋਣੀ, ਕਹਿੰਦੇ ਇੱਥੇ ਤਾਂ ਕਿਸੇ ਨੂੰ ਵੜਨ ਨਹੀਂ ਦਿੱਤਾ। ਇੱਥੇ ਅਸੀਂ ਐਨ ਬੰਦੇ ਖੜਾਏ ਸੀ ਚੰਗੀ ਤਰ੍ਹਾਂ ਵੀ ਕਿਸੇ ਨੂੰ ਆਉਣ ਨਾ ਦਿਓ ਇੱਥੇ ਹੁਣ। ਸਮਦਾ ਧੋਏ ਅੰਨ ਚੁਨ ਸਭ ਹੀ। ਹਾਂ, ਕਹਿੰਦੇ ਫਿਰ ਦੇਖੋ ਜਿਹੜੇ ਜਿਵੇਂ ਜਿਹੜਾ ਹਾਂ ਜਿਹੜੀ ਰਸੋਈ 'ਚ ਲੱਕੜਾਂ ਵਰਤਦੇ ਆ ਨਾ, ਉਹ ਲੱਕੜਾਂ ਨੂੰ ਪਹਿਲਾਂ ਧੋਂਦੇ ਨੇ, ਧੋ ਕੇ ਵਿੱਚੋਂ ਸਾਰੀ ਮੈਲ ਕੱਢਦੇ ਨੇ, ਸਾਰੇ ਵਿੱਚ ਜਿਹੜੇ ਕੀੜੇ ਕੁੜੇ ਹੁੰਦੇ ਨੇ ਵਿੱਚੋਂ ਚੁਣ ਕੇ ਕੱਢ ਕੇ ਬਾਹਰ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਉਹਨਾਂ ਦਾ ਚੁੱਲ੍ਹੇ 'ਚ ਪਾ ਕੇ ਸਾੜ ਕੇ ਫਿਰ ਲੰਗਰ ਬਣਾਉਂਦੇ ਨੇ। ਕਹਿੰਦੇ ਇਹ ਸਾਰਾ ਕੁਝ ਅਸੀਂ ਕੀਤਾ ਹੋਇਆ ਹੈ। ਬੈਠ ਹਦੂਰ ਕਰਾਇਓ ਅਬ ਹੀ। ਦੇਖੋ ਫਿਰ ਇਹ ਸਾਰੀ ਸੁਚਮਤਾ, ਇਹ ਲੰਗਰ ਤਿਆਰ ਕਰਨਾ ਬ੍ਰਾਹਮਣੇ ਬਣਾਉਂਦੇ ਨੇ, ਹੋਰ ਕੋਈ ਰਸੋਈ 'ਚ ਵੜ ਵੀ ਨਹੀਂ ਸਕਦਾ, ਸਿਰਫ ਬ੍ਰਾਹਮਣੇ ਵੜੇਗਾ, ਉਹੀ ਬਣਾਏਗਾ। ਤੇ ਫਿਰ ਕਹਿੰਦੇ ਇੱਥੇ ਜਿਹੜਾ ਅਸੀਂ ਬੰਦੇ ਬਿਠਾਏ ਸੀ ਕਿਸੇ ਨੂੰ ਆਉਣ ਜਾਣ ਵੀ ਨਹੀਂ ਦਿੱਤਾ, ਵੀ ਕੋਈ ਬਿਨਾਂ ਨਹਾਤਿਆਂ ਨਾ ਕਿਤੇ ਅੰਦਰ ਚਲਿਆ ਜਾਵੇ, ਕੋਈ ਟਾਇਲਟ ਜਾ ਕੇ ਆਇਆ ਉਹ ਨਾ ਕਿਤੇ ਅੰਦਰ ਬਹਿ ਜਾਵੇ ਜਾ ਕੇ, ਜਾਂ ਅੰਦਰ ਇਹ ਲਾਈਨ ਤੋਂ ਪਾਰ ਹੋ ਜਾਵੇ। ਪਿੱਟੀ ਰਸੋਈ ਕਹਤੇ ਦੇਖੀ। ਮਹਾਰਾਜ ਤੁਸੀਂ ਕਿਵੇਂ ਦੇਖ ਲਈ, ਕਿਵੇਂ ਪਿੱਟ ਗਈ ਇਹ ਰਸੋਈ? ਇਹ ਤਾਂ ਅਸੀਂ ਬੜੀ ਚੰਗੀ ਤਰ੍ਹਾਂ ਬਣਾਈ ਆ, ਫੁੱਲ ਸਪੈਸੀਫਿਕੇਸ਼ਨ ਕੰਪਲਾਈਐਂਸ ਹੈ ਇਹ। ਸੋਚ ਸੰਜਮ ਹਮ ਕੀਨ ਵਿਸੇਖੀ। ਹਾਂ, ਕਹਿਣ ਲੱਗੇ ਸੁੱਤ ਸੰਜਮ ਅਸੀਂ ਚੰਗੀ ਤਰ੍ਹਾਂ ਕੀਤਾ ਹੋਇਆ ਮਹਾਰਾਜ, ਕੋਈ ਨਹੀਂ ਕਸਰ ਛੱਡੀ ਅਸੀਂ। ਦੋਹਰਾ ਬੋਲੇ ਸ੍ਰੀ ਨਾਨਕ ਬਹੁਰ ਜਾਵਦ ਤੁਮ ਨਹਿ ਆਏ। ਮਹਾਰਾਜ ਜੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਜਦੋਂ ਤੱਕ ਤੁਸੀਂ ਸਾਰੇ ਇੱਥੇ ਨਹੀਂ ਆਏ ਸੀਗੇ, ਆਵਦ ਚੌਕਾ ਸੁਧ ਥੋ ਅਬ ਤੁਮ ਦਇਓ ਗਵਾਏ। ਕਹਿਣ ਲੱਗੇ ਉਦੋਂ ਤੱਕ ਤਾਂ ਸੁੱਧ ਸੀਗਾ ਚੌਕਾ, ਪਰ ਜਦੋਂ ਦੇ ਤੁਸੀਂ ਆ ਗਏ ਨਾ, ਕਹਿੰਦੇ ਤੁਹਾਡੇ ਆਉਣ ਦੇ ਕਰਕੇ ਇਹ ਜਿਹੜਾ ਪਿੱਟਿਆ ਗਿਆ, ਇਹ ਹੁਣ ਸੁੱਧ ਨਹੀਂ ਰਿਹਾ, ਪਵਿੱਤਰ ਨਹੀਂ ਰਿਹਾ। ਚੌਪੇ ਤੁਮਰੇ ਸੰਗ ਚੜੇ ਹੈ ਨੀਚੋ। ਕਹਿਣ ਲੱਗੇ ਕਿਉਂ?
ਕਿਉਂਕਿ ਤੁਹਾਡੇ ਨਾਲ ਕੋਈ ਨੀਚ, ਤੁਸੀਂ ਨੀਚ ਨੂੰ ਨਾਲ ਲੈ ਕੇ ਆਏ ਹੋ, ਤੁਹਾਡੇ ਨਾਲ ਆਏ ਆ ਨੀਚ ਲੋਕ। ਜਿਹੜੇ ਨੀਚ ਹੁੰਦੇ ਨਾ ਉਹ ਤੁਹਾਡੇ ਨਾਲ ਚੱਲ ਕੇ ਆ ਗਏ, ਚੌਂਕੇ ਦੇ ਵਿੱਚ ਆ ਕੇ ਬਹਿ ਗਏ। ਹੁਣ ਭੇਟਿਓ ਚੌਕਾ ਆਏ ਵਿਛੂ। ਹਾਂ, ਇਸ ਕਰਕੇ ਉਹ ਤੁਹਾਡੇ ਜਿਹੜੇ ਨੀਚ, ਤੁਹਾਡੇ ਜਿਹੜੇ ਡਿਜ਼ਾਇਰਸ ਹਨ, ਤੁਹਾਡੇ ਭੈੜੇ ਖਿਆਲ ਨੇ, ਭੈੜੇ ਥਾਟਸ, ਉਹ ਤੁਸੀਂ ਨਾਲ ਲੈ ਕੇ ਆ ਗਏ ਅੰਦਰ। ਇਸ ਕਰਕੇ ਚੌਂਕਾ ਪਿੱਟਿਆ ਗਿਆ। ਹੁਣ ਸਿਰੇ ਗੁਰ ਹਮਕੋ ਦੀਸਤ ਨਾਹੀ। ਉਹਨਾਂ ਦੇ ਖਿਆਲ ਕੋਈ ਫਿਜ਼ੀਕਲ ਚੀਜ਼ ਆਈ ਆ, ਵੀ ਜਿਹੜੀ ਨੀਚ ਕੋਈ ਫਿਜ਼ੀਕਲ ਚੀਜ਼ ਆਈ ਆ, ਉਹ ਕਹਿੰਦੇ ਮਹਾਰਾਜ ਅਸੀਂ ਤਾਂ ਕੋਈ ਦੇਖਿਆ ਨਹੀਂ ਆਉਂਦਾ। ਹਾਂਜੀ, ਅਸੀਂ ਆਏ ਆ ਜੀ, ਹੋਰ ਤਾਂ ਕੋਈ ਆਇਆ ਹੀ ਨਹੀਂ ਇੱਥੇ, ਸਾਨੂੰ ਨਹੀਂ ਦਿਸਦਾ। ਕਹਾਂ ਚੜੇ ਹੈ ਚੌਂਕੇ ਮਾਹੀ। ਮਹਾਰਾਜ ਕੌਣ ਚੜ ਗਿਆ ਚੌਂਕੇ ਤੇ? ਸਾਨੂੰ ਤਾਂ ਕੋਈ ਦਿਸ ਨਹੀਂ ਰਿਹਾ ਇੱਥੇ, ਨਾ ਪਹਿਲਾਂ ਚੜਿਆ, ਅਸੀਂ ਚੜੇ ਆ ਇੱਥੇ। ਵਿਚਾਰੇ ਉਹ ਆਪਣੇ ਆਪ ਨੂੰ ਜਿਹੜਾ ਐਕਸਕਲੂਡ ਕਰਦੇ ਸਨ ਨਾ ਸਾਰੀ ਉਹ ਕਨਵਰਸੇਸ਼ਨ ਤੋਂ, ਵੀ ਉਹ ਪਿੱਟੇ ਹੋਏ ਤੇ ਵਿੱਚੋਂ ਅਸੀਂ ਬਾਹਰ ਹਾਂ। ਕਹਿੰਦੇ ਮਹਾਰਾਜ ਕੋਈ ਨਹੀਂ ਆਇਆ ਸਾਡੇ ਨਾਲ। ਸੁਚ ਸੋ ਬਣੀ ਰਸੋਈ ਹਾਂ, ਸਾਰੀ। ਇਸ ਕਰਕੇ ਸੁੱਚ ਨਾਲ ਬਣਾਈ ਹੋਈ ਰਸੋਈ ਹੈ ਸਾਰੀ। ਅਚਹੋ ਆਹਾਰ ਕਿਰਪਾ ਨਿਜ ਧਾਰੀ। ਮਹਾਰਾਜ ਤੁਸੀਂ ਕਿਰਪਾ ਕਰਕੇ ਛਕ ਲਓ। ਹੁਣ ਇਹ ਚੌਂਕਾ ਬਿਲਕੁਲ ਠੀਕ ਹੈ, ਸਰਟੀਫਾਈਡ ਹੈ। ਜੇ ਨਹਿ ਅਚੋ ਬਤਾਵੋ ਹਮਕੋ। ਜੇ ਨਹੀਂ ਤੁਸੀਂ ਛਕਣਾ ਤਾਂ ਸਾਨੂੰ ਦੱਸੋ ਫਿਰ। ਇਸ ਹੈ ਨੀਚ ਚੜੇ ਜੋ ਤੁਮਕੋ। ਹਾਂ, ਜੇ ਨੀਚ ਤੁਹਾਨੂੰ ਲੱਗਦਾ ਵੀ ਇੱਥੇ ਚੜਿਆ, ਉਹਨੂੰ ਚਲਾ ਕੇ ਅਸੀਂ ਬਾਹਰ ਮਾਰਦੇ, ਮਾਰ ਕੇ ਉਹਨੂੰ ਬਾਹਰ ਕੱਢਦੇ ਆ। ਹੁਣੇ ਦੱਸੋ ਕਿਹੜਾ ਇੱਥੇ ਨੀਚ? ਉਹ ਆਪਣੇ ਆਪ ਨੂੰ ਦੇਖਣ ਲੱਗੇ ਸਾਰੇ ਵੀ ਤੂੰ ਤਾਂ ਨਹੀਂ ਨੀਚ, ਉਹ ਕਹਿੰਦਾ ਤੂੰ ਤਾਂ ਨਹੀਂ ਨੀਚ। ਉਹ ਇੱਕ ਦੂਜੇ ਨੂੰ ਦੇਖਣ ਲੱਗੇ, ਸ਼ੱਕ ਜਾ ਕਰਨ ਲੱਗੇ ਵੀ ਇੱਥੇ ਨੀਚ ਕਿਹੜਾ ਆ ਗਿਆ ਹੁਣ। ਬਿਨਾ ਬਤਾਏ ਸੱਚ ਨਾ ਜਾਣ ਹੈ। ਕਹਿਣ ਲੱਗੇ ਮਹਾਰਾਜ ਦੱਸ ਦਿਓ, ਥੋੜੇ ਦੱਸਣ ਤੋਂ ਬਗੈਰ ਨਹੀਂ ਸਾਨੂੰ ਸੱਚ ਦਾ ਪਤਾ ਲੱਗਣਾ। ਅਸਮਤ ਨਹਿ ਜੇ ਆਪ ਪਛਾਨ ਹੈ। ਮਹਾਰਾਜ ਸਾਡੇ ਕੋਲ ਏਡੀ ਮਤ ਤਾਂ ਹੈ ਨਹੀਂ ਜਿਹੜੀ ਆਪ ਪਛਾਣ ਕੇ ਅਸੀਂ ਦੱਸ ਸਕੀਏ ਵੀ ਕੌਣ ਨੀਚ ਹੈ ਜਿਹਦੀ ਗੱਲ ਤੁਸੀਂ ਕਰ ਰਹੇ ਹੋ। ਇਹੋ ਸੁਣ ਕੇ ਮੁਨ ਜਨ ਤੇ ਬਾਣੀ। ਮਹਾਰਾਜ ਇਸ ਤਰ੍ਹਾਂ ਦੇ ਉਹਨਾਂ ਦੀਆਂ ਗੱਲਾਂ ਸੁਣ ਕਰਕੇ ਉਹ ਮੁਨ ਜਨ, ਜਿਹੜੇ ਮੁਨੀ ਜਨ ਸਨ, ਜਿਹੜੇ ਬ੍ਰਾਹਮਣ ਸਨ ਵੱਡੇ, ਉਹਨਾਂ ਦੀਆਂ ਇਹ ਗੱਲਾਂ ਸੁਣ ਕੇ ਇੱਕ ਸ਼ਲੋਕ ਉਚਰਿਓ ਗੁਣ ਖਾਨੀ। ਮਹਾਰਾਜ ਨੇ ਇੱਕ ਸ਼ਲੋਕ ਉਚਾਰਨ ਕੀਤਾ ਉੱਥੇ, ਜਿਹੜਾ ਅੰਗ 91 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਸਿਰੇ ਮੁਖਵਾਕ ਸ਼ਲੋਕ ਮਹੱਲਾ ਪਹਿਲਾ। ਕੋ ਬੁੱਧ ਡੂਮਣੇ ਕੋ ਦਇਆ ਕਸਾਇਣ। ਪਰ ਨਿੰਦਾ ਘਟ ਚੂਹੜੀ ਮੁੱਠੀ ਕ੍ਰੋਧ ਚੰਡਾਲ। ਕਾਰੇ ਕੱਢੇ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਦਾ ਉਚਾਰਨ ਕੀਤਾ। ਮਹਾਰਾਜ ਨੇ, ਇਹ ਸ੍ਰੀ ਰਾਗ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਕੁਬੁੱਧ, ਕਹਿੰਦੇ ਡੂਮਣੀ। ਡੂਮਣੀ ਹੁੰਦੀ ਹੈ ਜੋ ਮਰਾਸਣ, ਮਰਾਸੀਆਂ ਨੂੰ ਇਹ ਕੋਲੀ ਨਹੀਂ ਲੱਗਣ ਦਿੰਦੇ। ਜਿਹੜੇ ਮਰਾਸੀ ਲੋਕ ਹੁੰਦੇ ਨਾ, ਜੇ ਉਹ ਚੌਂਕੀ ਕੋਲ ਆ ਜਾਣ, ਕਹਿੰਦੇ ਇਹ ਪਿੱਟਿਆ ਗਿਆ। ਮਹਾਰਾਜ ਕਹਿੰਦੇ ਜਿਹੜੀ ਭੈੜੀ ਬੁੱਧੀ ਆ ਨਾ, ਜਿਹੜੀ ਡਿਸਕ੍ਰਿਮੀਨੇਟਿਵ ਜਿਹੜੀ ਬੁੱਧੀ ਹੁੰਦੀ ਆ, ਡਿਸਕ੍ਰਿਮੀਨੇਟ ਕਰਦੀ ਆ ਚੰਗਾ ਤੇ ਮਾੜੇ ਦੀ ਨਾ, ਕਹਿੰਦੇ ਉਹ ਤੁਹਾਡੀ ਕੁਬੁੱਧ ਭੈੜੀ ਬੁੱਧੀ ਹੈ। ਕਿਉਂਕਿ ਉਹਨੇ ਡਿਸਕ੍ਰਿਮੀਨੇਟ ਨਹੀਂ ਕੀਤਾ ਵੀ ਪ੍ਰਮਾਤਮਾ ਕੀ ਆ, ਮਾਇਆ ਕੀ ਹੈ। ਕਹਿੰਦੇ ਉਹਨੇ ਮਾਇਆ ਨਾਲ ਚਿੱਤ ਜੋੜ ਲਿਆ, ਪ੍ਰਮਾਤਮਾ ਨੂੰ ਛੱਡ ਦਿੱਤਾ। ਇਸ ਕਰਕੇ ਉਹ ਕੁਬੁੱਧ ਹੈ, ਉਹ ਭੈੜੀ ਬੁੱਧੀ ਬਣ ਗਈ। ਉਹ ਮਰਾਸਨ ਤੁਸੀਂ ਨਾਲ ਲੈ ਕੇ ਆਏ ਆ, ਕੁਬੁੱਧੀ ਜਿਹੜੀ ਮਰਾਸਨ, ਉਹਨੂੰ ਲੈ ਕੇ ਆਏ। ਦੂਸਰੀ ਗੱਲ ਕਹਿੰਦੇ ਕੁਦਇਆ, ਜਿਹੜੀ ਤੁਸੀਂ ਕਿਸੇ ਤੇ ਦਇਆ ਨਹੀਂ ਕਰਦੇ, ਨੀਵੀਂ ਜਾਤੀ ਵਾਲਿਆਂ ਨੂੰ ਦੇਖ ਕੇ ਕੁੱਟਦੇ ਹੋ, ਮਾਰਦੇ ਹੋ, ਉਹਨਾਂ ਦਾ ਪਰਛਾਵਾਂ ਨਹੀਂ ਲੱਗਣ ਦਿੰਦੇ ਕੋਲੇ। ਤੇ ਕਹਿੰਦੇ ਐਸੀ ਜਿਹੜੀ ਕੁਦਇਆ ਹੈ, ਜਿਹਦੀ ਮਰਸੀਲੈਸ ਹੋਣਾ, ਮਹਾਰਾਜ ਕਹਿੰਦੇ ਉਹ ਜਿਹੜੀ ਹੈ ਕਸਾਇਨ ਹੈ। ਕਸਾਈ ਹੁੰਦਾ ਹੈ ਜਿਹੜਾ ਕਿ ਮਾਸ ਦਾ ਕੰਮ ਕਰਦਾ ਹੈ, ਜਿਹੜੇ ਜੀਵਾਂ ਨੂੰ ਮਾਰਦਾ ਹੈ। ਉਹ ਜੀਵਾਂ ਨੂੰ ਮਾਰਨ ਵਾਲੀ ਦੀ ਘਰ ਵਾਲੀ ਨੂੰ ਕਸਾਇਨ ਕਹਿੰਦੇ ਹਾਂ। ਕਹਿੰਦੇ ਉਹ ਕਸਾਇਨ ਤਾਂ ਤੁਹਾਡੀ ਕੁਦਇਆ ਹੈ, ਮਰਸੀਲੈਸ ਹੋਣਾ, ਉਹ ਤੁਹਾਡੀ ਜਿਹੜੀ ਹਨ ਬੁੱਚੜਾਂ ਦੀ ਘਰ ਵਾਲੀ ਨੂੰ ਤੁਸੀਂ ਨਾਲ ਲੈ ਕੇ ਆ ਗਏ। ਦੂਜੀ ਗੱਲ ਕਹਿੰਦੇ ਪਰ ਨਿੰਦਾ, ਜਿਹੜੀ ਪਰ ਨਿੰਦਾ, ਹੋਰ ਦੀ ਨਿੰਦਿਆ ਕਰਨੀ, ਕਿਸੇ ਦੇ ਪਿੱਠ ਪਿੱਛੇ ਜਿਹੜਾ ਹਨ ਉਹਦੇ ਚੰਗੇ ਗੁਣਾਂ ਨੂੰ ਵੀ ਮਾੜਾ ਕਰਕੇ ਬਿਆਨ ਕਰਨਾ, ਚੰਗੇ ਗੁਣਾਂ ਨੂੰ ਵੀ ਮਾੜਾ ਕਰਕੇ ਕਹਿਣਾ। ਸੋ ਝੂਠੀਆਂ ਗੱਲਾਂ ਬਣਾ ਕੇ ਕਿਸੇ ਦਾ ਰੈਪੂਟੇਸ਼ਨ ਖਰਾਬ ਕਰਨਾ, ਕਿਸੇ ਦਾ ਨਾਂ ਖਰਾਬ ਕਰਨਾ। ਕਹਿੰਦੇ ਉਹ ਪਰ ਨਿੰਦਾ ਘੱਟ ਚੂਹੜੀ, ਕਹਿੰਦੇ ਉਹ ਚੂੜੀ ਹੈ ਜਿਹੜੀ ਤੁਸੀਂ ਨਾਲ ਲੈ ਕੇ ਆ ਗਏ। ਹੁਣ ਇਹ ਚੂੜੀ ਸ਼ਬਦ ਜਿਹੜਾ ਹੈ ਉਹ ਤੋਂ ਬਣਦਾ ਹੈ ਕਿ ਮੈਲ ਇਕੱਠੀ ਕਰਨ ਵਾਲੀ, ਜੋ ਮੈਲ ਨੂੰ ਇਕੱਠੀ ਕਰਨ ਵਾਲੀ ਹੋਵੇ, ਜਿਹੜੀ ਪਾਪਣ ਹੋਵੇ। ਕਹਿੰਦੇ ਤੂੰ ਨਾਲ ਲੈ ਕੇ ਆ ਗਿਆ ਉਹ ਚੂੜੀ ਨੂੰ। ਤੇ ਕਹਿੰਦੇ ਮੁੱਠੀ ਕ੍ਰੋਧ ਚੰਡਾਲ, ਕੋ ਜਿਹੜੀ ਮੁੱਠੀ ਹੈ ਸਤਿਗੁਰੂ ਜੀ ਦੇ ਕ੍ਰੋਧ ਚੰਡਾਲ, ਜਿਹੜਾ ਕ੍ਰੋਧ ਹੈ ਇਹ ਚੰਡਾਲ ਹੈ। ਚੰਡਾਲ ਹੁੰਦਾ ਹੈ ਜਿਹੜਾ ਕਿ ਮਰੇ ਹੋਈਆਂ ਬੋਡੀਆਂ ਨੂੰ ਸਾੜਦਾ ਹੈ। ਉਹਨਾਂ ਦੇ ਉਸ ਸਮੇਂ ਦੇ ਵਿੱਚ ਲੋਵੈਸਟ ਕਾਸਟ ਨੂੰ ਚੰਡਾਲ ਕਿਹਾ ਜਾਂਦਾ ਸੀ। ਚੰਡਾਲ ਦਾ ਕੰਮ ਸਭ ਤੋਂ ਗੰਦਾ ਹੁੰਦਾ ਵੀ ਜੋ ਬੋਡੀਆਂ ਨੂੰ ਸਾਂਭਣਾ, ਜਿਹੜੀਆਂ ਹਨ ਮਰੀ ਹੋਏ ਸਰੀਰਾਂ ਨੂੰ ਸਾਂਭਣਾ, ਉਹ ਚੰਡਾਲ ਦਾ ਕੰਮ ਹੈ। ਕਹਿੰਦੇ ਇਹ ਕ੍ਰੋਧ ਜਿਹੜਾ ਹੈ ਇਹੀ ਜਿਹੜਾ ਹੈ ਚੰਡਾਲ ਹੈ। ਤੇ ਫਿਰ ਮੁੱਠੀ ਉਹਦਾ ਲੁੱਟਿਆ ਹੋਇਆ। ਕਹਿੰਦੇ ਤੁਸੀਂ ਤਾਂ ਲੁੱਟੇ ਹੋਏ ਆ, ਇਹ ਸਾਰੀਆਂ ਚੀਜ਼ਾਂ ਨਾ, ਚਾਰ ਚੀਜ਼ਾਂ ਨਾ ਤੁਸੀਂ ਤਾਂ ਲੁੱਟੇ ਹੋਏ ਹੋ। ਇਹਨਾਂ ਨੇ ਤੁਹਾਨੂੰ ਲੁੱਟ ਕੇ ਇਹ ਚੀਜ਼ਾਂ ਸਾਰੀਆਂ ਤੁਸੀਂ ਆਪਣੇ ਮਨ ਦੇ ਵਿੱਚ ਪਾ ਕੇ ਇੱਥੇ ਲੈ ਕੇ ਆ ਗਏ ਨਾਲ। ਹੁਣ ਕਿਉਂ ਨਹੀਂ ਇਹ ਜਿਹੜਾ ਚੌਂਕਾ ਪਿੱਟਿਆ ਤੁਹਾਡਾ? ਕਾਰੇ ਕੱਢੇ ਕਿਆ ਥੀਐ, ਕਹਿਣ ਲੱਗੇ ਹੁਣ ਤੁਸੀਂ ਲਾਈਨ ਕੱਢ ਲਈ। ਲਾਈਨ ਕੱਢਣ ਦਾ ਫਾਇਦਾ ਕੀ ਹੈ? ਜਦੋਂ ਇਹ ਚਾਰ ਜਿਹੜੀਆਂ ਹਨ, ਸਾਰੀਆਂ ਜਿਹੜੀਆਂ ਹਨ, ਕੁਬੁੱਧ, ਕੁਦਇਆ, ਨਿੰਦਾ, ਕ੍ਰੋਧ, ਤੁਸੀਂ ਨਾਲ ਲੈ ਕੇ ਆ ਗਏ। ਇਹ ਲਾਈਨ ਕੱਢਣ ਦਾ ਕੀ ਫਾਇਦਾ ਹੋਇਆ ਤੁਹਾਡਾ?
ਜਾਂ ਤਾਂ ਲਾਈਨ ਤੋਂ ਬਾਹਰ ਰੱਖ ਕੇ ਹੁੰਦੇ ਚਾਰਾਂ ਨੂੰ। ਜਾਂ ਚਾਰੇ ਬੈਠੀਆਂ ਨਾਲ। ਹੁਣ ਦੇਖੋ ਚਾਰੇ, ਇਹ ਚਾਰੇ ਬੈਠੀਆਂ ਤੁਹਾਡੇ ਨਾਲ, ਜਿੱਥੇ ਤੁਸੀਂ ਜਾਂਦੇ ਹੋ ਚਾਰ ਤੁਹਾਡੇ ਨਾਲ ਹੀ ਜਾਂਦੀਆਂ ਨੇ, ਇਹ ਤੁਹਾਡੇ ਨਾਲ ਬੈਠੀਆਂ ਨੇ। ਹੁਣ ਤੁਸੀਂ ਕਿਵੇਂ ਕਹਤਾ ਤੁਹਾਡਾ ਜਿਹੜਾ ਚੌਂਕਾ ਪਵਿੱਤਰ ਹੈ? ਦੋਹਰਾ ਚੌਕਾ ਇਨ ਤੇ ਚੜੇ ਤੇ ਭਿਟਿਓ ਗਇਓ ਗਵਾਏ। ਇਸ ਕਰਕੇ ਇਹਨਾਂ ਦੇ ਹੋਣ ਕਰਕੇ ਇਹ ਜਿਹੜਾ ਹਨ, ਇਹ ਜਿਹੜਾ ਚੌਂਕਾ ਭਿਟਿਆ ਗਿਆ। ਹੁਣ ਮਨ ਕੇ ਮੁਨਸਬ ਹੋਏ ਕੇ ਗੁਣ ਹੋ ਜੇ ਬੈਠਿਓ ਬਣਾਏ। ਹਾਂ ਦੇਖੋ, ਮਨ ਕੇ ਮੁਨਸਬ ਕਹਿੰਦੇ, ਮੁਨਸਬ ਹੁੰਦਾ ਜਿਹੜਾ ਕਿ ਇਨਸਾਫ ਕਰਨ ਵਾਲਾ। ਕਹਿੰਦੇ ਹੁਣ ਮਨ ਕੇ ਮੁਨਸਬ ਹੋਏ, ਕਹਿੰਦੇ ਕਿ ਤੁਸੀਂ ਆਪਣੇ ਆਪ ਨੂੰ ਵੱਡਾ ਜਸਟਿਸ ਦੇਣ ਵਾਲੇ ਕਹਿੰਦੇ ਹੋ ਵੀ ਅਸੀਂ ਧਰਮੀ ਬੰਦੇ ਹਾਂ, ਅਸੀਂ ਜਸਟਿਸ ਕਰਦੇ ਹਾਂ ਲੋਕਾਂ ਦੇ ਨਾਲ, ਅਸੀਂ ਜਸਟਿਸ ਜਿਹੜਾ ਹਨ ਦੇਣ ਵਾਲੇ ਹਾਂ। ਹਾਂਜੀ, ਸੋ ਜਿਹੜਾ ਹਨ ਡਿਸਚਾਰਜ ਕਰਨ ਵਾਲੇ ਹਾਂ ਜਸਟਿਸ ਨੂੰ। ਮਹਾਰਾਜ ਕਹਿੰਦੇ ਮਨ ਕੇ ਮੁਨਸਬ ਹੋਏ ਕਿ ਆਪਣੇ ਆਪ ਨੂੰ ਵੱਡੇ ਜਸਟਿਸ ਅਖਾਉਣ ਵਾਲੇ। ਗੁਣੇ ਨਾ ਬਣਿਓ ਬਣਾਏ, ਕਹਿੰਦੇ ਗੁਣਾ ਕੋਈ ਬਣੇ ਤੋਂ ਬਣਦਾ ਨਹੀਂ, ਗੁਣਾ ਨੂੰ ਤਾਂ ਬੰਦਾ ਨਾਲੇ ਲਈ ਫਿਰਦਾ ਹੈ। ਕਿਉਂਕਿ ਇਹ ਗੁਣਾ ਜਿਹੜੇ ਅੰਦਰ ਹੁੰਦੇ ਨੇ, ਭੈੜੇ ਖਿਆਲ, ਇਹ ਤਾਂ ਬੰਦੇ ਦੇ ਅੰਦਰ ਹੀ ਹੁੰਦੇ ਨੇ। ਕਹਿੰਦੇ ਇਹ ਜਿਹੜਾ ਜਦੋਂ ਤੱਕ ਇਹ ਅੰਦਰ ਹੁੰਦੇ ਨੇ ਉਦੋਂ ਤੱਕ ਬੰਦਾ ਆਪਣੇ ਆਪ ਨੂੰ ਧਰਮੀ ਕਿਵੇਂ ਅਖਵਾ ਸਕਦਾ ਹੈ? ਸਾਰਾ ਗੰਦ ਤਾਂ ਆਪਣੇ ਅੰਦਰ ਲਈ ਫਿਰਦਾ ਹੈ। ਸੋਰਠਾ ਕਹਿ ਬਿਦ ਹੋਏ ਪੁਨੀਤ। ਉਹਨਾਂ ਨੇ ਪੁੱਛਿਆ ਮਹਾਰਾਜ ਨੂੰ, ਮਹਾਰਾਜ ਫਿਰ ਦੱਸੋ ਪਵਿੱਤਰ ਕਿਵੇਂ ਹੋਈਏ, ਕਿਵੇਂ ਆਪਣੇ ਆਪ ਨੂੰ ਪਵਿੱਤਰ ਕਰੀਏ? ਹੁਣ ਕਹੋ ਗੁਰੂ ਬੂਝੈ ਸੋ ਨਰ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੂਝੈ ਸੋ ਨਰ, ਕਹਿੰਦੇ ਪੁੱਛੋ ਉਹਨਾਂ ਨੂੰ। ਹੁਣ ਦੇਖੀ ਤੈਨ ਕੀ ਪ੍ਰੀਤ। ਕਹਿਣਗੇ ਜਿਹੜਾ ਹਨ ਮਹਾਰਾਜ ਨੇ ਕਿਹਾ ਕਿ ਬੂਝੈ ਸੋ ਨਰ, ਕਹਿਣਗੇ ਉਹਨਾਂ ਨੂੰ ਪੁੱਛ ਲਓ। ਹੁਣ ਉਹ ਨਰ, ਉਹ ਇਨਸਾਨਾਂ ਨੂੰ ਪੁੱਛੋ। ਤੇ ਕਹਿੰਦੇ ਕਿਹੜੇ? ਦੇਖੀ ਤਿਨ ਕੀ ਪ੍ਰੀਤ, ਜਿਨ੍ਹਾਂ ਦੀ ਪ੍ਰੀਤ ਅਸੀਂ ਜਰਾ ਦੇਖੀ ਹੈ। ਦਇਆ ਸਿੰਧ ਬੋਲਤ ਭਏ। ਦਇਆ ਸਿੰਧ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਦੇਖੋ ਨਾ ਹੁਣ ਇੱਥੇ ਜਿਹੜਾ ਹੈ, ਫੇਰ ਪੜ੍ਹਦੀ ਪਿਛਲਾ, ਕਹਿ ਬਿਦ ਹੋਏ ਪੁਨੀਤ। ਮਹਾਰਾਜ ਹੁਣ ਕਿਵੇਂ ਅਸੀਂ ਪਵਿੱਤਰ ਹੋਈਏ? ਕਹੋ ਗੁਰੂ ਬੂਝੈ ਸੋ ਨਰ। ਉਹ ਨਰ, ਉਹ ਜਿਹੜੇ ਪੰਡਤ ਬੈਠੇ ਸਨ ਨਾ, ਇਹ ਚਾਰ ਚੀਜ਼ਾਂ ਨਾਲ ਲੈ ਕੇ ਜਿਹੜੇ ਨਾਲ ਬੈਠੇ ਸਨ ਚੌਂਕੇ ਤੇ, ਉਹ ਕਹਿੰਦੇ ਮਹਾਰਾਜ ਦੱਸੋ ਫਿਰ ਅਸੀਂ ਕਿਵੇਂ ਪਵਿੱਤਰ ਹੋਈਏ? ਦੇਖੀ ਤੈਨ ਕੀ ਪ੍ਰੀਤ। ਉਹਨਾਂ ਦੀ ਪ੍ਰੀਤ, ਉਹਨਾਂ ਦਾ ਪਿਆਰ ਦੇਖ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਦਇਆ ਸਿੰਧ ਬੋਲਤ ਭਏ। ਮਹਾਰਾਜ ਜੀ ਉਸ ਵੇਲੇ ਬੋਲੇ। ਉਹ ਫਿਰ ਹੁਣ ਉਹ ਸ਼ਬਦ ਦੀਆਂ ਹੋਰ ਦੂਸਰੀਆਂ ਦੋ ਜਿਹੜੀਆਂ ਹਨ 17 ਮਹਾਰਾਜ ਨੇ ਕਹੀਆਂ। ਸੱਚ ਸੰਜਮ ਕਰਨੀ ਕਾਰਾ। ਮਹਾਰਾਜ ਕਹਿੰਦੇ ਸੱਚ ਸੰਜਮ ਕਰਨੀ ਕਾਰਾ। ਮਹਾਰਾਜ ਕਹਿੰਦੇ ਜਿਹੜਾ ਸੱਚ ਹੈ, ਸੱਚ ਜਿਹੜਾ ਹੁੰਦਾ ਹੈ ਨਾ, ਇਹ ਬਹੁਤ ਹੀ ਔਖਾ ਹੈ। ਕਿਉਂਕਿ ਇਹਦੇ ਵਿੱਚ ਮਨ ਦੇ ਜਿਹੜੇ ਹਨ ਵਿਕਾਰ ਲੁਕ ਨਹੀਂ ਸਕਦੇ। ਉਹ ਮਨ ਦੀਆਂ ਜਿਹੜੀਆਂ ਥਾਟਸ ਹਨ ਉਹਨਾਂ ਨੂੰ ਕੋਈ ਪੜਦਾ ਨਹੀਂ ਰਹਿ ਜਾਂਦਾ। ਸੱਚ ਉਹ ਹੁੰਦਾ ਹੈ ਜੈਸਾ ਕਿ ਅੰਦਰ ਵੈਸਾ ਹੀ ਬਾਹਰ। ਕਿਉਂ ਸੱਚ ਇੰਨਾ ਔਖਾ ਹੈ ਕਿ ਬੰਦੇ ਨੂੰ ਆਪਣੇ ਆਪ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਸੱਚ ਜਿਹੜਾ ਬੜੀ ਔਖੀ ਚੀਜ਼ ਹੈ। ਇਸ ਕਰਕੇ ਦੁਨੀਆ ਸੱਚ ਤੋਂ ਭੱਜਦੀ ਹੈ, ਕਿਉਂਕਿ ਸੱਚ ਵਿੱਚ ਕੁਝ ਲੁਕਿਆ ਨਹੀਂ ਜਾਂਦਾ। ਜਿਵੇਂ ਕਹਿ ਦਈਏ ਨਾ ਵੀ ਕੋਈ ਜਿਹੜੀ ਹਨ ਜਿਹੜਾ ਚਿੱਟਾ ਕੱਪੜਾ, ਉਹਦੇ 'ਚ ਕੋਈ ਵੀ ਦਾਗ ਲੱਗਿਆ ਹੋਵੇ ਦਿਸੇ ਪੈਣਾ ਹੈ, ਉਹਦੇ 'ਚ ਲੁਕਣਾ ਕੋਈ ਨਹੀਂ। ਜੇ ਸ਼ੀਸ਼ਾ ਲੱਗਿਆ ਹੋਵੇ, ਸ਼ੀਸ਼ੇ ਦੇ ਅੰਦਰ ਜੋ ਕੁਝ ਹੁੰਦਾ ਉਹ ਵੀ ਦਿਖਾਈ ਦਿੰਦਾ ਹੈ। ਇਸ ਕਰਕੇ ਸੱਚ ਐਸਾ ਹੈ ਜਿਹਦੇ ਵਿੱਚ ਕੁਝ ਲੁਕਿਆ ਛੁਪਾਇਆ ਨਹੀਂ ਜਾਂਦਾ। ਤੇ ਸੱਚ ਉਹ ਹੈ ਜੈਸਾ ਹੈ ਵੈਸਾ ਹੀ ਕਰਨਾ, ਜੈਸਾ ਰਾਈਟ ਹੈ ਰਾਈਟ ਨੂੰ ਹੀ ਡਿਸਚਾਰਜ ਕਰਨਾ, ਠੀਕ ਹੈ ਠੀਕ ਰੱਖਣਾ, ਉਹਨੂੰ ਸੱਚ ਕਹਿੰਦੇ ਹਾਂ। ਤੇ ਜਿਹੜਾ ਹੈ ਬੰਦਾ ਫਿਰ ਆਪਣੀ ਐਗਜ਼ਿਸਟੈਂਸ ਕਿੱਥੇ ਰੱਖੇਗਾ? ਬੰਦੇ ਦਾ ਰੋਲ ਕਿੱਥੇ ਹੋਏਗਾ? ਬੰਦੇ ਦਾ ਰੋਲ ਤਾਂ ਮੁੱਕ ਗਿਆ। ਜੇ ਉਹਨੇ ਸਿਰਫ ਸੱਚ ਦੇਖ ਕੇ ਸੱਚ ਨੂੰ ਡਿਸਚਾਰਜ ਕੀਤਾ, ਉਹ ਬੰਦਾ ਕਿੱਥੇ ਰਹਿ ਗਿਆ? ਉਹਦਾ ਤਾਂ ਕੋਈ ਕੰਮ ਨਹੀਂ ਰਿਹਾ ਵਿੱਚ। ਉਹ ਆਪਣੇ ਆਪ ਨੂੰ ਕਿਵੇਂ ਪ੍ਰੋਕਲੇਮ ਕਰੇਗਾ? ਸੋ ਇਸ ਕਰਕੇ ਜਿਹੜਾ ਹੈ ਕਹਿੰਦੇ ਸੱਚ। ਦੂਜਾ ਸੰਜਮ। ਸੰਜਮ ਹੁੰਦਾ ਹੈ ਵੀ ਜੈਸਾ ਵੀ ਪਰਮਾਤਮਾ ਆਪਣੀ ਪ੍ਰਾਲਬੱਧ ਨਾਲ ਆਪਾਂ ਨੂੰ ਦਿੰਦਾ ਹੈ, ਉਨੇ ਦੇ ਵਿੱਚ ਰਹਿ ਕਰਕੇ ਆਪਾਂ ਆਪਣਾ ਗੁਜ਼ਾਰਾ ਕਰਨਾ, ਉਨੇ ਵਿੱਚ ਖੁਸ਼ ਰਹਿਣਾ, ਵੱਧ ਨਹੀਂ ਮੰਗਣਾ। ਸੋ ਕਹਿੰਦੇ ਇਹੀ ਕਰਨੀ ਹੈ, ਐਸੀ ਕਰਨੀ ਤੇ ਐਸੀ ਕਾਰ ਆਪਾਂ ਨੂੰ ਕਰਨੀ ਚਾਹੀਦੀ ਹੈ, ਸੱਚ ਤੇ ਸੰਜਮ ਵਾਲੀ। ਨਾਵਣ ਨਾਉ ਜਪੇਹੀ। ਕਹਿੰਦੇ ਨਹਾਉਣਾ ਜਿਹੜਾ ਹੈ ਇਹ ਨਾਮ ਨੂੰ ਜਪਣਾ ਹੈ। ਨਾਮ ਨੂੰ ਜਪ ਕੇ ਜਿਹੜਾ ਨਾਮ ਨੂੰ ਜਪਣਾ ਇਹੀ ਨਹਾਉਣਾ ਹੈ। ਦੇਖੋ ਮਹਾਰਾਜ ਨੇ ਸੱਚੀ ਕਰਨੀ ਦੱਸੀ ਨਾ, ਜਿਹੜੀ ਸੱਚ ਹੈ ਉਹ ਕਰਨੀ ਹੈ। ਸੋ ਜਿਹੜਾ ਸੰਜਮ ਹੈ ਇਹ ਕਾਰ ਹੈ, ਜੋ ਕਾਰ ਜਿਹੜਾ ਆਪਣਾ ਜੀਵਨ ਹੈ, ਆਪਣੇ ਜੀਵਨ ਨੂੰ ਕਿਸ ਨਾਲ ਢਾਲਣਾ ਹੈ ਉਹ ਕਾਰ ਹੈ, ਕੈਸੇ ਕੰਮ ਆਪਾਂ ਕਰਨੇ ਹਨ। ਸੋ ਇੱਥੇ ਨਾਵਨ ਸੱਚੇ ਨਾਮ ਨੂੰ ਜਪਣਾ ਹੀ ਨਹਾਉਣਾ ਹੈ। ਨਾਨਕ ਅੱਗੇ ਉਤਮ ਸੇ। ਮਹਾਰਾਜ ਕਹਿੰਦੇ ਅੱਗੇ ਜਾ ਕੇ ਜਿਹੜੇ ਉਹੀ ਉੱਤਮ ਨੇ ਜੋ ਕਿ ਪਰਲੋਕ ਵਿੱਚ ਜਿਹੜੇ ਜਾਂਦੇ ਨੇ, ਪਰਮਾਤਮਾ ਦੀ ਦਰਗਾਹ ਵਿੱਚ ਜਿਹੜੇ ਜਾਂਦੇ ਨੇ ਉਹੀ ਉੱਤਮ ਹਨ। ਜੇ ਪਾਪਾ ਪੰਧ ਨਾ ਦੇਹੀ। ਜੇ ਕਿਤੇ ਇਹ ਦੇਹੀ ਸਰੀਰ ਕਿਤੇ ਪਾਪਾਂ ਦੇ ਰਸਤੇ ਤੇ ਨਾ ਤੁਰਿਆ ਹੋਵੇ, ਇਹ ਸਰੀਰ ਨੂੰ ਪਾਪਾਂ ਦੇ ਰਸਤਿਆਂ ਤੋਂ ਬਚਾ ਕਰਕੇ ਪਰਮੇਸ਼ਰ ਦੇ ਭਗਤੀ
ਕੀਤੀ ਹੋਵੇ ਤਾਂ ਕਹਿੰਦੇ ਇਹ ਸਰੀਰ ਉੱਤਮ ਹੈ, ਨਹੀਂ ਤਾਂ ਇਹ ਸਰੀਰ ਦੀ ਬੇਇੱਜ਼ਤੀ ਬਹੁਤ ਹੁੰਦੀ ਹੈ, ਇਹਨੂੰ ਕੁੱਟਿਆ ਮਾਰਿਆ ਜਾਂਦਾ ਹੈ, ਇਹਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਕਿਉਂਕਿ ਇਹਨੇ ਸੱਚ ਨਹੀਂ ਜਪਿਆ। ਇਹਨੇ ਜਿਹੜਾ ਹੈ ਇਹ ਸਰੀਰ ਨੂੰ ਚੰਗੇ ਖਿਆਲ ਪੈਦਾ ਕਰਨ ਵਾਸਤੇ, ਚੰਗੇ ਕਰਮ ਕਰਨ ਵਾਸਤੇ ਨਹੀਂ ਵਰਤਿਆ। ਇਸ ਕਰਕੇ ਇਹ ਸਰੀਰ ਦੀ ਵੀ ਇੱਜ਼ਤ ਕੋਈ ਨਹੀਂ ਰਹਿ ਜਾਂਦੀ। ਸੋ ਇਹ ਜਿਹੜਾ ਹੈ ਮਹਾਰਾਜ ਨੇ ਉਪਦੇਸ਼ ਦਿੱਤਾ। ਚੌਪਈ ਇਉ ਪੁਨੀਤ ਜੇ ਚੌਕਾ ਹੋਏ। ਮਹਾਰਾਜ ਨੇ ਦੱਸਿਆ ਕਿ ਇਸ ਤਰ੍ਹਾਂ ਜਾ ਕੇ ਚੌਂਕਾ ਭੋਜਣਾ ਹਨ ਪਵਿੱਤਰ ਹੋਣਾ ਹੈ ਜੇ ਤੁਹਾਡੇ ਕੋਲ ਸੱਚ, ਸੰਜਮ, ਨਾਵਨ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਹੈ ਉਹਦਾ ਨਹਾਉਣਾ ਕਰੋਗੇ ਤਾਂ ਮਹਾਰਾਜ ਕਹਿੰਦੇ ਤਾਂ ਤੁਸੀਂ ਜਿਹੜੇ ਹੋ ਉੱਤਮ ਹੋ। ਜੇ ਤੁਹਾਡੇ ਅੰਦਰ ਪਾਪਾਂ ਦੀ ਮੈਲ ਜਾਂ ਪਾਪਾਂ ਤੇ ਰਸਤੇ ਤੇ ਤੁਰਨ ਵਾਲੇ ਤੁਸੀਂ ਨਹੀਂ ਹੋਵੋਗੇ, ਤੁਸੀਂ ਕਿਸੇ ਨੂੰ ਠੱਗਣ ਵਿੱਚ ਨਹੀਂ ਤੁਹਾਡੀ ਬਿਰਤੀ ਹੋਊਗੀ, ਕਿਸੇ ਨੂੰ ਝੂਠ ਬੋਲਣ ਚ ਠੱਗਣ ਵਿੱਚ ਨਹੀਂ ਤੁਹਾਡੀ ਬਿਰਤੀ ਹੋਊਗੀ। ਪਿੱਟਿਓ ਜਾਏ ਨਾ ਕਬਹੂ ਸੋਏ। ਇਸ ਕਰਕੇ ਫਿਰ ਇਹ ਚੌਂਕਾ ਕਿਤੇ ਵੀ ਨਹੀਂ ਪਿੱਟਿਆ ਜਾਏਗਾ। ਇਸ ਪ੍ਰਕਾਰ ਤੁਮ ਔਰ ਮਹਤਾਰ ਹੋ। ਇਸ ਕਰਕੇ ਤੁਸੀਂ ਇਹ ਜਿਹੜਾ ਹੈ ਬਚਨ ਸਾਡੇ ਆਪਣੇ ਹਿਰਦੇ ਵਿੱਚ ਧਾਰਨ ਕਰੋ। ਮਨ ਮਲੀਨਤਾ ਸਰਬ ਨਿਵਾਰ ਹੋ। ਆਪਣੇ ਮਨ ਦੀ ਮੈਲ, ਮਨ ਦੀ ਜਿਹੜੀ ਮੈਲ ਪਾਪ ਹਨ ਇਹਨੂੰ ਦੂਰ ਕਰ ਲੋ। ਸ੍ਰੀ ਨਾਨਕ ਕੇ ਸੁਨ ਬਚ ਐਸੇ। ਜੋ ਮਹਾਰਾਜ ਦੇ ਖਰੇ ਖਰੇ ਐਸੇ ਬਚਨ ਸੁਣੇ ਸਾਰਿਆਂ ਨੇ। ਔਰ ਮਹਿ ਗੁਣਤ ਹੁਤੋ ਮਨ ਜੈਸੇ। ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੀ ਸ਼ੁਰੂ ਕੀਤੀ ਕਿ ਮਹਾਰਾਜ ਜੋ ਕਹਿੰਦੇ ਹਨ ਠੀਕ ਤਾਂ ਕਹਿੰਦੇ ਹਨ। ਆਪਾਂ ਉੱਤੋਂ ਤਾਂ ਸਰੀਰ ਨੂੰ ਧੋਈ ਜਾਂਦੇ ਪਰ ਮਨ ਤਾਂ ਕਿੰਨੇ ਹੀ ਮੈਲੇ ਹਨ। ਜਾਣੇ ਆਪਣੇ ਸਰਬ ਵਿਕਾਰਨ। ਉਹਨਾਂ ਨੇ ਆਪਣੇ ਵਿਕਾਰ ਸਤਿਗੁਰਾਂ ਦੇ ਪ੍ਰਤਾਪ ਕਰਕੇ, ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਨੂੰ ਆਪਣੇ ਵਿਕਾਰ ਦਿਸਣ ਲੱਗ ਪਏ। ਜਿਸ ਤਰ੍ਹਾਂ ਲੋਕਾਂ ਨੂੰ, ਦੁਨੀਆ ਨੂੰ ਦੂਜਿਆਂ ਦੇ ਪਾਪ ਦਿਸਦੇ ਨੇ, ਦੂਜਿਆਂ ਦੀਆਂ ਵੀਕਨੈਸਸ ਦਿਸਦੀਆਂ ਨੇ, ਪਰ ਆਪਣੀਆਂ ਆਪ ਤਾਂ ਕਿਤੇ ਨਹੀਂ ਆਪਾਂ ਨੂੰ ਦਿਸਦੀਆਂ। ਇਹ ਦਿਸਣਗੀਆਂ ਕਿਦੋਂ? ਜਦੋਂ ਆਪਾਂ ਗੁਰੂ ਨਾਨਕ ਦੇ ਸ਼ਬਦ ਨਾਲ ਜੁੜਾਂਗੇ, ਜੋ ਗੁਰੂ ਨਾਨਕ ਨੂੰ ਆਪਣਾ ਗੁਰੂ ਧਾਰਨ ਕਰਾਂਗੇ, ਉਦੋਂ ਆਪਾਂ ਨੂੰ ਆਪਣੀਆਂ ਵੀ ਵੀਕਨੈਸਸ ਦਿਸਣਗੀਆਂ। ਆਪਣੇ ਵਿੱਚ ਵੀ ਆਪਣੇ ਜਿਹੜੇ ਭੈੜੇ ਖਿਆਲ ਉਹ ਆਪਣੇ ਸਾਹਮਣੇ ਵੀ ਆਉਣਗੇ, ਜਿਹਨੂੰ ਵਿਚਾਰ ਕਰਕੇ ਆਪਾਂ ਨੂੰ ਆਪਣੇ ਆਪ ਤੇ ਵੀ ਸ਼ਰਮ ਆਵੇਗੀ। ਚਹਿਤ ਭਏ ਅਬ ਕਿਉਂ ਹੋਇਆ ਟਾਰਨ। ਹੁਣ ਉਹ ਸੋਚਣ ਲੱਗੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਟਾਲਿਆ ਜਾਵੇ, ਕਿਸ ਤਰ੍ਹਾਂ ਜਿਹੜਾ ਹੈ ਇਸ ਮਨ ਦੇ ਪਾਪਾਂ ਨੂੰ ਟਾਲਿਆ ਜਾਵੇ, ਦੂਰ ਕੀਤਾ ਜਾਵੇ। ਅਵਰ ਠੌਰ ਤੇ ਮਨ ਕੋ ਮੋਰਾ। ਕਹਿਣ ਲੱਗੇ ਅਵਰ ਥਾਂ, ਹੋਰ ਥਾਵਾਂ ਤੋਂ ਬ੍ਰਿਤੀਆਂ ਨੂੰ ਜਿਹੜੇ ਹਨ ਉਠਾ ਕੇ ਪਰਮੇਸ਼ਰ ਦੇ ਨਾਮ ਨਾਲ ਜੋੜਨ ਕਰਕੇ ਹੀ ਮਨ ਦਾ ਭਲਾ ਹੋਣਾ ਹੈ। ਸ੍ਰੀ ਗੁਰ ਪਗ ਮਹਿ ਨਿਸ਼ਚਾ ਜੋਰਾ। ਇਸ ਕਰਕੇ ਉਹਨਾਂ ਨੇ ਆਪਣਾ ਨਿਸ਼ਚਾ, ਫੇਥ ਜਿਹੜਾ ਸੀ, ਭਰੋਸਾ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਲਿਆ। ਹੁਣ ਬਿਨੈ ਭਨਤ ਹਮਕੋ ਸਿੱਖ ਕੀਜੈ। ਉਹਨਾਂ ਨੇ ਫੇਰ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਆਪਣੇ ਸਿੱਖ ਬਣਾ ਲਓ ਤੁਸੀਂ। ਸ਼ਰਨ ਪਰੇ ਕੀ ਲਾਜ ਰਖੀਜੈ। ਮਹਾਰਾਜ ਥੋੜੀ ਸ਼ਰਨ ਵਿੱਚ ਅਸੀਂ ਆ ਗਏ ਹਾਂ, ਸਾਡੀ ਲਾਜ ਰੱਖ ਲਓ। ਦੋਹਰਾ ਜਿਉ ਜਨ ਹੋ ਤਿਉ ਤਾਰੀਏ ਔਰ ਨਾ ਹਮਕੋ ਥਾਏ। ਮਹਾਰਾਜ ਜਿਵੇਂ ਤੁਸੀਂ ਚਾਹੁੰਦੇ ਹੋ ਵੈਸੇ ਹੀ ਸਾਨੂੰ ਤਾਰ ਲਓ। ਕਿਵੇਂ ਨਾ ਕਿਵੇਂ ਵੀ ਸਾਨੂੰ ਇਹ ਭਜਨ ਹਨ ਭਵ ਸਾਗਰ ਤੋਂ, ਸੰਸਾਰ ਰੂਪੀ ਸਮੁੰਦਰ ਤੋਂ ਸਾਨੂੰ ਤਾਰ ਲਓ ਤੁਸੀਂ। ਕਿ ਔਰ ਨਾ ਹਮਕੋ ਥਾ, ਉਹ ਕਹਿੰਦੇ ਸਾਨੂੰ ਹੋਰ ਕੋਈ ਥਾਂ ਨਹੀਂ ਰਹਿ ਗਿਆ ਜਾਣ ਵਾਸਤੇ, ਤੁਹਾਤੋਂ ਬਗੈਰ ਹੋਰ ਕੋਈ ਥਾਂ ਨਹੀਂ ਸਾਡੇ ਵਾਸਤੇ। ਪਰਮੇਸ਼ਰ ਕੋ ਰੂਪ ਹੋ ਜਪੈ ਤਿਹਾਰੋ ਨਾਏ। ਮਹਾਰਾਜ ਤੁਸੀਂ ਆਪ ਪਰਮੇਸ਼ਰ ਹੋ ਪਾਤਸ਼ਾਹ ਜੀਓ, ਇਸ ਕਰਕੇ ਤੁਹਾਡਾ ਦਿੱਤਾ ਹੋਇਆ ਨਾਮ ਹੀ ਅਸੀਂ ਜਪਾਂਗੇ। ਚੌਪੇ ਲਖੇ ਦੀਨ ਗੁਰ ਬੈਨ ਉਚਾਰੇ। ਉਹਨਾਂ ਨੂੰ ਦੀਨ, ਗਰੀਬੀ ਜਿਹੜਾ ਹਨ ਹਾਲਾਤ ਵਿੱਚ ਜਾਂ ਨਿਮਰਤਾ ਦੇ ਵਿੱਚ ਦੇਖ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਜਿਤਨੋ ਹੈ ਧਨ ਪਾਸ ਤੁਮਾਰੇ। ਕਹਿਣ ਲੱਗੇ ਆਪਣੇ ਜੇਬਾਂ ਵਿੱਚ ਹੱਥ ਮਾਰੋ, ਜਿੰਨਾ ਵੀ ਤੁਹਾਡੇ ਕੋਲ ਧਨ ਹੈ, ਜਿੰਨਾ ਵੀ ਮਾਇਆ ਹੈ ਜਿਹੜੀ ਹੁਣ ਇਕੱਠੀ ਕੀਤੀ ਸੀ ਇਹ ਪੁਰਬ ਦੇ ਵਿੱਚੋਂ ਲੋਕਾਂ ਨੂੰ ਠੱਗ ਕੇ, ਝੂਠ ਬੋਲ ਕੇ, ਉਹ ਸਾਰੀ ਮਾਇਆ ਕੱਢੋ ਹੁਣ। ਪਰਮੇਸ਼ਰ ਹਿਤ ਸਰਬ ਲੁਟਾਵ ਹੋ। ਪਰਮੇਸ਼ਰ ਵਾਸਤੇ ਸਾਰੀ ਲੁਟਾ ਦਿਓ, ਅੱਜ ਦੇ ਦੋ ਸਾਰੇ ਗਰੀਬਾਂ ਨੂੰ, ਵੰਡ ਦਿਓ ਇਹ ਸਾਰੀ ਮਾਇਆ। ਹੁਣ ਕੋਲ ਇੱਕ ਪੈਸਾ ਨਾ ਕੋਲੇ ਰੱਖੋ, ਸਾਰੀ ਵੰਡਣਾ ਕਰੋ। ਹੁਣ ਸਿੱਖ ਹੋਏ ਪਰਮ ਸੁਖ ਪਾਵ ਹੋ। ਫੇਰ ਤੁਸੀਂ ਸਾਡੇ ਸਿੱਖ ਬਣੋ ਤੇ ਪਰਮ ਸੁਖ, ਪਰਮੇਸ਼ਰ ਦੀ ਭਗਤੀ ਰੂਪੀ ਸੁਖ ਪਾਉਣਾ ਕਰੋ। ਤੇ ਛਿਨ ਜਿਨ ਜਿਨ ਮਾਨੀ ਆਇਸ। ਸੋ ਜਿਨ੍ਹਾਂ ਨੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਬਚਨ ਮੰਨੇ ਤੇ ਮਹਾਰਾਜ ਜਿਵੇਂ ਕਿਹਾ ਉਵੇਂ ਕੀਤਾ। ਸਰਬ ਦਰਬ ਕੋ ਦੀਨ ਲੁਟਾਇਸ। ਉਹਨਾਂ ਨੇ ਸਾਰਾ ਹੀ ਦਰਬ ਆਪਣਾ ਲੁਟਾ ਦਿੱਤਾ ਮਹਾਰਾਜ ਦੇ ਕਹੇ ਹੋਏ ਬਚਨਾਂ ਤੇ। ਤਿਨ ਪਰ ਮਿਹਰ ਦ੍ਰਿਸ਼ਟ ਜਗ ਤੇਸਾ। ਮਹਾਰਾਜ ਨੇ ਉਹਨਾਂ ਤੇ ਕਿਰਪਾ ਦ੍ਰਿਸ਼ਟੀ ਕੀਤੀ, ਉਹਨਾਂ ਤੇ ਮਿਹਰਾਂ ਕੀਤੀਆਂ। ਸਤਨਾਮ ਕੋ ਦੇਵ ਉਪਦੇਸਾ। ਉਹਨਾਂ ਨੂੰ ਸਤਨਾਮ ਦਾ, ਵਾਹਿਗੁਰੂ ਦਾ ਜੋ ਗੁਰਮੰਤਰ ਹੈ, ਸਤਿਗੁਰਾਂ ਨੇ ਉਪਦੇਸ਼ ਰੂਪੀ ਉਹਨਾਂ ਨੂੰ ਉਪਦੇਸ਼ ਦੇ ਕੇ ਉਹਨਾਂ ਨੂੰ ਨਾਮ ਦ੍ਰਿੜ ਕਰਾਇਆ। ਪ੍ਰੇਮ ਨਾਮ ਕੋ ਰੰਗ ਚੜਾਵਾ। ਉਹਨਾਂ ਨੂੰ ਪ੍ਰੇਮ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਨ ਦਾ ਰੰਗ ਚੜਾ ਦਿੱਤਾ। ਮਨ ਕੋ ਸ਼ਾਂਤ ਦਈ ਸੁਖ ਪਾਵਾ। ਮਨ 'ਚ ਉਹਨਾਂ ਨੂੰ ਸ਼ਾਂਤੀ ਬਖਸ਼ਿਸ਼ ਕਰ ਦਿੱਤੀ ਸਤਿਗੁਰਾਂ ਨੇ। ਅੰਤ ਕਾਲ ਮਹਿ ਸੁਭਗਤ ਪਾਈ। ਐਸਾ ਸੁਖ ਉਹਨਾਂ ਨੂੰ ਦਿੱਤਾ ਸਤਿਗੁਰਾਂ ਨੇ ਜਿਹਦੇ ਕਰਕੇ ਅੰਤ ਕਾਲ ਮੈਂ
ਅੰਤ ਕਾਲ ਦੇ ਵਿੱਚ ਜਦੋਂ ਸਮਾਂ ਜਿਹੜਾ ਡੈਥ ਦਾ ਵੀ ਆਵੇਗਾ ਤਾਂ ਉਹਨਾਂ ਦੀ ਗਤੀ, ਉਹਨਾਂ ਦੀ ਮੁਕਤੀ ਹੋਵੇਗੀ। ਜੀਵਤ ਨਾਮ ਬਿਖੈ ਲਿਵ ਲਾਈ। ਸਾਰਾ ਜੀਵਨ ਫਿਰ ਉਹਨਾਂ ਨੇ ਨਾਮ ਦੇ ਵਿੱਚ ਹੀ ਜਪਦਿਆਂ ਬਤੀਤ ਕੀਤਾ, ਸਾਰਾ ਜੀਵਨ ਵਾਹਿਗੁਰੂ ਦੇ ਸਿਮਰਨ ਵਿੱਚ ਹੀ ਰਹੇ। ਦੋਹਰਾ ਇਸ ਪ੍ਰਕਾਰ ਸੋ ਸਿੱਖ ਕਰੇ ਰੈਣ ਭਈ ਪੁਨ ਆਏ। ਮਹਾਰਾਜ ਨੇ ਇਸ ਪ੍ਰਕਾਰ ਕਰਕੇ ਉਹਨਾਂ ਨੂੰ ਆਪਣੇ ਸਿੱਖ ਬਣਾਇਆ ਤੇ ਜਿਹੜਾ ਹੈ ਰਹਿਣ ਭਈ ਹੁਣ ਰਾਤ ਹੋ ਗਈ ਜੀ। ਸ੍ਰੀ ਗੰਗਾ ਤਨ ਧਾਰ ਕੇ ਚੱਲ ਪਹੁੰਚੀ ਤਹਿ ਥਾਏ। ਉਸ ਵੇਲੇ ਕੀ ਹੋਇਆ ਦੇਖੋ, ਇੱਥੇ ਤਾਂ ਮਹਾਰਾਜ ਨੇ ਉਸ ਇਨਸਾਨਾਂ ਨੂੰ ਤਾਰਿਆ, ਹੁਣ ਸਮਾਂ ਆਇਆ ਦੇਵੀਆਂ ਨੂੰ ਤਾਰਨ ਦਾ। ਕਹਿੰਦੇ ਗੰਗਾ ਜਿਹੜੀ ਹੈ ਉਹ ਵੀ ਚੱਲ ਕੇ ਆਈ। ਉਹਨੇ ਇੱਕ ਜਿਹੜਾ ਲੇਡੀ ਦਾ ਰੂਪ ਧਾਰਨ ਕਰਕੇ ਗੰਗਾ ਗੁਰੂ ਨਾਨਕ ਸਾਹਿਬ ਜੀ ਕੋਲ ਆ ਕੇ ਹਾਜ਼ਰ ਹੋਈ ਤੇ ਚੱਲ ਪਹੁੰਚੀ, ਆ ਗਈ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਚੌਪੇ ਕੰਚਨ ਥਾਰ ਲਿਏ ਨਿਜ ਹੱਥਾ। ਉਹਨੇ ਆਪਣੇ ਹੱਥ ਦੇ ਵਿੱਚ ਗੰਗਾ ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਆਈ ਨਾ, ਇੱਕ ਦੇਵੀ ਦਾ ਰੂਪ ਧਾਰਨ ਕਰਕੇ, ਸੋਨੇ ਦਾ ਥਾਲ ਉਹਦੇ ਹੱਥ ਵਿੱਚ ਹੈ, ਭਰਿਓ ਨਿਹਕ ਮੁਕਤਾ ਕੇ ਸਾਥਾ। ਹੀਰੇ ਮੋਤੀਆਂ ਨਾਲ ਉਹ ਹਾਰ ਭਰਿਆ ਪਿਆ ਹੈ। ਉਹ ਥਾਲ ਸੋਨੇ ਦਾ ਮੋਤੀ ਹੀਰਿਆਂ ਨਾਲ ਭਰਿਆ ਹੋਇਆ ਸਤਿਗੁਰਾਂ ਦੀ ਭੇਟਾ ਵਾਸਤੇ ਲੈ ਕੇ ਆਈ। ਧਰੀ ਭੇਟ ਸ੍ਰੀ ਗੁਰੂ ਅਗਾਰੀ। ਮਹਾਰਾਜ ਦੇ ਅੱਗੇ ਲਿਆ ਕੇ ਉਹ ਭੇਟਾ ਰੱਖ ਦਿੱਤੇ। ਕਰ ਪਦ ਬੰਧਨ ਗਿਰਾ ਉਚਾਰੇ। ਤੇ ਫਿਰ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਪਿਆਰ ਨਾਲ ਮੱਥਾ ਟੇਕਿਆ ਗੰਗਾ ਨੇ। ਦੁਸਤਰ ਅਲ ਕਲਮਲ ਕਲ ਕਾਲਾ। ਬੇਨਤੀ ਕੀਤੀ ਗੰਗਾ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕਿ ਮਹਾਰਾਜ ਦੁਸ਼ਟਰ ਬਹੁਤ ਜਿਹੜਾ ਭਿਆਨਕ ਸਮਾਂ ਹੈ, ਬਹੁਤ ਔਖਾ ਸਮਾਂ ਇਹ ਹੈ। ਦੁਸ਼ਟਤਾਈ ਦਾ ਸਮਾਂ ਹੈ, ਕਿਉਂਕਿ ਕੋਈ ਵੀ ਸੱਚਾ ਨਹੀਂ ਰਿਹਾ, ਹਰ ਕੋਈ ਧੋਖਾ ਕਰ ਰਿਹਾ ਹੈ। ਕਹਿੰਦੇ ਦੁਸ਼ਟਤਾਈ, ਇੱਕ ਦੂਜੇ ਨਾਲ ਵੈਰ ਭਾਵਨਾ ਰੱਖਣ ਵਾਲੇ ਹਨ ਸਾਰੇ ਲੋਕ। ਕਹਿੰਦੇ ਇਹ ਕਲਯੁਗ ਦਾ ਜਿਹੜਾ ਸਮਾਂ ਹੈ, ਇੱਥੇ ਕਾਲ ਪਾਪਾਂ ਦਾ ਵਰਤ ਗਿਆ ਹੈ। ਮੋਹ ਤੇ ਸਹੇ ਨਾ ਜਾਏ ਕਿਰਪਾਲਾ। ਇਹ ਕਿਰਪਾ ਦੇ ਘਰ ਸਾਰੇ ਲੋਕ ਮੇਰੇ ਕੋਲ ਆਉਂਦੇ ਹਨ ਭਾਵਨਾ ਲੈ ਕੇ ਕਿ ਅਸੀਂ ਪਾਪ ਸਾਡੇ ਧੋਤੇ ਜਾਂਦੇ ਹਨ ਗੰਗਾ ਦੇ ਨਾਲ, ਜਿਹੜਾ ਗੰਗਾ ਦੇ ਵਿੱਚ ਇਸ਼ਨਾਨ ਕਰਨ ਕਰਕੇ। ਕਹਿੰਦੇ ਪਾਤਸ਼ਾਹ ਮੈਨੂੰ ਸਾਰੇ ਪਾਪ ਲੋਕ ਦੇ ਜਾਂਦੇ ਨੇ। ਹਾਂਜੀ, ਮੇਰੇ ਕੋਲ ਆਉਂਦੇ ਹੀ ਪਾਪੀ ਲੋਕ ਨੇ, ਸਾਰੇ ਪਾਪ ਮੇਰੇ ਵਿੱਚ ਲਾ ਕੇ ਜਾਂਦੇ ਹਨ। ਤੇ ਉਹਨਾਂ ਦੀ ਭਾਵਨਾ ਹੁੰਦੀ ਹੈ ਵੀ ਗੰਗਾ ਚ ਆ ਕੇ ਪਾਪ ਲੱਥਦੇ ਹਨ। ਜਿਨ੍ਹਾਂ ਦੀ ਭਾਵਨਾ ਸੱਚੀ ਹੁੰਦੀ ਹੈ ਤਾਂ ਉਹਨਾਂ ਦੇ ਪਾਪ ਲੱਥਦੇ ਵੀ ਹਨ, ਕਿਉਂਕਿ ਭਰੋਸੇ ਦੀ ਗੱਲ ਹੈ ਨਾ, ਸ਼ਰਧਾ ਦੀ ਗੱਲ ਹੈ ਸਾਰੀ। ਕਿਰਪਾ ਧਾਰ ਸੋ ਕਰੋ ਉਪਾਈ। ਮਹਾਰਾਜ ਹੁਣ ਮੇਰਾ ਕੁਝ ਸੋਚੋ, ਮੈਂ ਇੰਨੇ ਪਾਪ ਕਿਵੇਂ ਸੰਭਾਲਾਂਗੀ? ਸਾਰੇ ਪਾਪ ਮੇਰੇ ਵਿੱਚ ਰਹਿ ਜਾਂਦੇ ਨੇ ਤੇ ਇਹ ਪਾਪਾਂ ਨੂੰ ਲੈ ਕੇ ਮਹਾਰਾਜ ਮੇਰਾ ਕੀ ਬਣੇਗਾ? ਜਾਂ ਤੇ ਹੋਏ ਸੁਖ ਮੋਹੇ ਸਦਾਈ। ਹਾਂ, ਜਿਸ ਕਰਕੇ ਮਹਾਰਾਜ ਮੈਨੂੰ ਵੀ ਕੋਈ ਤਾਂ ਪਵਿੱਤਰ ਕਰੇ ਨਾ। ਲੋਕ ਤਾਂ ਮੇਰੇ ਵਿੱਚ ਆ ਕੇ ਪਵਿੱਤਰ ਹੋ ਕੇ ਮੈਨੂੰ ਪਾਪ ਦੇ ਕੇ ਚਲੇ ਜਾਂਦੇ ਨੇ ਤੇ ਮੈਂ ਆਪਣੇ ਪਾਪ ਕਿੱਥੋਂ ਧੋਵਾਂ? ਮੇਰੇ ਪਾਪ ਕਿਵੇਂ ਧੋਤੇ ਜਾਣਗੇ ਜਿਹੜੇ ਲੋਕ ਮੇਰੇ ਚ ਛੱਡ ਕੇ ਜਾਂਦੇ ਹਨ? ਤੁਮ ਉਪਕਾਰ ਕਰਨ ਕੇ ਹੇਤਾ। ਮਹਾਰਾਜ ਤੁਸੀਂ ਉਪਕਾਰ ਕਰਨ ਵਾਸਤੇ ਇਸ ਸੰਸਾਰ ਵਿੱਚ ਆਏ ਹੋਏ ਹੈ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ। ਦੇਹ ਧਰੀ ਬੇਦੀ ਕੁਲ ਕੇਤਾ। ਤੁਸੀਂ ਇਹ ਦੇਹ ਧਰੀ ਹੈ ਪਰਉਪਕਾਰ ਦੁਨੀਆ ਦੇ ਭਲੇ ਵਾਸਤੇ। ਹੈ ਪਾਤਸ਼ਾਹ ਮੇਰਾ ਵੀ ਭਲਾ ਕਰ ਦੋ। ਹੁਣ ਗੰਗਾ ਕਹਿੰਦੀ ਸੁਨ ਕਰ ਸੁਰਸਰ ਕੀ ਅਸਬਾਨੀ। ਮਹਾਰਾਜ ਨੇ ਜਦੋਂ ਐਸੀ ਜਿਹੜੀ ਹਨ ਬੇਨਤੀ ਦੇ ਸ਼ਬਦ ਸੁਣੇ ਗੰਗਾ ਤੋਂ, ਕਿਰਪਾ ਧਾਰ ਬੋਲੇ ਗੁਣਖਾਨੀ। ਬਹੁਤ ਕਿਰਪਾ ਦੇ ਘਰ ਚ ਆ ਗਏ ਸਤਿਗੁਰੂ ਜੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਪਰਮੇਸ਼ਰ ਪਰਮ ਪਿਆਰੇ। ਕਹਿਣਗੇ ਜੋ ਪਰਮੇਸ਼ਰ ਨੇ ਉਹ ਪਰਮ ਸ੍ਰਿਸ਼ਟ ਕਰਕੇ ਪਿਆਰੇ ਨੇ। ਉਹ ਪਿਆਰੇ ਸ੍ਰਿਸ਼ਟ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਕੋਈ ਵੀ ਜਿਹੜੀ ਹੈ ਕਾਮਨਾ ਦੀ ਮੈਲ ਨਹੀਂ ਹੁੰਦੀ। ਪਰਮੇਸ਼ਰ ਜਿਹੜੇ ਨੇ ਉਹ ਜਿਹੜੇ ਪਰਮ ਪਵਿੱਤਰ ਨੇ, ਉਹ ਕਿਸੇ ਦੇ ਕੰਮ ਕਰਨ ਵਾਸਤੇ ਕੁਝ ਲੈਂਦੇ ਨਹੀਂ ਵਾਪਸ ਉਹਨਾਂ ਤੋਂ, ਸਭ ਕੁਝ ਦਿੰਦੇ ਹੀ ਨਹੀਂ। ਇਸ ਕਰਕੇ ਪਰਮੇਸ਼ਰ ਜਿਹੜੇ ਵੱਡੇ ਦੇਨਹਾਰ ਹਨ। ਕਰੋ ਧਿਆਨ ਤਿਨ ਸੰਜ ਸਕਾਰੇ। ਇਸ ਕਰਕੇ ਤੂੰ ਸੰਜ ਸਵੇਰੇ ਪਰਮੇਸ਼ਰ ਦਾ ਹੀ ਧਿਆਨ ਧਰਿਆ ਕਰ। ਤੋ ਮਹਿ ਚਰਨ ਆਨ ਜਬ ਪਾਵੈ। ਹਾਂ, ਕਹਿਣਗੇ ਤੇਰੇ ਵਿੱਚ ਜਦੋਂ ਆ ਕੇ ਪਰਮੇਸ਼ਰ ਆਪਣੇ ਚਰਨ ਪਾਉਣ, ਪਤ ਛਿਨ ਤੁਮਰੇ ਕਲਖ ਨਸਾਵੈ। ਤੁਹਾਡੇ ਜਿਹੜੇ ਤੇਰੇ ਕਹਿੰਦੇ ਤੇਰੇ ਵਿੱਚ ਜਿਹੜੇ ਪਾਪ ਹੁੰਦੇ ਨੇ ਉਹ ਸਾਰੇ ਤੇਰੇ ਵੀ ਧੋਤੇ ਜਾਣਗੇ ਗੰਗਾ। ਜੇ ਪਰਮੇਸ਼ਰ ਆ ਕੇ ਆਪ ਚਰਨ ਪਾਉਣ ਤੇਰੇ, ਜਿਹੜਾ ਹਨ ਤੇਰੇ ਜਲ ਦੇ ਵਿੱਚ ਪਾਣੀ ਵਿੱਚ, ਹਾਂਜੀ, ਸੋ ਤੇਰੇ ਵੀ ਪਾਪ ਧੋਤੇ ਜਾਣਗੇ ਸਾਰੇ। ਜਿਉ ਆਵਤ ਕਾਰਤਿਕ ਕੋ ਮਾਸਾ। ਹਾਂ, ਕਹਿਣਗੇ ਜਦੋਂ ਕੱਤਕ ਦਾ ਮਹੀਨਾ ਆਉਂਦਾ ਹੈ, ਵਿਮਲ ਸੁਧ ਹੋਇਆ ਜਾਤ ਆਕਾਸਾ। ਕਹਿਣਗੇ ਜਦੋਂ ਆਕਾਸ਼ ਸਾਰਾ ਕਲੀਅਰ ਹੋ ਜਾਂਦਾ ਹੈ, ਮਤਲਬ ਕੱਤਕ ਦੇ ਮਹੀਨੇ ਨੂੰ ਆਕਾਸ਼ ਨੀਲਾ ਨੀਲਾ ਦਿਖਾਈ ਦਿੰਦਾ ਹੈ। ਤੇ ਉਹ ਨਿਰਮਲ ਹੋਵੇ ਤਤਕਾਲਾ। ਹਾਂ, ਤੇ ਉਹ ਨਿਰਮਲ ਹੋਵੇ ਤਤਕਾਲਾ। ਜਿਵੇਂ ਉਹ ਆਕਾਸ਼ ਬਿਲਕੁਲ ਹੀ ਜਿਹੜਾ ਹੈ ਕਲੀਅਰ ਹੋ ਜਾਂਦਾ ਹੈ ਤੇਰਾ ਪਾਣੀ, ਇਸੇ ਤਰ੍ਹਾਂ ਹੀ ਤੂੰ ਵੀ ਪਵਿੱਤਰ ਹੋ ਜਾਏਂਗੀ ਜਦੋਂ ਪਰਮੇਸ਼ਰ ਆਪ ਤੇਰੇ ਵਿੱਚ ਆ ਕੇ ਆਪਣੇ ਚਰਨ ਪਾਉਣ। ਸੰਤਨ ਲਛਨਾ ਸੁਨੋ ਰਸਾਲਾ। ਸੋ ਇਸ ਕਰਕੇ ਪਰਮੇਸ਼ਰ ਦੇ ਸਰੂਪ ਕੌਣ ਹਨ? ਉਹ ਸੰਤ।
ਉਹ ਮਹਾਪੁਰਸ਼ ਜੋ ਨਿਸ਼ਕਾਮ ਭਗਤੀ ਕਰਦੇ ਨੇ, ਜੋ ਪ੍ਰੇਮਾ ਭਗਤੀ ਕਰਦੇ ਨੇ, ਉਹ ਸੰਤ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ, ਸਾਧ ਮਹਾਪੁਰਸ਼, ਜਦੋਂ ਉਹ ਅੱਗੇ ਤੇਰੇ ਵਿੱਚ ਜਾ ਕੇ ਚਰਨ ਪਾਉਣ ਨਾ, ਕਹਿੰਦੇ ਫਿਰ ਤੂੰ ਵੀ ਪਵਿੱਤਰ ਹੋ ਜਾਏਂਗੀ। ਤੇ ਮਹਾਰਾਜ ਕਹਿੰਦੇ ਹੁਣ ਜਿਹੜੇ ਸੰਤ ਲੋਕ ਨੇ, ਬ੍ਰਹਮ ਗਿਆਨੀ ਨੇ, ਉਹਨਾਂ ਦੇ ਲੱਛਣ ਵੀ ਸੁਣ ਲਾ, ਉਹਨਾਂ ਦੇ ਕੈਰੈਕਟਰ ਕਿਹੋ ਜਿਹਾ ਹੁੰਦਾ ਹੈ। ਸਕਤਾ ਰਜਤ ਜਗਤ ਕੋ ਜਾਣਤ। ਦੇਖੋ ਜਿਵੇਂ ਸਿੱਪੀ ਹੁੰਦੀ ਆ ਨਾ, ਸਿੱਪੀ ਹੁੰਦੀ ਆ ਸ਼ੈਲ। ਸੋ ਜਿਹੜੀ ਸ਼ੈਲ ਹੁੰਦੀ ਹੈ, ਕਹਿੰਦੇ ਉਹਦੇ ਵਿੱਚੋਂ ਜਿਹੜਾ ਹੈ ਚਾਂਦੀ ਦੀ ਚਮਕ ਪੈਂਦੀ ਹੈ। ਦੂਰੋਂ ਜਦੋਂ ਲੋਕ ਦੇਖਦੇ ਨੇ ਲੱਗਦਾ ਵੀ ਜਿਵੇਂ ਚਾਂਦੀ ਪਈ ਹੈ। ਸੋ ਚਾਂਦੀ ਦੀ ਜਿਹੜੀ ਹਨ ਝਲਕ ਪੈਂਦੀ ਹੈ, ਪਰ ਜਦੋਂ ਕੋਲੇ ਜਾ ਕੇ ਦੇਖਦੇ ਹਨ ਉਹ ਸ਼ੈਲ ਹੁੰਦਾ ਹੈ, ਉਹ ਇੱਕ ਸਿੱਪੀ ਹੁੰਦੀ ਹੈ। ਜਿਵੇਂ ਕਹਿੰਦੇ ਉਹ ਸਿੱਪੀ ਦੇ ਵਿੱਚੋਂ ਚਾਂਦੀ ਦੀ ਝਲਕ ਪੈਂਦੀ ਹੈ, ਭੁਲੇਖਾ ਪੈਂਦਾ ਹੈ। ਹਰਖ ਸੋਖ ਮਹਿ ਰਹਿਤ ਸਮਾਨਤ। ਉਹ ਜਿਹੜੇ ਹਨ ਸੰਤ ਲੋਕ, ਉਹ ਜਿਹੜੇ ਹਨ ਸੰਸਾਰ ਨੂੰ ਇਸੇ ਤਰ੍ਹਾਂ ਹੀ ਦੇਖਦੇ ਨੇ ਜਿਵੇਂ ਉਹ ਭੁਲੇਖਾ ਹੈ ਨਾ, ਕਹਿੰਦੇ ਸਿੱਪੀ ਦਾ ਉਹ ਚਾਂਦੀ ਦਿਸਦਾ ਹੈ। ਮਹਾਪੁਰਸ਼ਾਂ ਵਾਸਤੇ ਦੁਨੀਆ ਜਿਵੇਂ ਉਹ ਸਿੱਪੀ ਹੈ, ਪਰ ਕਹਿੰਦੇ ਉਹਨਾਂ ਨੂੰ ਉਹ ਭੁਲੇਖਾ ਜਿਹੜਾ ਦੁਨੀਆ ਨੂੰ ਪਿਆ ਰਹਿੰਦਾ ਨਾ ਵੀ ਇਹ ਚਾਂਦੀ ਹੈ, ਉਹ ਭੁਲੇਖੇ ਤੋਂ ਬਚ ਜਾਂਦੇ ਨੇ। ਸੰਤ ਲੋਕ ਉਹ ਭੁਲੇਖਾ ਨਹੀਂ ਰੱਖਦੇ, ਉਹ ਜਾਣਦੇ ਨੇ ਵੀ ਇਹ ਸਿੱਪੀ ਹੈ, ਇਹ ਤਾਂ ਮਾਇਆ ਹੈ, ਇਹ ਪਰਮਾਤਮਾ ਦੀ ਛਾਇਆ ਹੈ। ਹਰਖ ਸੋਖ ਮਹਿ ਰਹਿਤ ਸਮਾਨਤ। ਇਸ ਕਰਕੇ ਉਹ ਖੁਸ਼ੀ ਤੇ ਗਮੀ ਵਿੱਚ ਇੱਕ ਜੈਸਾ ਹੀ ਮਨ ਦੀ ਅਵਸਥਾ ਵਿੱਚ ਉਹ ਰਹਿੰਦੇ ਹਨ। ਮ੍ਰਿਦੁਲ ਰਿਦਾ ਨਿਤ ਪਰ ਉਪਕਾਰੀ। ਉਹ ਮਿਰਦੁਲ, ਉਹਨਾਂ ਦਾ ਹਿਰਦਾ ਹਮੇਸ਼ਾ ਹੀ ਜਿਹੜਾ ਹੈ ਕੋਮਲ ਰਹਿੰਦਾ ਹੈ। ਉਹ ਕਿਤੇ ਵੀ ਕਿਸੇ ਤੇ ਜ਼ੁਲਮ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਦੁਨੀਆ ਵਿੱਚ ਕੀ ਲੈ ਜਾਣਾ ਹੈ। ਕਿਸੇ ਨੂੰ ਠੱਗ ਕੇ ਵੀ ਕੀ ਲੈ ਜਾਣਾ ਹੈ, ਕਿਸੇ ਨੂੰ ਮਾਰ ਕੇ ਵੀ ਕੀ ਲੈ ਜਾਣਾ ਹੈ, ਕਿਸੇ ਦਾ ਬੁਰਾ ਕਰਕੇ ਵੀ ਕੀ ਮਿਲ ਜਾਣਾ ਹੈ, ਨਾ ਕੀਤਿਆਂ ਤਾਂ ਕੀ ਗਵਾਚ ਜਾਣਾ ਹੈ, ਕੁਝ ਗਵਾਚਣਾ ਵੀ ਨਹੀਂ, ਕਿਉਂਕਿ ਦੁਨੀਆ ਵਿੱਚ ਨਾ ਆਪਾਂ ਲੈ ਕੇ ਆਉਂਦੇ ਨਾ ਕੁਝ ਦੇ ਕੇ ਜਾਂਦੇ ਹਾਂ, ਸਭ ਕੁਝ ਇੱਥੇ ਦਾ ਇੱਥੇ ਪਿਆ ਰਹਿ ਜਾਂਦਾ ਹੈ। ਇਸ ਕਰਕੇ ਉਹਨਾਂ ਦਾ ਸੁਭਾਅ ਮਿਰਦੁਲ ਹੈ ਤੇ ਉਹ ਨਿਤ ਪਰਉਪਕਾਰੀ, ਉਹ ਪਰਉਪਕਾਰੀ ਕਰਦੇ ਹਨ, ਦੁਨੀਆ ਦਾ ਭਲਾ ਹੀ ਕਰਦੇ ਹਨ। ਵਿਖੇ ਬਾਸਨਾ ਉਰਤੇ ਜਾਰੀ। ਉਹਨਾਂ ਨੇ ਆਪਣੀ ਵਿਸ਼ੇ ਵਕਾਰ ਜਿਹੜੇ ਹਨ ਉਰਤੇ ਮਨ ਤੋਂ ਸਾਰੇ ਹੀ ਹਿਰਦੇ ਵਿੱਚੋਂ ਸਾੜ ਦਿੱਤੇ, ਕੱਢ ਦਿੱਤੇ। ਹੁਣ ਪਰ ਦੁੱਖ ਦੇਖ ਦੁਖੀ ਹੋਇਆ ਜਾਹੀ। ਦੇਖੋ ਉਹ ਸੰਤ ਹਨ ਜੋ ਦੂਜੇ ਦਾ ਦੁੱਖ ਦੇਖ ਕੇ ਆਪ ਵੀ ਦੁਖੀ ਹੋ ਜਾਂਦੇ ਹਨ। ਪਰ ਸੁਖ ਲਖ ਹਰਖੈ ਮਨ ਮਾਹੀ। ਤੇ ਪਰ ਦੂਜੇ ਦਾ ਸੁਖ ਦੇਖ ਕੇ ਉਹ ਵੀ ਸੁਖੀ ਹੋ ਜਾਂਦੇ ਨੇ। ਕਹਿੰਦੇ ਸੰਤ ਸੁਭਾਅ ਉਹ ਹੁੰਦਾ ਹੈ ਜੋ ਦੂਜੇ ਦਾ ਦੁੱਖ ਦੇਖ ਕੇ ਦੁਖੀ ਹੋ ਜਾਣਾ, ਦੂਜੇ ਦਾ ਸੁਖ ਦੇਖ ਕੇ ਸੁਖੀ ਹੋ ਜਾਣਾ। ਇਸੇ ਤਰ੍ਹਾਂ ਹੀ ਜਿਹੜਾ ਹੈ ਇਹ ਤਾਂ ਜਿਹੜੇ ਹਨ ਪਰਮ ਸ੍ਰਿਸ਼ਟ ਉਹ ਬ੍ਰਹਮ ਗਿਆਨੀ ਹਨ। ਪਰ ਆਮ ਮਨੁੱਖ ਕੀ ਕਰਦੇ ਨੇ, ਦੂਜੇ ਦਾ ਦੁੱਖ ਦੇਖ ਕੇ ਉਹਨਾਂ ਨੂੰ ਸੁੱਖ ਹੁੰਦਾ ਹੈ, ਦੂਜੇ ਦਾ ਸੁੱਖ ਦੇਖ ਕੇ ਉਹ ਦੁਖੀ ਹੁੰਦੇ ਹਨ। ਦੇਖੋ ਇਹ ਤਾਂ ਜਿਹੜੇ ਹਨ ਮਾਇਆ ਧਾਰੀ ਇਨਸਾਨਾਂ ਦਾ ਬਿਲਕੁਲ ਆਪੋਜ਼ਿਟ ਖਿਆਲ ਹਨ, ਉਹਨਾਂ ਦਾ ਕੈਰੈਕਟਰ ਬਿਲਕੁਲ ਆਪੋਜ਼ਿਟ ਹੈ। ਹਰ ਸਿਮਰਨ ਕੇ ਰੰਗੇ ਰੰਗਾ। ਦੇਖੋ ਉਹ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਪ੍ਰੇਮ ਦੇ ਵਿੱਚ ਰੰਗੇ ਹੋਏ ਹਨ। ਦਰੋਹ ਨਾ ਮੋਹ ਨਾ ਮਾਨ ਉਤੰਗਾ। ਉਹਨਾਂ ਦੇ ਮਨ ਵਿੱਚ ਕਿਤੇ ਕਿਸੇ ਵਾਸਤੇ ਵੈਰ ਨਹੀਂ ਹੁੰਦਾ, ਨਾ ਕਿਸੇ ਵਾਸਤੇ ਮੋਹ ਹੁੰਦਾ ਹੈ, ਨਾ ਉਹ ਆਪਣੇ ਤੇ ਮਾਣ ਕਰਦੇ ਹਨ, ਨਾ ਦੂਜੇ ਦੇ ਮਾਣ ਨੂੰ ਦੇਖ ਕੇ ਉਹਨੂੰ ਸੜੇਵਾ ਹੁੰਦਾ ਹੈ, ਐਨਵੀ ਕਰਦੇ ਹਨ। ਤਿਨ ਕੇ ਚਰਨ ਸੰਗ ਅਗ ਤੇਰੇ। ਕਹਿੰਦੇ ਉਹਨਾਂ ਦੇ ਚਰਨ ਛੋਹ ਦੇ ਨਾਲ ਤੇਰੇ ਜਲ ਦੇ ਵਿੱਚ ਪੈਣ ਕਰਕੇ ਤੂੰ ਵੀ ਪਵਿੱਤਰ ਹੋ ਜਾਏਂਗੀ ਗੰਗਾ। ਹੋਏ ਨਸ਼ਟ ਨਹਿ ਲੱਗ ਹੈ ਦੇਰੇ। ਕਹਿਣਗੇ ਹੋਏ ਨਸ਼ਟ, ਤੇਰੇ ਪਾਪ ਉਸੇ ਵੇਲੇ ਖਤਮ ਹੋ ਜਾਣਗੇ, ਕੋਈ ਵੀ ਤੇਰੇ ਕੋਲ ਨਹੀਂ ਰਹੇਗਾ ਪਾਪ। ਦੇਖੋ ਸਤਿਗੁਰਾਂ ਨੇ ਵਚਨ ਕੀਤੇ ਕਿ ਉਹ ਸੰਤ ਲੋਕਾਂ ਦੇ ਚਰਨ ਛੋਹ ਕਰਕੇ ਗੰਗਾ ਪਵਿੱਤਰ ਹੁੰਦੀ ਹੈ। ਜਿਹੜੀ ਗੰਗਾ ਪਾਪੀ ਬੰਦਿਆਂ ਦੇ ਪਾਪ ਦੂਰ ਕਰਦੀ ਹੈ, ਉਹ ਜਿਹੜੇ ਹਨ ਪਾਪਾਂ ਕਰਕੇ ਮੈਲੀ ਹੋਈ ਗੰਗਾ ਨੂੰ ਪਵਿੱਤਰ ਕਰਨ ਵਾਲੇ ਸੰਤ ਜਨ ਹਨ, ਪਰਮੇਸ਼ਰ ਦੇ ਪਿਆਰੇ ਹਨ, ਨਾਮ ਜਪਣ ਵਾਲੇ ਹਨ, ਜਿਹੜੇ ਉੱਥੇ ਜਾ ਕੇ ਉਹਨੂੰ ਪਵਿੱਤਰ ਕਰਦੇ ਹਨ। ਸ੍ਰੀ ਗੰਗਾ ਜੀ ਸੁਣ ਕੇ ਗਾਥਾ। ਇਸ ਕਰਕੇ ਜਦੋਂ ਸਾਖੀਆਂ ਆਉਂਦੀਆਂ ਨੇ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਤੀਰਥਾਂ ਤੇ ਜਾਂਦੇ ਹਨ, ਗੁਰੂ ਅਮਰਦਾਸ ਜੀ ਵੀ ਤੀਰਥਾਂ ਤੇ ਗਏ ਹਨ, ਪਰ ਮਹਾਰਾਜ ਤੀਰਥਾਂ ਤੇ ਉੱਥੇ ਜਾ ਕੇ ਪਵਿੱਤਰ ਹੋਣ ਵਾਸਤੇ ਨਹੀਂ ਗਏ, ਉਹ ਤੀਰਥਾਂ ਨੂੰ ਪਵਿੱਤਰ ਕਰਨ ਵਾਸਤੇ ਜਾਂਦੇ ਹਨ। ਸਤਿਗੁਰੂ ਜੀ ਐਸੇ ਹਨ ਮਹਾਰਾਜ। ਸੋ ਇਸੇ ਜਿਹੜਾ ਹੈ ਇੱਥੇ ਭੁਲੇਖਾ ਨਹੀਂ ਖਾਣਾ। ਸੋ ਇਸ ਕਰਕੇ ਸ੍ਰੀ ਗੰਗਾ ਜੀ ਸੁਣ ਕੇ ਗਾਥਾ। ਇਹ ਸਾਰੀ ਕਥਾ ਜਦੋਂ ਗੰਗਾ ਨੇ ਸੁਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ। ਹੁਣ ਗੱਲ ਇੱਕ ਹੋਰ ਵੀ ਹੈ, ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹ ਪਾਰਬ੍ਰਹਮ ਪਰਮੇਸ਼ਰ ਨਾ ਗੁਰੂ ਨਾਨਕ ਸਾਹਿਬ ਬਣ ਕੇ ਆਉਂਦੇ ਸੰਸਾਰ ਤੇ, ਤਾਂ ਕੋਈ ਵੀ ਸੰਤ ਨਹੀਂ ਰਹਿਣਾ ਸੀ ਸੰਸਾਰ ਵਿੱਚ। ਕਿਹੜਾ ਬ੍ਰਹਮ ਗਿਆਨੀ ਬਣਨਾ ਸੀ, ਕਿਹਨੂੰ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋਣੀ ਸੀ, ਕਿਹਨੇ ਸੱਚਾ ਸੰਤ ਬਣਨਾ ਸੀ। ਤਾਂ ਇਹ ਦੁਨੀਆ ਤਾਂ ਪਾਪਾਂ ਨਾਲ ਭਰ ਭਰ ਕੇ ਤਾਂ ਖਤਮ ਹੋ ਜਾਣਾ ਸੀ ਨਾ। ਦੇਖੋ ਮਹਾਰਾਜ ਦਾ ਕਿੱਡਾ ਉਪਕਾਰ ਹੈ। ਮਹਾਰਾਜ ਇੱਥੇ ਸੰਤ ਜਣਾ ਬ੍ਰਹਮ ਗਿਆਨੀ ਮਹਾਪੁਰਸ਼ਾਂ ਨੂੰ ਪੈਦਾ ਕਰਦੇ ਨੇ ਹਰ ਵੇਲੇ। ਉਹਨਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੇ ਚਰਨ ਛੋਹ ਦੇ ਨਾਲ ਦੁਨੀਆ ਦੇ ਪਾਪ ਘਟਾਉਂਦੇ ਹਨ। ਤੇ ਇੱਥੇ ਤਾਂ ਦੇਖੋ ਗੁਰੂ ਨਾਨਕ ਸਾਹਿਬ ਨੇ ਕੈਸੀ ਕਿਰਪਾ ਕੀਤੀ। ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣ ਕੇ, ਸਦੀਵੀ ਗੁਰੂ ਬਣ ਕੇ ਮਹਾਰਾਜ ਜੀ ਆਪ ਸਾਡੇ ਨਾਲ ਆਪਣੇ ਨਾਲ ਰਹਿ ਰਹੇ ਹਨ, ਹਮੇਸ਼ਾ ਆਪਣੇ ਨਾਲ ਹਨ।
ਸੋ ਮਹਾਰਾਜ ਤਾਂ ਕਿਤੇ ਗਏ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਆਏ ਜ਼ਰੂਰ ਪਰ ਕਿਤੇ ਗਏ, ਆਪਣੇ ਨਾਲ ਹੀ ਹਨ। ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਆਪਣੇ ਸਿੱਖਾਂ ਦੇ ਨਾਲ ਰਹਿੰਦੇ ਹਨ। ਪਰਸੇ ਹੱਥ ਪੈਰ ਜਗਨਾਥਾ। ਦੇਖੋ ਪਰਸੇ ਜਿਹੜਾ ਹਨ, ਪਰਸੇ ਹੱਥਾਂ ਦੇ ਨਾਲ ਗੰਗਾ ਨੇ ਜਿਹੜਾ ਹੈ ਹੱਥ ਲਾਇਆ ਆਪਣਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ। ਦੋਹਰਾ ਪਰਸਤ ਹੀ ਨਿਰਮਲ ਭਈ ਜਿਉ ਪਟ ਸਾਬਨ ਸਾਥ। ਦੇਖੋ ਹੱਥ ਲਾਉਂਦਿਆਂ ਸਾਰ ਗੰਗਾ ਪਵਿੱਤਰ ਹੋ ਗਈ, ਜਿਵੇਂ ਇੱਕ ਕੱਪੜੇ ਨੂੰ ਸਾਬਣ ਲਾ ਕੇ ਧੋਤਾ ਜਾਵੇ। ਕਹਿਤ ਉਪਾਇਨ ਲੀਜੀਐ ਤੁਮ ਹੋ ਦੀਨਾ ਨਾਥ। ਮਹਾਰਾਜ ਨੂੰ ਬੇਨਤੀ ਕਰਦੀ ਹੈ, ਮੈਂ ਇਹ ਸੋਨੇ ਦੇ ਥਾਲ ਵਿੱਚ ਤੁਹਾਡੇ ਵਾਸਤੇ ਮੋਤੀ ਤੇ ਹੀਰੇ ਲੈ ਕੇ ਆਈ ਹਾਂ, ਮਹਾਰਾਜ ਇਹਨੂੰ ਕਬੂਲ ਕਰ ਲਓ, ਇਹਨੂੰ ਜਿਹੜਾ ਆਪਣੇ ਸਵੀਕਾਰ ਕਰ ਲਓ ਮੇਰੀ ਭੇਟਾ ਨੂੰ। ਚੌਪੇ ਸੁਨ ਕਰ ਸ੍ਰੀ ਗੁਰ ਬੈਨ ਉਚਾਰੇ। ਮਹਾਰਾਜ ਇਹ ਜਿਹੜੇ ਉਹਦੀ ਬੇਨਤੀ ਸੁਣ ਕੇ ਗੰਗਾ ਦੀ, ਮਹਾਰਾਜ ਜੀ ਕਹਿੰਦੇ ਇਹ ਧਨ ਨਹਿ ਕਿਛ ਕਾਜ ਹਮਾਰੇ। ਮਹਾਰਾਜ ਕਹਿੰਦੇ ਇਹ ਜਿਹੜਾ ਧਨ ਹੈ ਸਾਡੇ ਕਿਸ ਕਾਮ ਹੈ, ਸਾਡੇ ਕਿਹੜੇ ਕਾਰਜ ਕਰਨ ਵਾਲਾ ਹੈ। ਦੇਖੋ ਨਾ, ਜਿਵੇਂ ਆਪਾਂ ਕਹਿ ਦਈਏ ਇੱਕ ਰਾਜਾ ਹੈ ਬਹੁਤ ਧਨੀ, ਉਹਦੇ ਖਜ਼ਾਨੇ ਭਰੇ ਪਏ ਹਨ। ਉਹ ਮਹਾਰਾਜਾ ਦੇ ਖਜ਼ਾਨੇ ਵਿੱਚੋਂ ਲੋਕਾਂ ਨੂੰ ਜਿਹੜਾ ਕੁਝ ਮਿਲਦਾ ਹੈ ਉਹ ਇਕੱਠਾ ਕਰਕੇ ਲਿਆ ਕੇ ਵਾਪਸ ਰਾਜੇ ਨੂੰ ਦੇਣ, ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਗੁਰੂ ਨਾਨਕ ਨੂੰ ਭੇਟਾ ਦੇਣੀ ਹੈ। ਸਭ ਕੁਝ ਤਾਂ ਗੁਰੂ ਨਾਨਕ ਦਾ ਹੈ, ਤੇ ਸਭ ਕੁਝ ਹੁੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਕਿਉਂ ਉਹ ਮਾਇਆ ਨੂੰ ਆਪਣੇ ਨਾਲ ਚੱਕੀ ਫਿਰਨ? ਉਹਨਾਂ ਨੂੰ ਤਾਂ ਇੱਕ ਬਰਡਨ ਲੱਗਦਾ ਹੈ ਨਾ, ਉਹਨਾਂ ਵਾਸਤੇ ਤਾਂ ਇੱਕ ਬਰਡਨ ਆ, ਹੋਰ ਕੁਝ ਵੀ ਨਹੀਂ ਹੈ। ਸੋ ਕਹਿੰਦੇ ਇਸ ਕਰਕੇ ਸਾਡੇ ਕੋਈ ਕੰਮ ਨਹੀਂ ਹੈ, ਸਭ ਕੁਝ ਜਾ ਤੂੰ ਲੈ ਕੇ ਆਈ ਹਾਂ। ਸਰਬ ਵਸਤ ਕੇ ਕਰੋ ਭੰਡਾਰਾ। ਕਹਿਣ ਲੱਗੇ ਇਉਂ ਕਰ ਗੰਗਾ, ਤੂੰ ਇਹ ਸਾਰਾ ਜਿਹੜਾ ਤੂੰ ਜਬ ਮੋਤੀ ਹੀਰੇ ਲੈ ਕੇ ਆਈ ਹਾਂ, ਇਹਨਾਂ ਨੂੰ ਵੇਚ ਕੇ ਇਹਨਾਂ ਦੇ ਪੈਸੇ ਲੈ ਕੇ ਭੰਡਾਰਾ ਕਰ, ਲੰਗਰ ਕਰ ਸਾਰਿਆਂ ਵਾਸਤੇ, ਸਾਰਿਆਂ ਨੂੰ ਲੰਗਰ ਛਕਾ ਦੇ ਤੂੰ ਖੁੱਲਾ। ਹਿਤ ਪਰਮੇਸ਼ਰ ਦਿਓ ਆਹਾਰਾ। ਹਾਂ ਕਹਿਣ ਲੱਗੇ ਇਹਦੇ ਨਾਲ ਜਿਹੜਾ ਹੈ, ਫਿਰ ਪੜ੍ਹ ਦੇ, ਹਿਤ ਪਰਮੇਸ਼ਰ ਦਿਓ ਹਾਂ ਆਹਾਰਾ। ਹਿਤ ਕਹਿਣਗੇ ਪਰਮੇਸ਼ਰ ਵਾਸਤੇ ਤੂੰ ਲੰਗਰ ਚਲਾ ਦੇ, ਪਰਮੇਸ਼ਰ ਵਾਸਤੇ ਤੂੰ ਲੰਗਰ ਚਲਾ, ਲੰਗਰ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਂ ਤੇ ਹੋਵੇ। ਗੰਗ ਕਹੈ ਧਰ ਕਿਰਪਾ ਗੁਸਾਈ। ਉਸ ਵੇਲੇ ਗੰਗਾ ਨੇ ਕਿਹਾ, ਹੇ ਕਿਰਪਾ ਜਿਹੜਾ ਧਰ ਕਿਰਪਾ ਗੁਸਾਈ, ਹੇ ਮੇਰੇ ਸਾਈਂ, ਹੇ ਸਾਰੇ ਦੁਨੀਆ ਦੇ ਸਾਈਂ ਮਾਲਕ ਮਸਤ, ਮਹਾਰਾਜ ਮੇਰੇ ਤੇ ਕਿਰਪਾ ਕਰੋ। ਤੁਮ ਭੀ ਅਸਨ ਅਚਹੋਤ ਹੈ ਆਈ। ਮਹਾਰਾਜ ਮੈਂ ਕਰਾਂਗੀ ਜ਼ਰੂਰ ਜਿਵੇਂ ਤੁਸੀਂ ਕਿਹਾ ਹੈ, ਪਰ ਮੇਰੀ ਇੱਕ ਸ਼ਰਤ ਹੈ, ਤੁਸੀਂ ਵੀ ਛਕਿਓ, ਫਿਰ ਤੁਹਾਨੂੰ ਵੀ ਛਕਣਾ ਪੈਣਾ ਫਿਰ ਉਹ ਲੰਗਰ। ਇਸ ਪ੍ਰਕਾਰ ਕਹੈ ਬਹੁਰ ਪਧਾਰੀ। ਇਸ ਤਰ੍ਹਾਂ ਦੇ ਬਚਨ ਕਰਕੇ ਗੰਗਾ ਵਾਪਸ ਚਲੀ ਗਈ। ਭਈ ਭੋਰ ਉਦਤਿਓ ਤੇ ਮਰਾਰੀ। ਸੋ ਹੁਣ ਦਿਨ ਚੜ ਗਿਆ ਤੇ ਸੂਰਜ ਚੜ ਗਿਆ, ਹੁਣ ਜਿਹੜਾ ਹਨੇਰਾ ਦੂਰ ਹੋ ਗਿਆ। ਤਬ ਹੀ ਸੁਰ ਸਰ ਕੀਨ ਭੰਡਾਰਾ। ਸੋ ਉਸ ਵੇਲੇ ਗੰਗਾ ਨੇ ਫਿਰ ਵੱਡਾ ਭੰਡਾਰਾ ਕੀਤਾ, ਲੰਗਰ ਚਲਾਇਆ ਉੱਥੇ। ਨਾਨਾ ਬਿਦ ਕੇ ਬਣੇ ਆਹਾਰਾ। ਬਹੁਤ ਤਰ੍ਹਾਂ ਦੇ ਆਹਾਰ ਉੱਥੇ ਬਣੇ ਜਿਹੜਾ ਹਨ, ਬੜੇ ਤਰ੍ਹਾਂ ਦੇ ਉੱਥੇ ਜਿਹੜੇ ਭੋਜਨ ਬਣੇ 36 ਪ੍ਰਕਾਰ ਦੇ। ਸਰਬ ਸੁਰਨ ਕੋ ਕੀਨ ਅਵਾਹਨ। ਸੋ ਉਹਨੇ ਜਿਹੜਾ ਗੰਗਾ ਨੇ ਦੇਵਤਿਆਂ ਨੂੰ ਵੀ ਸਵਰਗਾਂ ਤੋਂ ਸੱਦਿਆ ਕਿ ਮੈਂ ਭੰਡਾਰਾ ਕੀਤਾ, ਤੁਸੀਂ ਵੀ ਆ ਕੇ ਛਕੋ। ਦੇਵਤੇ ਵੀ ਆਏ ਜੀ। ਛਿਨ ਆਏ ਜਹ ਜਲ ਪਾਵਨ। ਕਹਿਣਗੇ ਪਵਿੱਤਰ ਜਲ ਵਾਲੀ ਜਿਹੜੀ ਗੰਗਾ ਹੈ ਉਹਦਾ ਨਿਉਂਤਾ ਲੈ ਕੇ ਸਾਰੇ ਦੇਵਤੇ ਉੱਥੇ ਪਹੁੰਚੇ ਆ ਕੇ। ਨਾਰਦ ਸ੍ਰੀ ਬ੍ਰਹਮਾ ਸੰਗ ਆਵਾ। ਕੌਣ ਆਏ? ਕਹਿੰਦੇ ਬਰਮਾ ਦੇ ਨਾਲ ਨਾਰਦ ਮੁਨੀ ਵੀ ਆਇਆ। ਗੌਰੀ ਸੋ ਸ੍ਰੀ ਸੋਮਬ ਸੁਹਾਵਾ। ਕਹਿਣ ਲੱਗੇ ਜਿਹੜਾ ਸ਼ਿਵ ਜੀ ਹੈ ਉਹ ਆਪਣੀ ਪਾਰਵਤੀ ਨੂੰ ਨਾਲ ਲੈ ਕੇ ਆਇਆ। ਸਸ ਸਵਤਾਸਨ ਕਾਦ ਕਪਾਵਕ। ਚੰਦਰਮਾ ਵੀ ਆਇਆ ਜੀ। ਫਿਰ ਜਿਹੜਾ ਸੂਰਜ ਦੇਵਤਾ ਉਹ ਵੀ ਆਇਆ। ਅਗਨ ਦੇਵਤਾ ਜਿਹੜਾ ਅੱਗ ਵਾਲਾ ਦੇਵਤਾ ਉਹ ਵੀ ਸਾਰੇ ਆਏ। ਸਨਕਾਦਕ ਜਿਹੜੇ ਸਨਕ ਸਨੰਦਨ ਸਨਾਤਨ ਤੇ ਸਨਤ ਕੁਮਾਰ ਇਹ ਵੀ ਸਾਰੇ ਆਏ। ਬਰਮਾ ਦੇ ਛੋਟੇ ਪੁੱਤਰ ਜਿਹੜੇ ਹਨ। ਬਰਨ ਕੁਬੇਰ ਸਮੀਰ ਬਨਾਇਕ। ਤੇ ਬਰਨ ਦੇਵਤਾ ਜਿਹੜਾ ਹਨ, ਕਹਿੰਦੇ ਬਰਨ ਜਿਹੜਾ ਪਾਣੀ ਦਾ ਦੇਵਤਾ ਉਹ ਵੀ ਆ ਗਿਆ। ਕੁਬੇਰ ਜਿਹੜਾ ਸਾਰੀ ਧਨ ਦੌਲਤ ਦਾ ਦੇਵਤਾ ਹੈ ਉਹ ਵੀ ਆ ਗਿਆ। ਸਮੀਰ ਜਿਹੜੀ ਹਵਾ ਦਾ ਹੈ ਉਹ ਵੀ ਆ ਗਿਆ। ਤੇ ਫਿਰ ਗਣੇਸ਼ ਵੀ ਆ ਗਿਆ ਉੱਥੇ। ਇੰਦਰ ਆਦਿ ਜੋ ਹੈ ਸੁਰ ਸਾਰੇ। ਸੋ ਫਿਰ ਦੇਵਤਿਆਂ ਦੇ ਜਿਹੜਾ ਹੈਵਨ ਦੇ ਵਿੱਚੋਂ ਇੰਦਰ ਆਇਆ ਤੇ ਉਹ ਸਾਰੇ ਦੇਵਤੇ ਆਏ ਜੀ ਉੱਥੇ। ਸਭ ਆਏ ਸੁਰ ਨਦੀ ਹਕਾਰੇ। ਕਹਿਣ ਲੱਗੇ ਸਭ ਆਏ, ਸਾਰਿਆਂ ਨੂੰ ਗੰਗਾ ਨੇ ਸੱਦਿਆ ਕਿ ਸਾਰੀ ਉਤਰ ਕੇ ਆਏ ਜੀ। ਰਿਖ ਮੁਨ ਜਤੀ ਸਤੀ ਸੰਨਿਆਸੀ। ਫੇ ਉੱਥੇ ਰਿਸ਼ੀ ਮੁਨੀ ਆਏ ਤੇ ਸੰਨਿਆਸੀ ਆਏ, ਜਤੀ ਸਤੀ ਸਾਰੇ ਉੱਥੇ। ਤਪੀ ਦਿਗੰਬਰ ਆਏ ਰਾਸੀ। ਜਿਹੜੇ ਤਪ ਕਰਨ ਵਾਲੇ ਹਨ, ਦਿਗੰਬਰ ਜਿਹੜੇ ਹਨ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਰਹਿਣ ਵਾਲੇ, ਤੇ ਉਹ ਵੀ ਸਾਰੇ ਆਏ। ਸੁਰ ਸ਼ਬਦ ਤੇ ਰੂਪ ਕੋ ਧਾਰੇ। ਕਹਿਣਗੇ ਉਹ ਸਾਰੇ ਜਿਹੜੇ ਹਨ ਦੇਵਤੇ ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਆਏ। ਤੇ ਉਹ ਤਾਂ ਆਏ ਵੀ ਲੰਗਰ ਤਾਂ ਛਕਾਂਗੇ, ਲਾਲੇ ਪਾਰ ਬ੍ਰਹਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ ਅਸੀਂ ਆ ਕੇ। ਸ੍ਰੀ ਨਾਨਕ ਪੁਨ ਤਹਾਂ ਪਧਾਰੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚੇ। ਹੁਣ ਲੰਗਰ ਵਿੱਚ ਗੁਰੂ ਨਾਨਕ ਸਾਹਿਬ ਜੀ ਜੋ ਆਏ। ਮਿਲ ਕੇ ਸਰਬ ਕਰਹਿ ਪਦ ਬੰਦਨ। ਸਾਰੇ ਦੇਵਤਿਆਂ ਨੇ ਜਿਹੜੇ ਹਨ ਆਉਂਦਿਆਂ ਸਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆਪਣੇ ਜਿਹੜਾ ਸਰ ਰੱਖ ਦਿੱਤੇ।
ਸਾਰੇ ਦੇਵਤੇ ਮੱਥਾ ਟੇਕਦੇ ਹਨ, ਜਿਨ੍ਹਾਂ ਦੀ ਪੂਜਾ ਲੋਕ ਕਰਦੇ ਹਨ, ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗਦੇ ਹਨ ਆ ਕੇ। ਮਹਿਮਾ ਜਨ ਹੈ ਕਲੁਖ ਨਿਕੰਦਨ। ਦੇਖੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ ਮਹਿਮਾ ਨੂੰ ਜਾਣਦੇ ਹਨ ਵੀ ਇਹ ਪਾਰ ਬ੍ਰਹਮ ਪਰਮੇਸ਼ਰ ਨੇ, ਇਹ ਸਾਰੇ ਪਾਪਾਂ ਨੂੰ ਦੂਰ ਕਰਨ ਵਾਲੇ ਹਨ। ਐਸੇ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਰ ਦੇ ਅੱਗੇ ਦੇਵਤੇ ਝੁਕ ਝੁਕ ਕੇ ਆ ਕੇ ਮੱਥਾ ਟੇਕਦੇ ਹਨ। ਔਰ ਸੇਵ ਸੁਰ ਸਰਬ ਸਮਾਰੀ। ਹੋਰ ਵੀ ਜਿਹੜੇ ਹਨ ਦੇਵਤਿਆਂ ਨੇ ਆ ਕਰਕੇ ਉੱਥੇ ਸੇਵਾ ਕੀਤੀ। ਆਪ ਦੇਵਤੇ ਵਰਤਾਉਂਦੇ ਹਨ ਲੰਗਰ, ਆਪ ਉੱਥੇ ਸਾਰੀ ਸੇਵਾ ਕਰਦੇ ਹਨ। ਕਰਨੀ ਜੇ ਆਹਾਰ ਕੀ ਤਿਆਰੀ। ਦੇਖੋ ਜੋ ਆਹਾਰ ਦੀ ਤਿਆਰੀ ਹੋਈ, ਲੰਗਰ ਪੱਕੇ, ਉਹ ਵੀ ਦੇਵਤਿਆਂ ਨੇ ਨਾਲ ਹੋ ਕੇ ਪਕਵਾਏ, ਸੇਵਾ ਕੀਤੀ ਉਹਨਾਂ ਨੇ ਆਪ ਆ ਕੇ। ਸ੍ਰੀ ਨਾਨਕ ਕਰ ਮਹਿ ਜਲ ਧਾਰਨ। ਦੇਖੋ ਪਾਰ ਬ੍ਰਹਮ ਪਰਮੇਸ਼ਰ ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ, ਮਹਾਰਾਜ ਨੇ ਆਪਣੇ ਹੱਥ 'ਚ ਪਾਣੀ ਲੈ ਲਿਆ, ਪਾਣੀ ਲੈ ਕੇ ਸਤਿਗੁਰਾਂ ਨੇ ਸਾਂਭੀ ਸੇਵਾ ਚਰਨ ਪਖਾਰਨ। ਦੇਖੋ ਜੋ ਵੀ ਉਹ ਲੰਗਰ ਵਿੱਚ ਆਉਂਦਾ ਉਹਦੇ ਪੈਰ ਧੋਣ ਦੀ ਸੇਵਾ ਗੁਰੂ ਨਾਨਕ ਸਾਹਿਬ ਜੀ ਕਰਦੇ ਹਨ। ਮਹਾਰਾਜ ਆਉਂਦੀਆਂ ਜਿਹੜੇ ਸੰਗਤਾਂ ਉੱਥੇ ਆਉਂਦੀਆਂ ਨੇ ਉਹਨਾਂ ਦੇ ਪੈਰ ਧੋ ਧੋ ਕੇ ਉਹਨਾਂ ਨੂੰ ਬਿਠਾਉਂਦੇ ਹਨ ਲੰਗਰ ਵਿੱਚ। ਐਸੀ ਮਹਾਰਾਜ ਦੇਖੋ ਆਪ ਸੇਵਾ ਆਪਣੇ ਹੱਥੀਂ ਮਹਾਰਾਜ ਨੇ ਕੀਤੀ। ਕਿਉਂ ਕਰਦੇ ਸਤਿਗੁਰੂ? ਇਹ ਮਹਾਰਾਜ ਸਿੱਖਾਂ ਨੂੰ ਦੱਸਦੇ ਹਨ ਵੀ ਜਦੋਂ ਸੇਵਾ ਕਰਨੀ ਹੈ, ਕੋਈ ਵੀ ਸੇਵਾ ਛੋਟੀ ਨਹੀਂ ਹੁੰਦੀ, ਕੋਈ ਵੀ ਸੇਵਾ ਜਿਹੜੀ ਨੀਵੀਂ ਨਹੀਂ ਹੁੰਦੀ। ਜਿਹੜਾ ਹਨ ਸੇਵਾ ਹੁੰਦੀ ਹੈ ਜੋ ਭਾਵਨਾ ਨਾਲ ਕੀਤੀ ਜਾਂਦੀ ਹੈ। ਮਹਾਰਾਜ ਆਪ ਸੇਵਾ ਕਰਦੇ ਰਹੇ, ਗੁਰੂ ਅਰਜਨ ਦੇਵ ਜੀ ਵੀ ਕਰਦੇ ਰਹੇ ਹਨ। ਐਸੀ ਸੇਵਾ ਤਾਂ ਮਹਾਰਾਜ ਨੇ ਆਪ ਵੀ ਕਿਤੇ ਸਾਰੇ ਗੁਰੂ ਸਾਹਿਬਾਨ ਕਰਦੇ ਰਹੇ ਨੇ। ਜਦੋਂ ਵੀ ਮੌਕਾ ਮਿਲਦਾ ਸਤਿਗੁਰੂ ਜੀ ਆਪ ਸੇਵਾ ਵਿੱਚ ਜ਼ਰੂਰ ਆਪਣਾ ਹੱਥ ਲਾ ਕੇ ਸੇਵਾ ਕਰਿਆ ਕਰਦੇ ਹਨ। ਸੋ ਐਸੀ ਜਿਹੜੀ ਮਹਾਰਾਜ ਨੇ ਭਾਵਨਾ ਰੱਖੀ ਤੇ ਸਿੱਖਾਂ ਨੂੰ ਐਸੀ ਸਿੱਖਿਆ ਦਿੱਤੀ, ਆਪ ਕਰਕੇ ਵੀ ਦਿਖਾਇਆ। ਇਸ ਪ੍ਰਕਾਰ ਸਭ ਅਚਿਓ ਆਹਾਰਾ। ਇਸ ਪ੍ਰਕਾਰ ਕਰਕੇ ਸਾਰੇ ਜਿਹੜੇ ਹਨ ਉੱਥੇ ਸੰਗਤਾਂ ਨੇ ਜਿਹੜੀਆਂ ਆਈਆਂ ਹੋਈਆਂ ਸਨ ਉਹਨੇ ਲੰਗਰ ਛਕਿਆ। ਔਰ ਹਰਖੇ ਗੁਰ ਦਰਸ਼ਨ ਹਾਰਾ। ਔਰ ਹਰਖੇ ਉਹਨਾਂ ਦੇ ਮਨਾਂ ਦੇ ਵਿੱਚ ਆਨੰਦ ਹੀ ਆਨੰਦ ਆ ਗਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ। ਬਹੁਰੋ ਕਰ ਕਰ ਚਰਨ ਪ੍ਰਣਾਮੋ। ਫਿਰ ਮਹਾਰਾਜ ਦੇ ਚਰਨਾਂ ਤੇ ਪ੍ਰਣਾਮ ਮੱਥਾ ਟੇਕ ਕਰਕੇ ਗਮਨ ਕਿਓ ਸਭ ਆਪਣੇ ਧਾਮੋ। ਫਿਰ ਸਾਰੇ ਆਪੋ ਆਪਣੇ ਘਰਾਂ ਨੂੰ ਆਪਣੇ ਆਪਣੇ ਮੰਡਲਾਂ ਨੂੰ ਜਾਣ ਲੱਗੇ। ਪੁੰਨ ਸ੍ਰੀ ਗੰਗਾ ਬੰਧਨ ਕਰਕੇ। ਫਿਰ ਗੰਗਾ ਆਈ ਜਿਹਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ। ਆਪਨ ਪ੍ਰਵਾਹ ਸਮਾਈ ਬਰਕੈ। ਫਿਰ ਜਾ ਕਰਕੇ ਆਪਣੀ ਨਦੀ ਦੇ ਪ੍ਰਵਾਹ ਵਿੱਚ ਜਾ ਸਮਾਈ ਫਿਰ ਗੰਗਾ। ਜਿਉ ਹਿਮ ਕੀ ਪੁੱਤਰੀ ਕਿਤ ਹੋਏ। ਕਹਿਣ ਲੱਗੇ ਜਿਵੇਂ ਕਹਿੰਦੇ ਕੋਈ ਬਰਫ਼ ਦੀ ਕੋਈ ਪੁੱਤਰੀ ਹੋਵੇ, ਕੋਈ ਬਰਫ਼ ਬਣੀ ਹੋਵੇ, ਪਾਣੀ ਦਾ ਜੋ ਬਰਫ਼ ਬਣ ਗਈ ਹੋਵੇ ਤੇ ਉਹ ਸੂਰਜ ਦੇ ਗਰਮੈਸ਼ ਤੋਂ ਬਚ ਕੇ ਉਹ ਆਪਣੇ ਆਪ ਨੂੰ ਇੱਕ ਆਈਸ ਦਾ ਕਿਊਬ ਬਣ ਕੇ ਬੈਠੀ ਹੋਵੇ। ਲਗੇ ਤੇਜ ਜਲ ਹੋਵਤ ਸੋਏ। ਜਦੋਂ ਉਹਨੂੰ ਗਰਮੀ ਲੱਗਦੀ ਹੈ ਉਹ ਵੀ ਜਿਹੜੇ ਪੰਗਰ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ, ਕਹਿੰਦੇ ਐਸਾ ਹੀ ਹੈ। ਕਹਿੰਦੇ ਪਰਮੇਸ਼ਰ ਤੋਂ ਜਿਹੜਾ ਭੁੱਲਿਆ ਹੁੰਦਾ ਹੈ ਨਾ, ਉਹ ਬਰਫ਼ ਬਣ ਕੇ ਆਪਣਾ ਇੱਕ ਐਗਜ਼ਿਸਟੈਂਸ ਬਣਾ ਲੈਂਦਾ ਹੈ। ਉਹ ਇੱਕ ਡਲੀ ਬਣ ਕੇ ਉਹ ਆਪਣਾ ਐਗਜ਼ਿਸਟੈਂਸ ਬਣਦਾ ਵੀ ਮੈਂ ਇੱਕ ਡਲੀ ਹਾਂ, ਮੈਂ ਇਹ ਹਾਂ ਜੋ ਪਰਮਾਤਮਾ ਤੋਂ ਕੋਈ ਦੂਰ ਹੋਵੇ। ਜਿੱਦਣ ਪਰਮਾਤਮਾ ਦੀ ਕਿਰਪਾ ਰੂਪੀ ਗਰਮੈਸ਼ ਉੱਤੇ ਪੈਂਦੀ ਹੈ, ਉਹ ਪਾਣੀ ਦਾ ਪਾਣੀ ਬਣ ਕੇ ਜਿਵੇਂ ਪਾਣੀ ਵਿੱਚ ਮਿਲ ਜਾਂਦਾ ਹੈ, ਉਵੇਂ ਹੀ ਜਿਹੜਾ ਹੈ ਉਹ ਪਾਪੀ ਬੰਦਾ ਫਿਰ ਪਰਮਾਤਮਾ ਦਾ ਰੂਪ ਹੀ ਬਣ ਜਾਂਦਾ ਹੈ। ਦੋਹਰਾ ਮਿਲ ਹੈ ਪਰਸਪਰ ਨਰਕ ਹੈ ਕਿਨ ਭੰਡਾਰਾ ਕੀਨ। ਸੋ ਦੇਖੋ ਐਸਾ ਹੈ ਜਿਵੇਂ ਮਹਾਰਾਜ ਨੇ ਬਾਣੀ ਚ ਜਨ ਕੇ ਚਰਨ ਤੀਰਥ ਕਟ ਕੋਟ ਗੰਗਾ। ਕਹਿੰਦੇ ਕਿ ਦੇਖੋ ਪਰਮਾਤਮਾ ਦੇ ਪਿਆਰਿਆਂ ਦੇ ਜਿਹੜੇ ਹਨ ਚਰਨਾਂ ਦੇ ਉੱਤੇ ਕਰੋੜਾਂ ਗੰਗਾ ਹਨ। ਐਸਾ ਸਤਿਗੁਰਾਂ ਨੇ ਜਿਹੜਾ ਹੈ ਬਾਣੀ ਵਿੱਚ ਬਹੁਤ ਥਾਈਂ ਮਹਾਰਾਜ ਨੇ ਦੱਸਿਆ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਦੇਖੋ ਇਹ ਵੀ ਸਾਧੂ ਦੀ ਧੂੜ ਨੂੰ ਮੰਗਦੀਆਂ ਹਨ ਵੀ ਕਿਤੇ ਸਾਨੂੰ ਸਾਧੂ ਦੀ ਧੂੜ ਮਿਲ ਜਾਵੇ। ਤੇ ਕਹਿੰਦੇ ਕਿਲਵਿਕ ਮੈਲ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਸਾਡੀ ਤਾਂ ਮੈਲ ਜਿਹੜੀ ਹੈ ਸਤਿਗੁਰੂ ਦੀ ਧੂੜੀ ਗਾਉਂਦੀ ਹੈ। ਦੋਹਰਾ ਮਿਲ ਹੈ ਪਰਸਪਰ ਨਰਕ ਕਹੈ ਕਿਨ ਭੰਡਾਰਾ ਕੀ। ਸਾਰੇ ਲੋਕ ਇੱਕ ਦੂਜੇ ਨੂੰ ਪੁੱਛਦੇ ਹਨ ਵੀ ਏਡਾ ਵੱਡਾ ਭੰਡਾਰਾ ਕੀਤਾ ਕਿਹਨੇ ਕੀਤਾ ਜੀ? ਭਲਾ ਕਿਸੇ ਨੂੰ ਨਹੀਂ ਪਤਾ। ਜਿਹੜੀ ਗੰਗਾ ਵਿੱਚ ਆ ਕੇ ਇਸ਼ਨਾਨ ਕਰਦੇ ਉਹੀ ਗੰਗਾ ਨੇ ਗੁਰੂ ਨਾਨਕ ਸਾਹਿਬ ਦਾ ਆਦੇਸ਼ ਲੈ ਕੇ ਲੰਗਰ ਕੀਤਾ ਹੈ। ਸਭ ਕੋ ਸੰਸੈ ਹੋਤ ਭਾ ਨਾਮ ਨਾ ਕਿਨਹੂ ਚੀਨ। ਸਾਰਿਆਂ ਨੂੰ ਸੰਸਾ ਹੋ ਰਿਹਾ ਵੀ ਐਡਾ ਵੱਡਾ ਭੰਡਾਰਾ ਕੋਈ ਰਾਜੇ ਨੇ ਕੀਤਾ ਹੋਣਾ, ਪਰ ਕਿਸੇ ਨੂੰ ਕੋਈ ਪਤਾ ਨਾ ਲੱਗਿਆ ਤੇ ਨਾ ਉਹਨੂੰ ਕਿਸੇ ਦਾ ਨਾਮ ਦਾ ਪਤਾ ਲੱਗਿਆ ਵੀ ਕਿਹਨੇ ਕਰਾਇਆ ਹੈ। ਚੌਪੇ ਕਿਤਕ ਦਿਵਸ ਗੰਗਾ ਕੇ ਤੀਰਾ। ਕੁਝ ਕੁ ਦਿਨ ਸਤਿਗੁਰੂ ਜੀ ਗੰਗਾ ਦੇ ਤੀਰ ਗੰਗਾ ਦੇ ਕੰਢੇ ਉੱਤੇ ਰਹੇ। ਭਗਤ ਦ੍ਰਿੜਾਏ ਗੁਣੀ ਗਹੀਰਾ। ਮਹਾਰਾਜ ਨੇ ਪਰਮੇਸ਼ਰ ਦੀ ਭਗਤੀ ਨੂੰ ਦ੍ਰਿੜ ਕਰਾਇਆ। ਗੁਣੀ ਜੋ ਗੁਣਾ ਦੇ ਖਜ਼ਾਨੇ ਹਨ ਸਤਿਗੁਰੂ ਜੀ। ਗੁਣ ਅਗਰਜ ਕਉ ਕੀਨ ਪਿਆਨਾ। ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਜਾਣਾ ਕੀਤਾ। ਜਿਨਕੇ ਨਾਮ ਜਪੇ ਦੁਖਹਾਨਾ। ਉਹ ਗੁਰੂ ਨਾਨਕ ਹਨ ਜਿਨ੍ਹਾਂ ਦੇ ਨਾਮ ਜਪਿਆਂ ਹੀ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੋ ਇੱਥੇ ਸਮਾਪਤੀ ਹੈ ਇਹ ਅਧਿਆਇ ਦੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਇੱਥੇ ਹਰਿਦੁਆਰ ਵਿੱਚ ਆ ਕਰਕੇ ਸਤਿਗੁਰਾਂ ਨੇ ਜਿਹੜਾ ਹਨ ਕਲਿਆਣ ਕੀਤੀ, ਸਿਰਫ ਮਨੁੱਖਾਂ ਦੀ ਨਹੀਂ ਕੀਤੀ, ਗੰਗਾ ਦੀ ਵੀ ਕੀਤੀ, ਗੰਗਾ ਦੀ ਨਹੀਂ ਕੀਤੀ, ਸਾਰੇ ਦੇਵਤਿਆਂ ਦੀ ਵੀ ਕੀਤੀ। ਸਤਿਗੁਰੂ ਮਹਾਰਾਜ ਐਸੇ ਜਿਹੜੇ ਹਨ ਗੁਰੂ ਨਾਨਕ ਸਾਹਿਬ ਜੀ ਪ੍ਰਤਾਪਸ਼ਾਲੀ ਹਨ। ਮਹਾਰਾਜ ਸਾਰਿਆਂ ਤੋਂ ਸਰਵੋਤਮ ਹਨ, ਸਾਰਿਆਂ ਤੋਂ ਉੱਤਮ ਹਨ, ਸ਼੍ਰੋਮਣੀ ਹਨ ਸਤਿਗੁਰੂ ਜੀ। ਸਤਿਗੁਰੂ ਜੀ ਮਹਾਰਾਜ ਆਪ ਹੀ ਸਾਰਿਆਂ ਦੀ ਮੈਲ ਨੂੰ ਜਿਹੜੇ ਹਨ ਉਹਨਾਂ ਦੀ ਮੈਲ ਤੋਂ ਉਹਨਾਂ ਦਾ ਛੁਟਕਾਰਾ ਦੇਣ ਵਾਲੇ ਹਨ। ਕਿਉਂਕਿ ਮਨੁੱਖ ਤੇ ਦੇਵਤੇ ਤਾਂ ਐਸੇ ਨੇ ਜੋ ਆਪਣੀ ਮੈਲ ਨੂੰ ਪਾਸ ਔਨ ਕਰਦੇ ਨੇ, ਕਿਸੇ ਨੇ ਕਿਸੇ ਨੂੰ ਪਾਸ ਕਰ ਦਿੱਤੀ ਹੈ, ਕਿਸੇ ਨੇ ਕਿਸੇ ਨੂੰ ਕਰ ਦਿੱਤੀ ਹੈ। ਸੋ ਜਿਹੜਾ ਰਿਸੀਵਿੰਗ ਐਨ ਹੁੰਦਾ ਉਹ ਰੋਣ ਲੱਗ ਜਾਂਦਾ ਹੈ ਵੀ ਮੇਰੇ ਕੋਲ ਹੁਣ ਕੀ ਹੋਵੇਗਾ। ਸੋ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਗਵਾਉਣ ਵਾਲੇ ਹਨ, ਉਹਨਾਂ ਨੂੰ ਵੀ ਬਚਾਉਣ ਵਾਲੇ ਹਨ ਜਿਹੜੇ ਰਿਸੀਵਿੰਗ ਐਨ ਹੁੰਦੇ ਹਨ ਵਿਚਾਰੇ। ਸੋ ਕਿਉਂਕਿ ਦੇਖੋ ਨਾ, ਇਹ ਪਰਮੇਸ਼ਰ ਹੀ ਹੈ ਜੋ ਮੈਲ ਦੀ ਜਿਹੜਾ ਹਨ ਐਗਜ਼ਿਸਟੈਂਸ ਨੂੰ ਖਤਮ ਕਰ ਸਕਦੇ ਹਨ। ਬਾਕੀ ਤਾਂ ਮਨੁੱਖ ਤਾਂ ਕੀ ਕਰਦੇ ਹਨ, ਪਾਪ ਕਰ ਲਿਆ ਉਹਨੇ ਪਛਤਾਤਾਪ ਕਰ ਲੈਣਾ, ਉਹ ਵੀ ਇੱਕ ਕਰਮ ਹੈ ਪਛਤਾਤਾਪ ਕਰਨਾ। ਪਛਤਾਤਾਪ ਕਰਕੇ ਫਿਰ ਵੀ ਉਹ ਪਾਪ ਦਾ ਪਾਪ ਹੀ ਰਹਿ ਜਾਂਦਾ ਹੈ। ਪਰ ਉਹ ਮਨੁੱਖ ਜਿਹੜਾ ਹੈ ਜਿਵੇਂ ਕ੍ਰਿਸਚਨ ਕਰਦੇ ਹਨ ਨਾ, ਉਹ ਕਹਿੰਦੇ ਅਸੀਂ ਕੀ ਕਰਦੇ ਹਾਂ ਜਦੋਂ ਜਿਹੜਾ ਹਨ ਕਨਫੈਸ਼ਨ ਕਰਦੇ ਹਨ, ਉਹ ਕਨਫੈਸ਼ਨ ਕਰਕੇ ਹੌਲੇ ਜਿਹੇ ਹੋ ਕੇ ਆ ਜਾਂਦੇ ਹਨ। ਪਰ ਐਸਾ ਥੋੜ੍ਹਾ ਹੁੰਦਾ, ਕਹਿੰਦੇ ਉਹ ਪਾਪ ਤਾਂ ਕਿਤੇ ਨਾ ਕਿਤੇ ਗਿਆ ਨਾ। ਉਹ ਪਾਦਰੀ ਜਿਹੜਾ ਬੈਠਾ ਉਹਦੇ ਕੰਨਾਂ 'ਚ ਤਾਂ ਪਾਤਾ ਨਾ। ਹੁਣ ਜਿਹੜਾ ਉਹ ਪਾਦਰੀ ਜਿਹੜਾ ਢਿੱਲਾ ਮੱਠਾ ਜਾ ਹੋਵੇ ਉਹ ਤਾਂ ਵਿਚਾਰਾ ਬਿਮਾਰੇ ਹੋ ਜੂ 2 ਦਿਨ ਕਨਫੈਸ਼ਨ ਲੋਕਾਂ ਦੀ ਸੁਣ ਕੇ। ਹਾਂਜੀ, ਉਹਦਾ ਕੀ ਬਣੂਗਾ ਵਿਚਾਰੇ ਦਾ? ਹੁਣ ਉਹ ਵੀ ਗੰਗਾ ਦੀ ਤਰ੍ਹਾਂ ਉੱਥੇ ਪਾਗਲ ਹੋਇਆ ਫਿਰੇਗਾ, ਲੋਕਾਂ ਦੇ ਪਾਪ ਲੈਂਦਾ। ਹਾਂਜੀ, ਕੀ ਹੋਏਗਾ? ਕਹਿੰਦੇ ਇੱਥੇ ਪਾਸ ਹੋਣਾ ਨਾ। ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਦੱਸਿਆ ਕਿ ਗੁਰੂ ਪਰਮੇਸ਼ਰ ਦਾ ਨਾਮ ਜਪਣ ਕਰਕੇ, ਪ੍ਰੇਮਾ ਭਗਤੀ ਕਰਨ ਕਰਕੇ ਇਹ ਪਾਪਾਂ ਦਾ ਨਾਸ਼ ਹੁੰਦਾ ਹੈ। ਇਹ ਬਿਲਕੁਲ ਹੀ ਨਹੀਂ ਰਹਿੰਦੇ, ਨਾ ਇਹਨਾਂ ਦੇ ਕਰਨ ਦੀ ਇੱਛਾ ਰਹਿੰਦੀ ਹੈ, ਨਾ ਇਹਨਾਂ ਨੂੰ ਦੇਖਣ ਦੀ ਕੋਈ ਇੱਛਾ ਰਹਿੰਦੀ ਹੈ। ਇਹ ਸਾਰਾ ਹੀ ਜਿਹੜਾ ਸਿਲਸਿਲਾ ਹੁੰਦਾ ਇਹ ਖਤਮ ਹੋ ਜਾਂਦਾ ਹੈ ਇੱਕ ਪ੍ਰੇਮਾ ਭਗਤੀ ਹੋਣ ਕਰਕੇ। ਸੋ ਸਤਿਗੁਰ ਨੇ ਇਸ ਤਰ੍ਹਾਂ ਮਹਾਰਾਜ ਨੇ ਮਨੁੱਖੀ ਸਾਰਿਆਂ ਨੂੰ ਬਖਸ਼ਿਆ ਹੈ ਤੇ ਉਹਨਾਂ ਨੂੰ ਵੀ ਬਖਸ਼ਿਆ ਹੈ ਜਿਹੜੇ ਵੱਡੇ ਧਰਮੀ ਅਖਾਉਂਦੇ ਸਨ। ਪੁਨ ਅਗਰਜ ਕੋ ਕੀਨ ਭਿਆਨਾ, ਜਿਨ ਕੇ ਨਾਮ ਜਪੇ ਦੁਖ ਹਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ ਗੰਗਾ ਪ੍ਰਸੰਗ ਵਰਣਨ ਨਾਮ ਅਸ਼ਟਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।